ਤੁਸੀਂ ਸੁਣ ਰਹੇ ਹੋ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਨਾਵਲ ਸਤਵੰਤ ਕੌਰ 15ਵਾਂ ਕਾਂਡ। ਦਿਨ ਦਾ ਉਜਾਲਾ ਲੋਪ ਹੋ ਗਿਆ, ਰਾਤ ਦਾ ਹਨੇਰਾ ਆ ਪਸਰਿਆ। ਪੰਛੀ ਘੁਰਿਆਂ ਵਿੱਚ ਜਾ ਲੁਕੇ, ਲੋਕੀ ਘਰਾਂ ਵਿੱਚ ਜਾ ਵੜੇ। ਨਿੱਕੇ ਨਿੱਕੇ ਦੀਵਿਆਂ ਨੇ ਘਰ ਰੌਸ਼ਨ ਕੀਤੇ। ਆਕਾਸ਼ਾਂ ਦੇ ਨੀਲ ਨੂੰ ਤਾਰਿਆਂ ਦੀਆਂ ਨਿੱਕੀਆਂ ਨਿੱਕੀਆਂ ਦਿਸਣ ਵਾਲੀਆਂ ਜੋਤਾਂ ਨੇ ਰੌਸ਼ਨ ਕਰ ਦਿੱਤਾ। ਚੰਦਰਮਾ ਚੜ੍ਹ ਪਿਆ, ਸਰਦ ਚਾਂਦਨੀ ਵਰਗੀ ਨਿਖਰੀ ਹੋਈ ਚਾਂਦਨੀ ਫੈਲ ਗਈ। ਅੱਖਾਂ ਅਸਮਾਨਾਂ ਨੂੰ ਵੇਖ ਕੇ ਠਰਦੀਆਂ ਤੇ ਸੁਹਾਉ ਦੇ ਕਾਰਨ ਤਰੋਤੀਆਂ ਹੁੰਦੀਆਂ ਜਾਂਦੀਆਂ। ਪਰ ਹਾਏ, ਮਾਂ ਦੀ ਮਮਤਾ ਕੈਸੇ ਸੀਤਲ ਸਮੇਂ ਗਰਮ ਹੌਂਕੇ ਤੇ ਠੰਡੇ ਸਵਾਸ ਲੈ ਲੈ ਕੇ ਆਪਣੇ ਗਮਾਂ ਦੇ ਗੋਤਿਆਂ ਵਿੱਚ ਡਿੱਗਦੇ ਮਨ ਨੂੰ ਢਾਰਸਾਂ ਦੇ ਦੇ ਕੇ ਪ੍ਰਾਰਥਨਾ ਵੱਲ ਲਾਉਣ ਦੇ ਹੰਭਲੇ ਮਾਰਦੀ ਹੈ। ਮੂੰਹ ਤੋਂ ਅਕਾਲ ਪੁਰਖ ਤੇਰੀ ਸ਼ਰਨ ਕਹਿੰਦੀ ਹੈ, ਗਿੱਲੀਆਂ ਝਿਮਨੀਆਂ ਨੂੰ ਪੂੰਝਦੀ ਹੈ ਤੇ ਦਿਲ ਵਿੱਚ ਭਾਣਾ ਮੰਨਣ ਦਾ ਉਦਮ ਕਰਦੀ ਹੈ। ਪਰ ਮਮਤਾ ਦੀ ਲਹਿਰ ਉਮੜ ਕੇ ਸਿਰ ਨੂੰ ਰੁੱਖ ਕਰਦੀ ਤਪਦੇ ਤਪਦੇ ਹੰਝੂ ਤਰਪ ਤਰਪ ਕੇਰਦੀ ਹੈ। ਮੂੰਹ ਤੋਂ ਡੁਸਕਾਰਿਆਂ ਦੀ ਆਵਾਜ਼ ਹੁੰਦੀ ਹੈ। ਗਲਾ ਰੁਕਦਾ ਹੈ ਕਿ ਇੰਨੇ ਨੂੰ ਪਰਮਾਰਥ ਦੀਆਂ ਲਟਕਾਂ ਵਾਲਾ ਹਿਰਦਾ ਫੇਰ ਚਿੰਤਾ ਦੇ ਖੂਹ ਵਿੱਚੋਂ ਹੰਭਲਾ ਮਾਰ ਕੇ ਭਾਣੇ ਦੀ ਮੰਨ ਤੇ ਚੜ੍ਹਦਾ ਹੈ। ਸ਼ੁਕਰ ਭਾਣਾ ਰਜ਼ਾ ਮੂੰਹੋਂ ਨਿਕਲਦਾ ਹੈ। ਅੱਖਾਂ ਦੇ ਹੰਝੂ ਅੱਖਾਂ ਵਿੱਚ ਹੀ ਸਮਾ ਜਾਂਦੇ ਹਨ। ਚਾਰ ਚੁਫੇਰੇ ਖਿੜੀ ਚਾਂਦਨੀ ਵੱਲ ਦੇਖਦੀ ਹੈ, ਆਕਾਸ਼ ਦੇ ਤਾਰਿਆਂ ਵੱਲ ਤੱਕਦੀ ਹੈ, ਚੰਦਰਮਾ ਦੀ ਖਿੜੀ ਹੋਈ ਟਿੱਕੀ ਤੇ ਨਜ਼ਰ ਜਮਾਉਂਦੀ ਹੈ ਤੇ ਫਿਰ ਆਹ ਭਰ ਕੇ ਕਹਿੰਦੀ ਹੈ, ਪਿਆਰੀ ਦੁਲਾਰੀ, ਕਿਸੇ ਧਰਤੀ ਤੇ ਬੈਠੀ ਖਬਰੇ ਤੂੰ ਵੀ ਇਸ ਵੇਲੇ ਚੰਦ ਨੂੰ ਦੇਖਦੀ ਹੋਵੇਂ। ਮੈਂ ਵੀ ਇਸ ਨੂੰ ਦੇਖ ਰਹੀ ਹਾਂ। ਨਜ਼ਰਾਂ ਤਾਂ ਇਸ ਮੰਡਲ ਤੇ ਇਕੱਠੀਆਂ ਹੋ ਗਈਆਂ, ਪਰ ਹਾਏ ਵਿਛੋੜਾ ਦੂਰ ਨਾ ਹੋਇਆ। ਹੇ ਅਕਾਲ ਪੁਰਖ, ਮੈਂ ਕੈਸੀ ਸਿਦਕਹੀਨ ਸਿੱਖ ਹਾਂ, ਭਾਣੇ ਤੇ ਸ਼ਾਕਰ ਨਹੀਂ, ਮੋਹ ਮਮਤਾ ਦਾ ਜਾਲ ਕੱਪ ਨਾ ਸਕੀ। ਬਚੜੀ ਮਰ ਜਾਂਦੀ ਤਾਂ ਸਬਰ ਦਾ ਘੁੱਟ ਕੌੜਾ ਕੁਸੈਲਾ ਹੋ ਕੇ ਲੰਘ ਜਾਂਦਾ, ਜਾਂ ਤੇਰੀ ਮਿਹਰ ਨਾਲ ਭਾਣਾ ਮਿੱਠਾ ਲੱਗ ਜਾਂਦਾ। ਹਾਏ ਕੋਈ ਸੋ ਧੀ ਦੀ ਨਹੀਂ ਪੈਂਦੀ ਬੱਚੀ, ਚੰਗੀ ਗਇਓ ਕਹਿੰਦੇ ਹਨ, ਜਾ ਧੀਆਂ ਰਾਵੀ ਨਾ ਕੋਈ ਆਵੀ ਤੇ ਨਾ ਕੋਈ ਜਾਵੀ। ਤੇ ਇੱਥੇ ਤਾਂ ਧੀ ਗਈ ਅਟਕੋ ਪਾਰ, ਨਾ ਕੋਈ ਖਬਰ ਤੇ ਨਾ ਕੋਈ ਸਾਰ। ਉਸ ਦੇਸ਼ ਵਲੂੰਦਰੀ ਗਈਓ, ਜਿੱਧਰੋਂ ਗਿਆ ਕੋਈ ਨਹੀਂ ਮੁੜਦਾ। ਕੋਈ ਐਨੀ ਖਬਰ ਹੀ ਆ ਦੱਸੇ, ਜੋ ਸ਼ਰਮ ਧਰਮ ਵਿੱਚ ਬਚੜੀ ਮਰ ਗਈ ਹੈ। ਵਾਹ, ਕੋਈ ਮਰਨੇ ਦੀ ਸੁਣਾਉਣੀ ਹੀ ਆ ਸੁਣਾਵੇ, ਤਾਂ ਸ਼ਦੈਣੇ ਕਰਾਂ ਦੁੱਧ ਦਾ ਕਟੋਰਾ ਪੀਆਂ, ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਤੇ ਹਜੂਰ ਸਾਹਿਬ ਜੀ ਦੀ ਯਾਤਰਾ ਦੇ ਤੁਲ ਜਾਣਾ। ਪਰ ਕੌਣ ਦੱਸੇ ਕਿ ਬੱਚੀ ਫਰਸ਼ਾਂ ਤੇ ਰੁਲ ਰਹੀ ਹੈ ਕਿ ਅਰਸ਼ਾਂ ਤੇ ਕੁਰਸੀ ਨਿਸ਼ੀਨ ਹੋ ਰਹੀ ਹੈ। ਮੇਰੇ ਲਹੂ ਦਾ ਲਹੂ, ਮੇਰੇ ਜਿਗਰ ਦਾ ਜਿਗਰ, ਹਾਂ ਮੇਥੋਂ ਕਿੱਕਰ ਧ੍ਰਿਕਿਆ ਗਿਆ, ਕੇਹੀਆਂ ਵਿਲੱਖਾਂ ਪੈ ਗਈਆਂ। ਇਸ ਤਰ੍ਹਾਂ ਵਿਰਾਗ ਕਰਦਿਆਂ ਮਾਂ ਦੀਆਂ ਅੱਖਾਂ ਦੇ ਸੋਮੇ ਪਾਟ ਪਏ। ਬਹੁਤ ਰੋਈ ਰੋਈ, ਰੋਂਦੀ ਦਾ ਗਲਾ ਰੁਕ ਗਿਆ। ਅੱਖਾਂ ਅੱਗੇ ਛੱਪੜ ਢਹਿ ਪਏ। ਬੈਠੀ ਬੈਠੀ ਦੀ ਮਨ ਨੂੰ ਅੱਖ ਲੱਗ ਗਈ। ਅੱਖ ਲੱਗੀ ਵਿੱਚ ਮਾਂ ਕੀ ਦੇਖਦੀ ਹੈ ਕਿ ਇੱਕ ਪਹਾੜੀ ਜਿਹੀ ਦੇ ਲਾਗੇ ਇੱਕ ਪਾਣੀ ਦੀ ਕੂਲ ਵਗ ਰਹੀ ਹੈ। ਨਿੱਕੇ ਨਿੱਕੇ ਪੱਥਰਾਂ ਨਾਲ ਰਗੜ ਰਗੜ ਕੇ ਤੁਰਨ ਤੋਂ ਪਾਣੀ ਦੀ ਆਵਾਜ਼ ਵਿਪਲ ਵਿਪਲ ਵਾਂਗੂ ਆ ਰਹੀ ਹੈ। ਇੱਕ ਥਾਂ ਤੇ ਇਸ ਦੇ ਕਿਨਾਰੇ ਪਰ ਬ੍ਰਿਕਸ਼ਾਂ ਦਾ ਝੁੰਡ ਹੈ, ਜਿਸ ਪਰ ਕਾਲੇ ਅੰਗੂਰਾਂ ਦੀ ਵੇਲ ਚੜੀ ਹੋਈ ਹੈ। ਸਾਵੇਂ ਸਾਵੇਂ ਪੱਤਿਆਂ ਵਿੱਚੋਂ ਗੁੱਛਿਆਂ ਦੇ ਗੁੱਛੇ ਲਟਕ ਰਹੇ ਹਨ। ਹੇਠਾਂ ਇਸ ਦੀ ਪਿਆਰੀ ਸਤਵੰਤ ਕੌਰ ਬੈਠੀ ਹੈ। ਅੱਖਾਂ ਧਰਤੀ ਵਿੱਚ ਗੱਡੀਆਂ ਹਨ, ਹੱਥਾਂ ਨਾਲ ਕੱਖ ਤਰੋੜ ਰਹੀ ਹੈ। ਕਿਸੇ ਵੇਲੇ ਹੌਂਕਾਂ ਲੈਂਦੀ, ਕਿਸੇ ਵੇਲੇ ਅੱਥਰੂ ਕੇਰਦੀ ਹੈ, ਕਿਸੇ ਵੇਲੇ ਕੁਝ ਗਾਉਂਦੀ ਹੈ, ਕਦੇ ਫੇਰ ਚੁੱਪ ਹੋ ਜਾਂਦੀ ਹੈ। ਧਿਆਨ ਲਾ ਕੇ ਜੋ ਮਾਊ ਨੇ ਸੁਣਿਆ ਤਾਂ ਸਤਵੰਤ ਨੇ ਹੁਣ ਇਹ ਗਾਉਣ ਗਾਵਿਆ, ਇਸ ਦਰਦ ਵਿਰਾਗ ਨਾਲ ਕਿ ਪੱਥਰ ਵੀ ਪਿਘਰ ਪੈਣ। ਕਿਸੇ ਗਵਾਂਢਣ ਨੇ ਆਖਿਆ, ਮਾਏ ਤੇਰਾ ਪਿਓ ਭਰਾ ਗਿਆ ਆਏ, ਜੀ ਵਿੱਚ ਹੋਈਆਂ ਸ਼ਾਦੀਆਂ ਮਾਏ, ਮੇਰੇ ਮਨ ਵਿੱਚ ਹੋਇਆ ਏ ਚਾਏ। ਮੇਰੀ ਰਾਣੀਏ ਰਾਜ ਬਹਾਲੀਏ, ਮੇਰੀ ਸਦਾ ਸੁਖਾਲੀਏ, ਪੁੱਤਰਾਂ ਵਾਲੀਏ ਮਾਏ। ਪੱਕੀ ਖੂਹੀ ਘੜਾ ਰੰਗਲਾ ਨੀ, ਜਿੱਥੋਂ ਅੰਬੜੀ ਪਾਣੀ ਭਰੇ, ਇੱਕ ਭਰ ਧਰੇ ਦੂਜਾ ਸਿਰ ਧਰੇ ਨੀ, ਸਾਨੂੰ ਧੀਆਂ ਨੂੰ ਯਾਦ ਕਰੇ। ਮੇਰੀ ਰਾਣੀਏ ਰਾਜ ਬਹਾਲੀਏ, ਮੇਰੀ ਸਦਾ ਸੁਖਾਲੀਏ, ਪੁੱਤਰਾਂ ਵਾਲੀਏ ਮਾਏ। ਸਾਹ ਢੁੱਲ ਪਰਛਾਵੇਂ ਬਹਿੰਦੀਆਂ ਮਾਏ, ਅਸੀਂ ਮਾਵਾਂ ਤੇ ਧੀਵੜੀਆਂ, ਨੀ ਮੈਂ ਸਿਰ ਗੁੰਦਾ ਤੇੜੜਾ ਮਾਏ, ਤੂੰ ਕਰੇ ਗੱਲਾਂ ਮਿੱਠੜੀਆਂ ਮੇਰੀ ਰਾਣੀਏ। ਅੰਬੜ ਅੰਬੜ ਕਰਾਂ ਮੈਂ ਮਾਏ, ਮੇਰੀ ਅੰਬੜੀ ਕੇਡਾ ਹਿੱਤ ਨੀ, ਮਨੋਂ ਵਿਸਾਰੀ ਧੀਵੜੀ ਮਾਏ, ਮੇਰੀ ਅੰਮੀ ਸੁਖਾਲੜਾ ਚਿਤਨੀ ਮੇਰੀਏ ਰਾਣੀਏ।
ਕੰਧ ਕੰਧਾਰੀ ਬੈਠੀ ਹਮਾਏ, ਮੇਰਾ ਚਿੱਤ ਭਰਾਵਾਂ ਦੇ ਵਿੱਚ ਨੇ, ਮੇਰੇ ਨੈਣ ਸ਼ਮਾ ਸ਼ਮ ਰੋਵਦੇ, ਮੇਰਾ ਕਾਲਜਾ ਧੂੰਦੀ ਖਿੱਚ ਨੇ, ਮੇਰੀ ਰਾਣੀਏ। ਇਹ ਸੁਣਦੀ ਮਾਂ ਅੱਗੇ ਨੂੰ ਵਧੀ ਅਰ ਧੀ ਨੂੰ ਘੁੱਟ ਕੇ ਜੱਫੀ ਪਾ ਲਈ, ਪਰ ਕਲਾਈ ਵਿੱਚ ਕੁਛ ਵੀ ਨਾ ਆਇਆ, ਸਗੋਂ ਜੋ ਅੱਖਾਂ ਨਾਲ ਵੀ ਦਿਸ ਰਹੀ ਸੀ ਉਹ ਵੀ ਦਿਸਣੋਂ ਰਹਿ ਗਈ। ਇੱਧਰ ਤੱਕ ਉੱਧਰ ਦੇਖ, ਪਰ ਧੀ ਦਿਸਣ ਦੀ ਥਾਂ ਆਪਣਾ ਸੱਖਣਾ ਵਿਹੜਾ ਪਿਆ ਦਿਸਦਾ ਹੈ। ਉਹ ਵਿਹੜਾ ਜਿੱਥੇ ਪਿਆਰੀ ਪੁੱਤਰੀ ਹਰ ਨੋਟਿਆਂ ਵਾਂਗ ਚੌਂਕੜੀਆਂ ਭਰਦੀ ਫਿਰਦੀ ਹੁੰਦੀ ਸੀ, ਜਿੱਥੇ ਨਿੱਕੀ ਹੁੰਦੀ ਗੀਟੇ ਖਿੱਦੋ ਖੇਡਦੀ, ਥਾਲ ਪਾਇਆ ਕਰਦੀ ਸੀ, ਮਾਂ ਦੀ ਨਜ਼ਰ ਦੇ ਸਾਹਮਣੇ ਸੁੰਨਾ ਪਿਆ ਸੀ। ਬੜਾ ਲੰਮਾ ਡੂੰਘਾ ਸਾਹ ਭਰਿਆ ਉਸ। ਹਾਏ ਸੁਫਨਾ, ਬੱਚੀ ਤੂੰ ਜਿਉਂਦੀ ਹੈ ਅਰ ਹਾਵਿਆਂ ਵਿੱਚ ਦਿਨ ਕੱਟ ਰਹੀ ਹੈ। ਮੈਂ ਕੀ ਕਰਾਂ, ਕੀ ਬਣਾਵਾਂ, ਲੋਚਾਂ ਲੋਚਦੀ ਨੂੰ ਆਹ ਦਿਨ ਆ ਗਏ, ਕੋਈ ਸੁੰਦਕ ਨਾ ਪਈ। ਗੁਰੂ ਪਿਆਰੇ ਭਾਈ ਜੀ ਨੇ ਵੀ ਕੋਈ ਪਤਾ ਨਾ ਭੇਜਿਆ। ਹੇ ਗੁਰੂ, ਹੁਣ ਮੈਂ ਆਪ ਕਾਬਲ ਜਾਵਾਂ, ਆਪ ਧਾਈ ਕਰਾਂ, ਆਪ ਖੋਜਾਂ, ਮੇਰੀਆਂ ਆਂਦਰਾਂ ਮੇਰੀ ਲਾਲੀ ਨੂੰ ਲੱਭ ਲੈਣਗੀਆਂ, ਜੇ ਨਾ ਲੱਭੀ ਤਾਂ ਮੈਂ ਵੀ ਮਰ ਮਿਟੂ। ਹੇ ਸਾਈ, ਜਾ ਬਚੜੀ ਭੇਜ, ਜਾ ਮੈਨੂੰ ਮੇਟ ਹੈ, ਮੈਨੂੰ ਮੇਟ, ਇਹ ਕੀ ਨਾ ਸ਼ੁਕਰੀ ਹੈ। ਇੱਕ ਭਾਰੀ ਗੰਭੀਰ ਆਵਾਜ਼ ਨੇ ਡਿਉੜੀ ਵਿੱਚੋਂ ਆਖਿਆ। ਤਰਬਕ ਕੇ ਮਾਤਾ ਅਰਥਾਤ ਬਸੰਤ ਕੌਰ ਉੱਠ ਖਲੋਤੀ ਔਰ ਆਪਣੇ ਪ੍ਰਾਣ ਪਤੀ ਨੂੰ ਲੈਣ ਵਾਸਤੇ ਅੱਗੇ ਹੋਈ। ਉਹ ਹੁਣ ਵਿਹੜੇ ਵਿੱਚ ਆ ਪਹੁੰਚੇ ਸੈ। ਸਿਰ ਨਿਵਾਉਂਦੀ ਨਾਰ ਦੇ ਮੋਢੇ ਤੇ ਹੱਥ ਧਰ ਕੇ ਕਹਿਣ ਲੱਗੇ, ਪ੍ਰੀਏ, ਇਹ ਕੀ ਬੇਸਿਦਕੀ ਹੈ। ਸਾਈਂ ਸਾਨੂੰ ਰਚੇ, ਸਾਈਂ ਮੇਟੇ, ਅਸੀਂ ਕੌਣ ਹਾਂ ਇਹ ਕਹਿਣ ਵਾਲੇ ਕਿ ਸਾਨੂੰ ਮੇਟ। ਕੀ ਸਾਡੀ ਮਰਜ਼ੀ ਉਸ ਤੋਂ ਵਧੇਕ ਹੈ। ਤੁਸੀਂ ਤਾਂ ਬੜੇ ਧੀਰਜੀ ਸੈਂ, ਧੀ ਦੇ ਅਸਹਿ ਵਿਛੋੜੇ ਨੂੰ ਬੜੇ ਸਿਦਕ ਨਾਲ ਝੱਲਦੇ ਰਹੇ, ਪਰ ਅੱਜ ਕੀ ਹੋਇਆ। ਬਸੰਤ ਕੌਰ, ਖਿਮਾ ਕਰਨੀ ਸਿੰਘ ਜੀ, ਜਨਾਨੀ ਦਾ ਆਲਮ ਬਹੁਤ ਕੋਟਾ ਹੈ, ਅਸੀਂ ਪਸ਼ੂ ਹਾਂ। ਮਹਾਰਾਜ ਜੀ ਦਾ ਵਾਕ ਹੈ, ਚੌਣੇ ਸੋਇਨਾ ਪਾਈਏ ਚੁਣ ਚੁਣ ਖਾਵੇ ਘਾਸ। ਕਿੰਨਾ ਸਮਝਾਓ ਬੁਝਾਓ, ਸਾਡਾ ਅਸਲਾ ਨਹੀਂ ਸੌਰਦਾ। ਜੋ ਦਿਨ ਲੰਘੇ ਆਪ ਦੀ ਕਿਰਪਾ ਨਾਲ ਲੰਘੇ। 2 ਹੀ ਦਿਨ ਤੁਸੀਂ ਵਾਂਢੇ ਗਏ ਤੇ ਮੇਰੇ ਧੀਰਜ ਦਾ ਲੱਕ ਟੁੱਟ ਗਿਆ, ਮੇਰੇ ਹੌਸਲੇ ਦੇ ਪੈਰ ਲੰਗੜੇ ਹੋ ਗਏ, ਮੇਰੀ ਢਾਰਸ ਨੂੰ ਰੀਂਗਵਣਾ ਹੋ ਗਿਆ, ਮੇਰੇ ਸਿਦਕ ਨੂੰ ਝੋਲਾ ਵੱਜ ਗਿਆ, ਮੇਰਾ ਸਿੱਖੀ ਭਾਵ ਮੇਰੇ ਵਿੱਚ ਹੀ ਪਿੰਗਲਾ ਹੋ ਠੱਠਾ। ਅੱਜ ਮੈਂ ਆਮ ਤਰੀਮਤਾਂ ਵਾਂਗ ਹਾਵੇ ਕੱਢੇ ਹਨ, ਵੈਣ ਪਾਏ ਹਨ, ਰੋਈ ਹਾਂ, ਧੀ ਰੋਂਦੀ ਦੇ ਦਰਸ਼ਨ ਕੀਤੇ ਹਨ, ਆਪਣੇ ਆਪ ਨੂੰ ਧਿਰਕਾਰਿਆ ਹੈ, ਜੀਵਨ ਕੌੜਾ ਜਾਣ ਕੇ ਮੌਤ ਮੰਗੀ ਹੈ ਅਰ ਸਦਾ ਪਿਆਰੇ ਸਿਰਜਣਹਾਰ ਦੀ ਬੇਅਦਬੀ ਕੀਤੀ ਹੈ। ਮੈਂ ਇਸ ਲਾਇਕ ਨਹੀਂ ਜੋ ਤੁਹਾਡੀ ਸਾਥਣ ਬਣਾ, ਮੈਨੂੰ ਕਾਬਲ ਤੋਰ ਦਿਓ, ਜਾਂ ਤਾਂ ਧੀ ਨੂੰ ਲੱਭ ਲਵਾਂ, ਜਾਂ ਪੱਥਰਾਂ ਨਾਲ ਸਿਰ ਟਕਰਾ ਟਕਰਾ ਕੇ ਮਰ ਜਾਵਾਂ। ਇਹ ਕਹਿੰਦੀ ਫੇਰ ਫੁੱਟ ਫੁੱਟ ਕੇ ਰੋਈ। ਹਿੰਮਤ ਸਿੰਘ, ਪ੍ਰੀਏ ਜੀ, ਮੈਂ ਨਹੀਂ ਮੰਨਦਾ ਕਿ ਤ੍ਰੀਮਤ ਦਾ ਅਸਲਾ ਬੁਰਾ ਹੈ। ਅਸਲਾ ਕਿਸੇ ਦਾ ਬੁਰਾ ਨਹੀਂ, ਕੁਸੰਗ ਮਾੜਾ ਹੈ। ਕੁਸੰਗ ਬਹੁਤ ਵੇਰ ਤ੍ਰੀਮਤਾ ਦੇ ਉਧਾਲੇ ਹੋ ਜਾਂਦਾ ਹੈ, ਸੋ ਸਤਸੰਗ ਨਾਲ ਸੌਰ ਜਾਂਦਾ ਹੈ। ਬਾਕੀ ਰਿਹਾ ਤੁਹਾਡਾ ਰੋਣਾ, ਇਹ ਮੋਹ ਦੀ ਪ੍ਰਬਲਤਾਈ ਹੈ, ਮੋਹ ਦਾ ਜਿਤਨਾ ਖੇਡ ਨਹੀਂ। ਮਾਂ ਦੀ ਮਮਤਾ ਜਿਤਨੀ ਤਾਂ ਬਹੁਤ ਕਰੜੀ ਖੇਡ ਹੈ। ਤੁਸੀਂ ਰੋਏ ਹੋ, ਪਰ ਪਿਆਰ ਨਾਲ ਰੋਏ। ਤੁਹਾਨੂੰ ਕੋਈ ਵਲੇਵਾ ਨਹੀਂ ਹੈ ਜਿਸ ਨੇ ਰਵਾਇਆ ਹੋਵੇ। ਤੁਹਾਡੀ ਧੀ ਦੇ ਦੁੱਖਾਂ ਦਾ ਕਸ਼ਟ ਰਵਾਉਂਦਾ ਹੈ। ਹਾਂ, ਪਰ ਤੁਸੀਂ ਰੋਏ ਉਹਨਾਂ ਵਾਂਗ ਹੋ ਜਿਨ੍ਹਾਂ ਦਾ ਰੱਬ ਨਹੀਂ ਹੈ। ਤੁਸੀਂ ਵੈਰਾਗ ਉਹਨਾਂ ਵਾਂਗ ਕੀਤਾ ਹੈ ਜੋ ਗੁਰੂ ਪਿਆਰ ਦੀ ਸ਼ਾਨ ਤੋਂ ਖਾਲੀ ਮਨਮਤ ਦੇ ਰੜੇ ਵਿੱਚ ਤਪ ਰਹੇ ਹਨ। ਤੁਸੀਂ ਉਹਨਾਂ ਵਾਂਗ ਹਾਵੇ ਕੀਤੇ ਹਨ ਜਿਨ੍ਹਾਂ ਪਾਸ ਗੁਰਬਾਣੀ ਦਾ ਚਾਨਣ ਨਹੀਂ ਹੈ। ਤੁਸਾਂ ਉਹ ਦੁੱਖ ਕੱਢੇ ਹਨ ਜੋ ਸਤਸੰਗ ਦੇ ਆਸਰੇ ਤੋਂ ਸਖਣਾ ਡਾਵਾਂ ਡੋਲ ਰਹਿਣ ਵਾਲੇ ਲੋਕ ਕੱਢਦੇ ਹਨ। ਹਾਂ, ਇਸਤਰੀ ਅਧਰੰਗ ਹੈ, ਜੇ ਸੁਖੀ ਹੈ ਤਾਂ ਪਤੀ ਅਰੋਗ ਅੰਗ ਹੈ, ਜੇ ਦੁਖੀ ਹੈ ਤਾਂ ਪਤੀ ਨੂੰ ਅਧਰੰਗ ਹੈ। ਫਿਰ ਵਹੁਟੀ ਵੱਲ ਤੱਕ ਕੇ ਹਿੰਮਤ ਸਿੰਘ ਬੋਲਿਆ, ਲਓ ਵਿਚਾਰ ਕਰੋ, ਇੱਕ ਤਾਂ ਧੀ ਗਈ, ਇੱਕ ਅਸਾਂ ਅੱਜ ਸਿੱਖੀ ਸਿਦਕ ਨੂੰ ਵੇਦੇਗੀ ਦਾ ਸੁਨੇਹਾ ਦੇ ਦਿੱਤਾ। ਤੁਸੀਂ ਜਾਣਦੇ ਹੋ ਧੀ ਪਰਮੇਸ਼ਰ ਦੀ ਦਾਤ ਸੀ, ਆਪਣੀ ਦਾਤ ਉਸਨੇ ਲੈ ਲਈ। ਦੁੱਖ ਹੈ ਤਾਂ ਇਹ ਕਿ ਖਬਰੇ ਕਿਹੜੇ ਦੁੱਖਾਂ ਨੂੰ ਫੜੀ ਹੋਈ ਹੋਊ, ਪਰ ਜੇ ਸੋਚੀਏ ਤਾਂ ਸਾਡੇ ਘਰ ਜੰਮਣ ਤੋਂ ਪਹਿਲਾਂ ਖਬਰੇ ਕਿਹੜੇ ਦੁੱਖਾਂ ਨੂੰ ਫੜੀ ਹੋਈ ਆਈ ਸੀ। ਜੇ ਉਹਨਾਂ ਦਾ ਉਪਰਾਲਾ ਸਾਡੇ ਵੱਸੋਂ ਬਾਹਰ ਸੀ, ਤਦ ਹੁੰਦਾ ਵੀ ਉਸੇ ਤਰ੍ਹਾਂ ਦਾ ਹੈ।
ਜੋ ਕੁਝ ਹੁਣ ਸਾਥੋਂ ਬਣ ਸਕਦਾ ਹੈ ਅਸਾਂ ਕਰ ਘੱਤਿਆ ਹੈ। ਸੋਚ ਬਾਲੀ ਇਹ ਪੈਂਦੀ ਹੈ ਕਿ ਉਸ ਦਾ ਸਤ ਧਰਮ, ਉਸ ਦਾ ਸਿੱਖੀ ਸਿਦਕ ਕਾਇਮ ਰਿਹਾ ਹੋਵੇ। ਇਹ ਲੈ ਕੇ ਜਿਉਂਦੀ ਹੋਵੇ ਤਾਂ ਨਿਸੰਗ ਹੋਵੇ, ਇਹ ਲੈ ਕੇ ਮਰ ਗਈ ਹੋਵੇ ਤਾਂ ਨਿਸੰਗ, ਪਰ ਇਹ ਲਾਲ ਨਾ ਗਵਾ ਬੈਠੀ ਹੋਵੇ। ਸੋ ਮੈਨੂੰ ਤਾਂ ਸਿਦਕ ਹੈ ਕਿ ਉਸਨੇ ਕਦੇ ਕਮਜ਼ੋਰੀ ਨਹੀਂ ਖਾਣੀ। ਉਸਦੀਆਂ ਰਗਾਂ ਵਿੱਚ ਪਵਿੱਤਰ ਖੂਨ ਹੈ, ਉਸਦੇ ਦਿਲ ਵਿੱਚ ਸਿੱਖੀ ਦੀ ਗੈਰਤ ਤੇ ਅਣਖ ਹੈ। ਤੁਸੀਂ ਵੀ ਸਿਦਕ ਰੱਖੋ। ਵੇਖੋ ਜੇ ਤੁਸੀਂ ਆਪਣੇ ਜੀਅ ਵਿੱਚ ਸ਼ੱਕ ਕੀਤਾ ਕਿ ਧੀ ਖਬਰੇ ਢਹਿ ਪਈ ਹੋਵੇ ਤਾਂ ਤੁਹਾਡਾ ਇਹ ਸੰਕਲਪ ਜਿੱਥੇ ਤੁਹਾਡੀ ਧੀ ਹੈ ਉਸ ਨੂੰ ਢਹਿੰਦੀਆਂ ਕਲਾਂ ਦੀ ਲਹਿਰ ਮਾਰੇਗਾ। ਤੁਸੀਂ ਮਨ ਵਿੱਚ ਚੜ੍ਹਦੀ ਕਲਾ ਨੂੰ ਆਵਾਜ਼ ਦਿਓ। ਜਦ ਧੀ ਯਾਦ ਆਵੇ ਤਾਂ ਇਹ ਖਿਆਲ ਬੰਨੋ ਕਿ ਸਿਦਕ ਵਿੱਚ ਅਡੋਲ ਖੜੋਤੀ ਧੀ ਪਰਤਾਵਿਆਂ ਦਾ ਟਾਕਰਾ ਕਰ ਰਹੀ ਹੈ। ਉਸ ਵੇਲੇ ਭਰੋਸੇ ਨਾਲ ਪ੍ਰਾਰਥਨਾ ਕਰੋ ਕਿ ਹੇ ਗੁਰੂ ਜੀ ਸਹਾਇਤਾ ਕਰੋ। ਆਖੋ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਹਾਇਤ। ਐਸਾ ਕਰਨ ਨਾਲ ਧੀ ਦੀਆਂ ਵਾਸ਼ਨਾਵਾਂ ਦੀ ਡੋਰ ਚੜ੍ਹਦੀ ਕਲਾ ਵਿੱਚ ਰਹੇਗੀ। ਦਿਸਣ ਵਾਲੇ ਸੰਸਾਰ ਨੂੰ ਸਭ ਕੁਝ ਨਾ ਜਾਣੋ। ਨਾ ਦਿਸਣ ਵਾਲਾ ਦਿਸਣ ਵਾਲੇ ਤੋਂ ਬਹੁਤ ਵਿਸ਼ਾਲ ਹੈ। ਉਸਦੇ ਤਰੀਕੇ ਤੇ ਤਾਕਤਾਂ ਸੂਖਮ ਹਨ ਪਰ ਬਲਵਾਨ। ਤੁਹਾਡੇ ਸੰਕਲਪ ਨਾ ਦਿਸਣ ਵਾਲੇ ਜਗਤ ਵਿੱਚ ਤੀਰਾਂ ਵਾਂਗੂ ਚਾਲ ਰੱਖਦੇ ਤੇ ਨਿਸ਼ਾਨੇ ਅੱਪੜਦੇ ਹਨ, ਪਾਉਂਦੇ ਪੁੜਦੇ ਤੇ ਆਪਣਾ ਪ੍ਰਭਾਵ ਪਾਉਂਦੇ ਹਨ, ਚੁੱਕਦੇ ਹਨ, ਡੇਗਦੇ ਹਨ, ਸਵਾਰਦੇ ਹਨ, ਵਿਗਾੜਦੇ ਹਨ। ਚਾਹੋ ਬਹੁਤ, ਚਾਹੋ ਥੋੜਾ। ਜੋ ਕੁਝ ਤੁਸਾਂ ਅੱਜ ਕੀਤਾ ਹੈ ਉਸ ਨਾਲ ਤੁਸਾਂ ਧੀ ਦੀ ਵੀ ਰੋਂਦੀ ਦੇਖੀ ਹੈ। ਪਿਆਰੀ ਧੀ ਨੂੰ ਜਦ ਦੇਖੀਦਾ ਹੈ, ਚੜ੍ਹਦੀਆਂ ਕਲਾਂ ਵਿੱਚ ਦੇਖੀਦਾ ਹੈ, ਉਸ ਵੇਲੇ ਅਸੀਸ ਦੇਈਦੀ ਹੈ। ਬੱਚੀ ਤੂੰ ਕਦੇ ਢਹਿੰਦੀਆਂ ਕਲਾਂ ਵਿੱਚ ਨਾ ਪਵੇਂ। ਸਤਸੰਗ ਵਿੱਚ ਰੋਜ਼ ਇਹੋ ਅਰਦਾਸ ਹੁੰਦੀ ਹੈ ਕਿ ਜੋ ਸਿੱਖ ਬੱਚੇ ਤ੍ਰੇਮਤਾ ਕੈਦ ਪਏ ਹਨ ਉਹ ਸਿੱਖੀ ਸਿਦਕ ਵਿੱਚ ਪੱਕੇ ਰਹਿਣ। ਸਾਨੂੰ ਸ਼ੋਕ ਨਹੀਂ ਕਿ ਸਾਡਾ ਇਕਬਾਲ ਵੀ ਧਰਮ ਹਾਰੇਗਾ। ਤੁਸੀਂ ਕਿਉਂ ਉਸ ਉੱਚ ਅਟਾਰੀ ਤੋਂ ਹੇਠਾਂ ਆਉਂਦੇ ਹੋ? ਕਦੇ ਸੁਣਿਆ ਜੇ ਕੋਈ ਸਿੱਖ ਕੈਦ ਪੈ ਕੇ ਧਰਮ ਹਾਰ ਗਿਆ ਹੋਵੇ? ਬਾਬੇ ਬੰਦੇ ਦੇ ਨਾਲ 800 ਕਿ 1000 ਸਿੱਖ ਕੈਦ ਪਏ ਸਨ। ਕਈ ਤਾਂ ਬਾਬੇ ਦੇ ਨਾਲ ਦੇ ਸਨ, ਕਈ ਰਾਹ ਜਾਂਦੇ ਸਿੱਖ ਫੜ ਕੇ ਵਿੱਚ ਪਾ ਦਿੱਤੇ ਗਏ ਸਨ, ਪਰ ਕਿਸੇ ਧਰਮ ਨਹੀਂ ਹਾਰਿਆ। ਮੈਂ ਨਹੀਂ ਕਹਿੰਦਾ ਹੰਕਾਰ ਦਾ ਹੰਮਾ ਬੰਨੋ, ਪਰ ਸਿਦਕ ਤੇ ਭਰੋਸਾ ਬੰਨੋ, ਅਰ ਸ਼ੱਕ ਭੈ ਤੇ ਭਰਮ ਨੂੰ ਕਦੇ ਨੇੜੇ ਨਾ ਫਟਕਣ ਦਿਓ। ਤੁਸੀਂ ਜਿਸ ਤਰ੍ਹਾਂ ਚਾਹੁੰਦੇ ਹੋ ਕਿ ਹੋਵੇ, ਆਪਣੀ ਆਤਮਾ ਨੂੰ ਭਰੋਸੇ ਵਿੱਚ ਰੱਖਦੇ ਹੋਏ ਚੜ੍ਹਦੀਆਂ ਕਲਾਂ ਵਿੱਚ ਹੋ ਕੇ ਉਹ ਪੱਕੇ ਸੰਕਲਪ ਕਰੋ। ਗੁਰੂ ਚਾਹੇ ਤਾਂ ਉਹ ਕੁਛ ਹੋਵੇਗਾ। ਬਸੰਤ ਕੌਰ। ਸੱਚ ਹੈ ਸੁਆਮੀ ਜੀ, ਪਰ ਆ ਮੁਹਾਰੀ ਜੀ ਨੂੰ ਖਿੱਚ ਪੈ ਜਾਂਦੀ ਹੈ। ਦੇਖੋ ਕੋਈ ਸੱਜਰੇ ਕੱਥੇ ਦਿਨ ਨਹੀਂ, ਪਰ ਜਿਸ ਵੇਲੇ ਰੋਟੀ ਖਾਣ ਬੈਠਾ ਜੀ ਕਹਿੰਦਾ ਹੈ ਖਬਰੇ ਧੀ ਖਾ ਬੈਠੀ ਹੈ ਕਿ ਭੁੱਖੀ ਹੈ। ਜਦ ਸੌਣ ਲੱਗਾ ਜੀ ਕਹਿੰਦਾ ਹੈ ਖਬਰੇ ਧੀ ਰੜੇ ਵਿੱਚ ਹੈ ਕਿ ਸੌੜੇ। ਦੁੱਧ ਚੋਂਦੀ ਹਾਂ ਤਾਂ ਕਹਿੰਦੀ ਹਾਂ ਬੱਚੀ ਤੇਰਾ ਰਲਿਆ ਹੋ ਚੁੱਕਾ। ਰੇੜਕਾ ਪਾਉਂਦੀ ਹਾਂ ਤਾਂ ਕਹਿੰਦੀ ਹਾਂ ਹੁਣ ਮੈਨੂੰ ਕੌਣ ਆਖੇ ਅੰਮਾ ਨੀ ਤੂੰ ਘੁੰਮ ਮਧਾਣੀ, ਆਨੀ ਹਾਂ ਮੈਂ ਆਨੀ ਹਾਂ। ਬੇਹੀ ਰੋਟੀ ਸੱਜਰਾ ਮੱਖਣ, ਪੀੜੇ ਬਹਿ ਕੇ ਖਾਨੀ ਹਾਂ। ਪਤੀ ਜੀ, ਫਿਰ ਆਪ ਦੇ ਉਪਦੇਸ਼ਾਂ ਦਾ ਆਸਰਾ ਲੈਂਦੀ ਹਾਂ। ਝੱਟ ਵਿਚਾਰ ਵਿੱਚ ਪੈ ਜਾਂਦੀ ਹਾਂ ਕਿ ਜਿਸ ਵਾਹਿਗੁਰੂ ਨੇ ਜੰਮਣ ਤੋਂ ਪਹਿਲੇ ਬੱਚੀ ਲਈ ਦੁੱਧ ਰਚ ਦਿੱਤਾ ਸੀ, ਜਿਸ ਨੇ ਦੁੱਧ ਮੁੱਕਣ ਤੋਂ ਮੂਹਰੇ ਉਸਦੇ ਦੰਦ ਕੱਢ ਦਿੱਤੇ ਸਨ, ਉਸ ਪਰਮੇਸ਼ਰ ਨੇ ਕੈਦ ਪੈਣ ਤੋਂ ਪਹਿਲਾਂ ਉਸਦਾ ਉਪਰਾਲਾ ਜ਼ਰੂਰ ਕੀਤਾ ਹੋਵੇਗਾ। ਫਿਰ ਮੈਂ ਸੋਚਦੀ ਹਾਂ ਉਹ ਸ਼ੇਰ ਪੁੱਤਰੀ ਦੁੱਖਾਂ ਨੂੰ ਕੱਟ ਜਾਵੇਗੀ। ਮੈਨੂੰ ਉਸ ਪਰ ਪੱਕਾ ਭਰੋਸਾ ਹੈ। ਕਹਿੰਦੀ ਹਾਂ ਖਬਰੇ ਇਸ ਕਸ਼ਟਨੀ ਵਿੱਚ ਕੋਈ ਭੁਲਿਆਈ ਹੋਵੇ। ਵਾਹਿਗੁਰੂ ਜੋ ਕਰਦਾ ਹੈ ਸਾਡਾ ਭਲਾ ਕਰਦਾ ਹੈ। ਕੀ ਜਾਣੀਏ ਕਾਬਲ ਵਿੱਚ ਕੋਈ ਐਸਾ ਕੰਮ ਹੋਵੇ ਜੋ ਪਿਆਰੀ ਸਤਵੰਤ ਹੀ ਕਰ ਸਕਦੀ ਹੋਵੇ। ਗੁਰੂ ਨੇ ਇਸੇ ਕਰਕੇ ਉਸ ਨੂੰ ਉੱਥੇ ਭੇਜਿਆ ਹੋਵੇ। ਗੁਰੂ ਦੇ ਕਾਰੇ ਗੁਰੂ ਜਾਣਦਾ ਹੈ। ਸਾਨੂੰ ਸਿਦਕ ਲੋੜੀਏ ਇਉਂ ਸੋਚਾਂ ਤਾਂ ਮੈਂ ਤਕੜੀ ਰਹਿੰਦੀ ਹਾਂ। ਅੱਜ ਸਵੇਰੇ ਮੇਰੀ ਵਿਚਾਰ ਇਹ ਸੀ ਕਿ ਮੈਂ ਬਹੁਤ ਦੁੱਖ ਇਸੇ ਕਰਕੇ ਕਰਦੀ ਹਾਂ ਨਾ ਜੋ ਮੇਰੀ ਧੀ ਹੈ। ਅੱਗੇ ਵੀ ਕਈ ਵੇਰੀ ਭਾਜੜਾਂ ਪਈਆਂ, ਕਈ ਮਾਪਿਆਂ ਦੀਆਂ ਧੀਆਂ ਕਾਬਲ ਫੜੀਆਂ ਗਈਆਂ। ਮੇਰੇ ਜੀ ਨੂੰ ਕੁਝ ਹੁੰਦਾ ਸੀ, ਪਰ ਆਹ ਕੁਝ ਤਾਂ ਕਦੇ ਨਹੀਂ ਸੀ ਨਾ ਹੋਇਆ। ਹੁਣ ਇਹ ਕੁਛ ਮੈਨੂੰ ਮੇਰੀ ਕਰਕੇ ਹੋਇਆ। ਪਤੀ। ਸੱਚ ਹੈ, ਦੁੱਖ ਹੈ ਤਾਂ ਮੈਂ ਮੇਰੀ ਦਾ ਹੀ ਹੈ, ਪਰ ਮੈਂ ਮੇਰੀ ਮਿਟਣੀ ਰਸਤੇ ਉੱਤੇ ਨਹੀਂ ਪਈ ਹੋਈ। ਪਰ ਭੁਲੇਖਾ ਵੀ ਇੱਕ ਇੱਥੇ ਹੈ। ਮੈਂ ਮੇਰੀ ਦਾ ਝੂਠਾ ਤਿਆਗ ਜੋ ਲੋਕੀ ਜਾਣਦੇ ਹਨ ਉਹ ਕਮਜ਼ੋਰ ਤੇ ਨਿਤਾਣੇ ਹੋ ਰਹੇ ਹਨ। ਲੋਕੀ ਆਪਣੀ ਹੀਣੀ ਹਾਲਤ ਨੂੰ ਸਮਝਦੇ ਹਨ ਕਿ ਅਸੀਂ ਮੈਂ ਮੇਰੀ ਤਿਆਗ ਬੈਠੇ ਹਾਂ। ਮੈਂ ਮੇਰੀ ਜੋ ਦੁੱਖਦਾਤੀ ਹੈ ਉਸ ਦਾ ਤਿਆਗ ਕਰੀਦਾ ਹੈ। ਅਸਲ ਮੈਂ ਸ਼ੁੱਧ ਮੈਂ ਤਾਂ ਆਪੇ ਦਾ ਧੁਰਾ ਹੈ, ਕੇਂਦਰ ਹੈ। ਉਸਨੂੰ ਵਾਕੇ ਕਾਹਦਾ ਦੁੱਖ। ਤੁਸਾਨੂੰ ਜੋ ਦੁੱਖ ਉੱਠਦਾ ਹੈ
ਉਹ ਸਵੈ ਸਤਿਕਾਰ ਤੋਂ ਉਸ ਸੁੱਚੀ ਅਣਖ ਤੋਂ ਉੱਠਦਾ ਹੈ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੀਆਂ ਦੇ ਮਰ ਚੁੱਕੇ ਮਨਾਂ ਵਿੱਚ ਜਗਾਈ ਹੈ। ਤੁਹਾਡਾ ਜੋਸ਼ ਤੇ ਪਿਆਰ ਕੇ ਧੀ ਧਰਮ ਵਿੱਚ ਸ਼ਰਮ ਵਿੱਚ ਮਰੇ, ਇਹ ਇੱਕ ਸੋਹਣੀ ਉੱਚੀ ਅਣਖ ਹੈ, ਧਰਮ ਸਰੂਪੀ ਅਣਖ ਹੈ। ਇਹ ਇੱਕ ਮਾਨਸਿਕ ਜਿੰਦ ਹੈ। ਇਹ ਨਾ ਹੋਵੇ ਤਾਂ ਉਹ ਤੁਸਾਂ ਮੈਂ ਮੇਰੀ ਨਹੀਂ ਜਿੱਤੀ, ਉਹ ਤਾਂ ਤੁਸਾਂ ਵਿੱਚ ਤਾਂ ਨਹੀਂ ਰਿਹਾ। ਆਪੇ ਦਾ ਸਤਿਕਾਰ ਨਹੀਂ ਰਿਹਾ, ਅਣਖ ਨਹੀਂ ਰਹੀ, ਜਿੰਦ ਨਹੀਂ ਰਹੀ। ਬਾਕੀ ਰਹੀ ਮੈਂ ਮੇਰੀ ਦੀ ਅਸਲ ਜਿੱਤ, ਉਹ ਵੀ ਸਮਝ ਲਓ। ਮੈਂ ਮੇਰੀ ਗੱਲਾਂ ਨਾਲ ਨਹੀਂ ਮਰ ਸਕਦੀ। ਅਨੇਕ ਸਾਧਨ ਕਰੋ, ਇਹ ਜਿਉਂਦੀ ਰਹਿੰਦੀ ਹੈ। ਕਿਉਂਕਿ ਸਰੀਰ ਸੁੱਖ ਲੋੜਦਾ ਤੇ ਦੁੱਖ ਤੋਂ ਪਰੇ ਹਟਦਾ ਹੈ। ਸੁੱਖ ਦੇਣ ਵਾਲਿਆਂ ਨਾਲ ਮੈਂ ਪਿਆਰ ਕਰਦੀ ਹਾਂ, ਦੁੱਖ ਦੇਣ ਵਾਲਿਆਂ ਨਾਲ ਸੂਗ। ਇਸੇ ਕਰਕੇ ਮੈਂ ਤੇ ਮੇਰੀਆਂ ਵਿੱਚ ਸਾਡਾ ਪਿਆਰ ਗਠਿਆ ਪਿਆ ਹੈ। ਇਸੇ ਕਰਕੇ ਗੁਰੂ ਜੀ ਨੇ ਪ੍ਰੇਮ ਤੋਂ ਹੀ ਇਸ ਦਾ ਦਾਰੂ ਕਰਨਾ ਦੱਸਿਆ ਤੇ ਸਾਨੂੰ ਇਲਾਹੀ ਭੇਤ ਉਸ ਪਿਆਰੇ ਵਾਹਿਗੁਰੂ ਨੂੰ ਪ੍ਰੇਮ ਕਰਨ ਦਾ ਸਿਖਾਇਆ। ਜੋ ਸਾਨੂੰ ਉਸ ਪ੍ਰੇਮ ਸੋਮੇ ਨਾਲ ਪਿਆਰ ਪੈ ਜਾਵੇ, ਉਸ ਨੂੰ ਅਸੀਂ ਪਿਆਰ ਕਰਦੇ ਕਰਦੇ ਉਪਰਾ ਜਾਣੋਂ ਹਟ ਜਾਵੀਏ ਤੇ ਹੁਣ ਜੋ ਸਾਡੇ ਤੇ ਉਹਦੇ ਵਿੱਚ ਵਿੱਥ ਹੈ ਦੂਰ ਹੋ ਜਾਵੇ ਤੇ ਉਸ ਨੂੰ ਅਸੀਂ ਮੇਰਾ ਜਾਂ ਆਪਣਾ ਸਮਝਣ ਲੱਗ ਪਈਏ। ਜਦੋਂ ਸਾਡੀ ਮੇਰੀ ਦੀ ਤਨਾਵ ਉਸ ਪਿਆਰੇ ਨਾਲ ਲੱਗ ਗਈ, ਤਦ ਉਹਨਾਂ ਪਦਾਰਥਾਂ ਦੀ ਮੇਰੀ ਤੋਂ ਜੋ ਨਹੀਂ ਰਹਿਣੇ, ਉੱਚੇ ਹੋ ਕੇ ਵਾਹਿਗੁਰੂ ਮੇਰਾ ਹੈ, ਇਸ ਉੱਚੀ ਮੇਰੀ ਵਿੱਚ ਪਹੁੰਚ ਪਾਵਾਂਗੇ। ਵਾਹਿਗੁਰੂ ਨੂੰ ਮੇਰਾ ਮੇਰਾ ਕਹਿੰਦਿਆਂ ਜਦ ਉਸ ਪਿਆਰੇ ਦਾ ਪ੍ਰੇਮ ਸਾਡੇ ਤੇ ਆ ਕੇ ਨਿੱਜਰ ਧਾਰ ਵਸੇਗਾ, ਤਦੋਂ ਸਾਡੀ ਸ਼ੁੱਧ ਮੈਂ ਉੱਤੇ ਜਾਂ ਹਉਮੈ ਦਾ ਪਰਦਾ ਹੈ ਹਟ ਜਾਵੇਗਾ, ਅਰ ਸ਼ੁੱਧ ਹੋ ਗਈ ਮੈਂ ਉਸ ਪ੍ਰੇਮ ਪੁੰਜ ਦੇ ਨਾਲ ਜੁੜ ਜਾਵੇਗੀ। ਇਉਂ ਉਹ ਬਲਵਾਨ ਹੋ ਜਾਵੇਗੀ ਅਤੇ ਉਸਦੇ ਮੇਲ ਦੇ ਰਸ ਵਿੱਚ ਸੁੱਖ ਮਾਣੇਗੀ। ਸੁਖੀ ਹੋ ਕੇ ਮੁੜ ਜਾਏਗੀ ਅਰ ਫੇਰ ਵਿਛੋੜਾ ਨਹੀਂ ਹੋਵੇਗਾ। ਜੋ ਸਾਡੀ ਹੁਣ ਦੀ ਅਵਸਥਾ ਹੈ, ਇਹ ਜਤਨ ਦੀ ਅਵਸਥਾ ਹੈ, ਅਰਥਾਤ ਹੰਭਲੇ ਮਾਰਨ ਦੀ ਹਾਲਤ ਹੈ। ਸਤਸੰਗ ਸਾਨੂੰ ਸਦਾ ਇਹੋ ਸਿਖਾਲਦਾ ਹੈ ਕਿ ਪਿਆਰੇ ਵਾਹਿਗੁਰੂ ਨੂੰ ਪਿਆਰ ਕਰੋ ਤਾਂ ਜੋ ਹੋਰ ਸਭ ਕੁਝ ਆਪੇ ਓਪਰਾ ਹੋ ਜਾਵੇ। ਦੁਨੀਆ ਦੇ ਲੋਕਾਂ ਦਾ ਤਾਂ ਇਹ ਹਾਲ ਹੈ। ਸਭ ਕਿਛ ਆਪਣਾ ਇੱਕ ਰਾਮ ਪਰਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਤੇ ਗੁਰੂ ਸਾਹਿਬ ਦੇ ਪ੍ਰੇਮਾ ਭਗਤੀ ਦੇ ਤਰੀਕੇ ਨਾਲ ਸਭ ਕਿਛ ਓਪਰਾ ਹੋ ਜਾਂਦਾ ਹੈ ਤੇ ਵਾਹਿਗੁਰੂ ਪਿਆਰਾ ਲੱਗਦਾ ਹੈ। ਜਦ ਵਾਹਿਗੁਰੂ ਵਧੇਕ ਪਿਆਰਾ ਹੋ ਗਿਆ, ਤਦ ਹੋਰਨਾਂ ਪਿਆਰਿਆਂ ਦੀ ਖਿੱਚ ਸਾਨੂੰ ਉਸ ਤੋਂ ਵਿੱਥ ਤੇ ਲੈ ਜਾਣੋਂ ਅਸਮਰਥ ਹੋ ਜਾਂਦੀ ਹੈ। ਤੁਸੀਂ ਹਜੇ ਵਾਹਿਗੁਰੂ ਨੂੰ ਮੁੱਖ ਕਰਕੇ ਅਰਥਾਤ ਹੋਰਨਾਂ ਪਿਆਰਿਆਂ ਤੋਂ ਵਧੇਕ ਪਿਆਰਾ ਸਮਝ ਕੇ ਪਿਆਰ ਘੱਟ ਕਰਦੇ ਹੋ। ਇਸੇ ਕਰਕੇ ਬੇਮੁਖਤਾਈ ਫੇਰੇ ਪਾ ਜਾਂਦੀ ਹੈ। ਤੁਸੀਂ ਮੋਗ ਰਸਿਆਂ ਦੇ ਹਾਵੇ ਨਾ ਸੁਣਿਆ ਕਰੋ ਤੇ ਨਾ ਹੀ ਫੋਕੇ ਗਿਆਨ ਦੀਆਂ ਗੱਲਾਂ ਸੁਣਿਆ ਕਰੋ। ਨੀਵੇਂ ਪਾਸੇ ਤੋਂ ਸ਼ੁਰੂ ਕਰੀਏ ਤੇ ਸਹਿਜੇ ਸਹਿਜੇ ਚੜ੍ਹੀਏ। ਤੁਸੀਂ ਸਾਰਾ ਦਿਨ ਇਸ ਵਿਚਾਰ ਵਿੱਚ ਰਿਹਾ ਕਰੋ ਕਿ ਨਾ ਦਿਸਣ ਵਾਲਾ ਵਾਹਿਗੁਰੂ ਹੈ, ਤਾਂ ਜੋ ਉਸਦੇ ਹੋਣ ਦਾ ਸੰਕਲਪ ਮਾਤਰ ਦਿਨ ਰਾਤ ਯਾਦ ਰਹਿਣ ਲੱਗ ਜਾਵੇ। ਫਿਰ ਸੋਚਿਆ ਕਰੋ ਕਿੱਥੇ ਹੈ, ਤਦ ਵਿਚਾਰਿਆ ਕਰੋ ਜੋ ਮੇਰੇ ਨਾਲ ਹੈ, ਅੰਗ ਸੰਗ ਵਸਦਾ ਹੈ। ਫਿਰ ਕਿਸੇ ਵੇਲੇ ਖਿਆਲ ਕੀਤਾ ਕਰੋ ਸਾਡੇ ਨਾਲ ਉਸਦਾ ਕੀ ਸੰਬੰਧ ਹੈ, ਤਦ ਸੋਚਿਆ ਕਰੋ ਜੋ ਉਹ ਪਿਤਾ ਹੈ, ਸਾਨੂੰ ਪਿਆਰ ਕਰਦਾ ਹੈ। ਜਦ ਉਸਦੇ ਪਿਆਰ ਕਰਨੇ ਦਾ ਸੰਕਲਪ ਅੰਦਰ ਦ੍ਰਿੜ ਹੋ ਜਾਏਗਾ, ਤਦ ਸ਼ਰਧਾ ਤੇ ਪ੍ਰੇਮ ਪੱਕ ਜਾਏਗਾ। ਫਿਰ ਐਸਾ ਜੀ ਜੁੜਿਆ ਕਰੇਗਾ ਕਿ ਤੁਸੀਂ ਇਸ ਰੰਗ ਵਿੱਚ ਰੱਤੇ ਰਿਹਾ ਕਰੋਗੇ ਕਿ ਮਨ ਉਸ ਵਾਹਿਗੁਰੂ ਦੀ ਪ੍ਰਕਾਸ਼ ਤੇ ਆਨੰਦ ਭਰੀ ਹਜ਼ੂਰੀ ਹਰ ਵੇਲੇ ਮੇਰੇ ਉਦਾਲੇ ਹੈ। ਮਨ ਵਿੱਚ ਚਾਉ ਤੇ ਰਸ ਭਰਿਆ ਰਿਹਾ ਕਰੇਗਾ। ਇਸ ਤਰ੍ਹਾਂ ਨਾਲ ਜਿਸਨੇ ਮੈਂ ਮੇਰੀ ਜਿੱਤੀ ਹੈ, ਉਸ ਤੋਂ ਸੁੱਤੇ ਹੀ ਜਗਤ ਦਾ ਭਲਾ ਹੁੰਦਾ ਹੈ। ਉਸ ਦਾ ਮਨ ਉੱਚਾ ਰਹਿੰਦਾ ਹੈ, ਉਸ ਦੇ ਅੰਦਰ ਆਪੇ ਦਾ ਟਿਕਾਉ ਤੇ ਆਪੇ ਦਾ ਸਤਿਕਾਰ ਵਸਦੇ ਹਨ। ਉਹ ਜਿਉਂਦਾ ਹੈ, ਜੀਵਾ ਹੋ ਜਾਂਦਾ ਹੈ, ਉੱਚੀ ਜਿੰਦ ਉਸ ਵਿੱਚ ਵਸਦੀ ਹੈ। ਪਰ ਇਹ ਗੱਲਾਂ ਤਾਂ ਹੀ ਫੁਰਦੀਆਂ ਤੇ ਹੋ ਆਉਂਦੀਆਂ ਹਨ ਜੇ ਪਹਿਲਾਂ ਬਾਣੀ ਨਾਲ ਮਨ ਸ਼ੁੱਧ ਹੋਵੇ ਤੇ ਫਿਰ ਨਾਮ ਨਾਲ ਪਿਆਰ ਪਵੇ। ਬਸੰਤ ਕੌਰ। ਸੱਚ ਹੈ ਪਤੀ ਜੀ, ਜੇਕਰ ਬ੍ਰਿਕਸ਼ ਦੇ ਚਰਨਾਂ ਵਿੱਚ ਕਮਜ਼ੋਰ ਵੇਲ ਉਗਦੀ ਹੈ ਤੇ ਬ੍ਰਿਕਸ਼ ਦਾ ਸਹਾਰਾ ਪਾ ਕੇ ਬ੍ਰਿਕਸ਼ ਜਿਹੜੀ ਉੱਚੀ ਹੋ ਜਾਂਦੀ ਹੈ, ਉਸੇ ਤਰ੍ਹਾਂ ਨਿਰਬਲ ਜਗਿਆਸੂ ਆਪਣੇ ਸਤਸੰਗੀ ਦੇ ਲੜ ਲੱਗ ਕੇ ਉਸਦੇ ਆਸਰੇ ਹੋ ਕੇ ਉੱਚਾ ਹੋ ਜਾਂਦਾ ਹੈ। ਆਪ ਦੇ ਸਤਸੰਗ ਨੇ ਮੇਰਾ ਹਾਲ ਸੁਆਰਿਆ ਤੇ ਸੁਆਰਨਾ ਹੈ। ਮੈਂ ਸੱਚਮੁੱਚ ਮੂਰਖ ਤੇ ਹਜੇ ਵਾਹਿਗੁਰੂ ਜੀ ਦੀ ਹਜ਼ੂਰੀ ਨੂੰ ਹਰਦਮ ਆਪਣੇ ਨਾਲ ਪਛਾਣਨ ਵਾਲੀ ਨਹੀਂ ਹੋਈ ਹਾਂ, ਪਰ ਆਪ ਦੀ ਦਿਆਲਤਾ ਆਸ਼ਾ ਹੈ ਕਿ ਬਲ ਭਰ ਦੇਵੇਗੀ। ਹਿੰਮਤ ਸਿੰਘ। ਮੈਂ ਤੇ ਆਪ ਹਜੇ ਪੱਕੇ ਨਹੀਂ, ਪਰ ਸਾਡੇ ਸਿਰ ਪਰ ਸਤਸੰਗ ਦੀ ਛਾਉ ਹੈ, ਇਸ ਕਰਕੇ ਘਾਬਰਨ ਦੀ ਲੋੜ ਨਹੀਂ, ਗੁਰੂ ਆਪ ਸਿਰੇ ਚਾੜੇਗਾ। ਬਸੰਤ ਕੌਰ। ਜਿਸ ਘੜੀ ਬਾਣੀ ਦਾ ਰਸ ਆ ਜਾਵੇ ਜਾਂ ਮਨ ਨਾਮ ਨਾਲ ਗੁਰੂ ਦੇ ਚਰਨਾਂ ਵਿੱਚ ਲੱਗਾ ਰਹੇ,
ਜਾਂ ਤੁਸੀਂ ਨੇੜੇ ਹੋਵੋ ਤਾਂ ਚਿੱਤ ਘੱਟ ਡੋਲਦਾ ਹੈ। ਜੇਕਰ ਪਿਆਰੀ ਸਤਵੰਤ ਯਾਦ ਆਉਂਦੀ ਹੈ ਤਾਂ ਪਿਆਰੀ ਲੱਗਦੀ ਹੈ। ਅਸੀਸ ਮੂੰਹੋਂ ਨਿਕਲਦੀ ਹੈ ਤੇ ਗੁਰੂ ਚਰਨਾਂ ਵਿੱਚ ਬੇਨਤੀ ਹੁੰਦੀ ਹੈ। ਦਿਲ ਢਹਿੰਦਾ ਨਹੀਂ ਤੇ ਨਹੀਂ ਆਖਦਾ ਕੀ ਹੋਵੇਗਾ। ਪਰ ਜਦੋਂ ਸੁਰਤ ਨੀਵੀਂ ਹੋਈ ਤਦੋਂ ਹੀ ਕਟਕ ਟੁੱਟ ਪੈਂਦਾ ਹੈ, ਹਨੇਰਾ ਛਾ ਜਾਂਦਾ ਹੈ, ਕਲੇਜੇ ਖੋਹ ਪੈਂਦੀ ਹੈ ਤੇ ਕਹਿੰਦੀ ਹਾਂ, ਹਾਏ ਕੀ ਹੋ ਗਿਆ, ਕੀ ਹੋ ਰਿਹਾ ਹੈ, ਕੀ ਹੋਵੇਗਾ। ਹਿੰਮਤ ਸਿੰਘ। ਪਰਮੇਸ਼ਰ ਨਾਲ ਪ੍ਰੀਤ ਦਾ ਇਹ ਗੁਣ ਹੈ ਜੋ ਸੂਰਤ ਉੱਚੀ ਰਹਿਣ ਲੱਗ ਪੈਂਦੀ ਹੈ, ਮਨ ਖੇੜੇ ਵਿੱਚ ਵਸਦਾ ਹੈ। ਅਸਲ ਵਿੱਚ ਜੋਗੀ ਜਨ ਜੋਗ ਨੂੰ ਟੋਲਦੇ ਹਨ। ਉਹ ਜੋਗ ਗ੍ਰਹਿਸਥ ਤੋਂ ਨਿਰਯੋਗ ਹੋਣ ਅਰਥਾਤ ਟੁੱਟ ਜਾਣ ਵਿੱਚ ਨਹੀਂ, ਸਗੋਂ ਸਾਈਂ ਸੰਯੋਗ ਵਿੱਚ ਹੈ, ਅਰਥਾਤ ਪ੍ਰੀਤ ਦੀ ਇੱਕ ਤਾਰ ਵਿੱਚ ਹੈ। ਬਸੰਤ ਕੌਰ। ਮੈਂ ਨਹੀਂ ਸਮਝੀ ਪਤੀ ਜੀ, ਜੋਗੀ ਕੌਣ ਲੋਕ? ਜੋਗੀ ਕੰਨ ਪਾਟੇ ਮੁੰਦਰਾਂ ਵਾਲੇ, ਜਾਂ ਜੋ ਸੱਪਾਂ ਦੇ ਮਾਂਦਰੀ ਬੀਨ ਵਜਾਉਂਦੀ ਗਲੀਆਂ ਵਿੱਚ ਆਉਂਦੇ ਹਨ? ਪਤੀ। ਨਹੀਂ, ਤੁਸੀਂ ਕਿਸ ਪਾਸੇ ਚਲੇ ਗਏ? ਇਹ ਕੰਨ ਪਾਟੇ ਤਾਂ ਅਸਲੀ ਜੋਗੀ ਨਹੀਂ। ਇਹਨਾਂ ਦੀ ਸੰਪਰਦਾ ਗੋਰਖਨਾਥ ਤੋਂ ਟੁਰ ਕੇ ਪਹਿਲੇ ਤਪੱਸਿਆ ਹਠ ਜੋਗ ਕਰਦੀ, ਫਿਰ ਸਿੱਧੀਆਂ ਕਰਾਮਾਤਾਂ ਦੇ ਫੇਰ ਵਿੱਚ ਫਸ ਕੇ ਸ਼ਰਾਬਾਦ ਮਸਤੀਆਂ ਵਿੱਚ ਡਿੱਗਦੀ, ਉਲਟ ਫੇਰ ਖਾਂਦੀ, ਹੁਣ ਕੇਵਲ ਕਿੰਗ ਵਜਾਉਂਦੀ ਮੰਗਤ ਹੱਦ ਤੱਕ ਰਹਿ ਗਈ ਹੈ। ਦੂਜੇ ਸਮਾਧੇ ਹਨ, ਉਹ ਵੀ ਜੋਗੀਆਂ ਦੇ ਹੀ ਚੇਲੇ ਹਨ, ਜੋ ਗੁੱਗੇ ਚੌਹਾਨ ਰਾਜਪੂਤ ਦੇ ਜੋਗ ਦੀ ਮਹਿਮਾ ਕਰਦੇ ਲੋਕਾਂ ਨੂੰ ਉਸ ਦੀ ਪੂਜਾ ਵਿੱਚ ਲਾਉਂਦੇ ਹੁੰਦੇ ਸਨ, ਪਰ ਹੁਣ ਬੇਖਬਰ ਹੋ ਕੇ ਨਿਰੇ ਸੱਪਾਂ ਦੇ ਖੇਲ ਦਿਖਾ ਕੇ ਗੁਜ਼ਾਰਾ ਟੋਰਦੇ ਹਨ। ਇਹ ਵੀ ਇੱਕ ਤਰ੍ਹਾਂ ਦੇ ਮੰਗਤੇ ਹੀ ਰਹਿ ਗਏ ਜਾਪਦੇ ਹਨ। ਮੈਂ ਇਹ ਯੋਗੀ ਨਹੀਂ ਆਖੇ, ਮੈਂ ਜਿਹੜੇ ਯੋਗੀ ਆਖੇ ਹਨ ਉਹ ਲੋਕ ਹਨ ਜੋ ਆਪਣੇ ਮਨ ਦੀਆਂ ਬਿਰਤੀਆਂ ਨੂੰ ਰੋਕਦੇ ਹਨ ਅਤੇ ਆਪਣੇ ਆਪੇ ਵਿੱਚ ਜੋੜ ਆਉਣ ਦਾ ਯਤਨ ਕਰਦੇ ਹਨ। ਯੋਗੀ। ਬਸੰਤ ਕੌਰ। ਅੱਛਾ ਜੀ, ਮੈਂ ਹੁਣ ਸਮਝੀ। ਉਹ ਜੋ ਗੀਤਾ ਵਿੱਚ ਜੋਗ ਦਾ ਵੇਰਵਾ ਹੈ ਉਹ ਜੋਗੀ ਹੈ? ਪਤੀ। ਹਾਂ, ਉੱਥੇ ਕਈ ਪ੍ਰਕਾਰ ਦੇ ਜੋਗੀ ਦੱਸੇ ਹਨ, ਪਰ ਇੱਕ ਯੋਗ ਮਾਰਗ ਪਤੰਜਲ ਵਾਲਾ ਹੈ ਤੇ ਇੱਕ ਹਠ ਯੋਗੀ ਵੀ ਹੁੰਦੇ ਹਨ। ਇੱਕ ਸ਼ਾਂਖ ਯੋਗੀ ਅਰਥਾਤ ਗਿਆਨ ਯੋਗੀ ਹਨ, ਜੋ ਤੱਤਾਂ ਦਾ ਵਿਚਾਰ ਕਰਕੇ ਭੋਗ ਅਨੰਤ ਹਨ, ਦੁੱਖ ਦਾ ਹੇਤੂ ਹਨ, ਇਹ ਸੋਚ ਕਰਕੇ ਚਿੱਤ ਨੂੰ ਸਾਰੇ ਵਿਸ਼ਿਆਂ ਤੋਂ ਖਿੱਚ ਕੇ ਵਸ ਵਿੱਚ ਕਰਨ ਦਾ ਤਰਲਾ ਲੈਂਦੇ ਹਨ। ਉਹ ਕਹਿੰਦੇ ਹਨ ਕਿ ਦ੍ਰਿੜ ਤੇ ਪੱਕੇ ਸੰਸਕਾਰਾਂ ਨਾਲ ਹੀ ਸੰਸਾਰ ਤੇ ਸਰੀਰ ਬਣਿਆ ਹੈ। ਹੁਣ ਪੱਕਾ ਵਿਰਾਗ ਇਸ ਵੱਲੋਂ ਕਰਕੇ ਉਹਨਾਂ ਸੰਸਕਾਰਾਂ ਨੂੰ ਮੇਟ ਦੇਣਾ ਹੈ। ਦੂਸਰੇ ਉਹ ਯੋਗੀ ਜੋ ਸਰੀਰ ਦੇ ਇੰਦਰੀਆਂ ਨੂੰ ਰੋਕਦੇ ਮਨ ਦੀਆਂ ਬਿਰਤੀਆਂ ਮਾਰਨ ਦਾ ਯਤਨ ਕਰਦੇ ਹਨ। ਤੁਹਾਨੂੰ ਇਉਂ ਠੀਕ ਸਮਝ ਵਿੱਚ ਆ ਜਾਵੇਗਾ ਕਿ ਜੇ ਮਨ ਟਿਕੇ ਤਾਂ ਸਰੀਰ ਟਿਕ ਜਾਂਦਾ ਹੈ ਤੇ ਜੇ ਸਰੀਰ ਟਿਕੇ ਤਾਂ ਮਨ ਦਾ ਟਿਕਾਓ ਹੋ ਪੈਂਦਾ ਹੈ। ਕਈ ਵਿਰਾਗ ਕਰਕੇ ਮਨ ਨੂੰ ਉਪਰਾਮਤਾ ਵਿੱਚ ਲਿਜਾਂਦੇ ਤੇ ਵਿਵੇਕ ਜਾਂ ਸੋਚ ਵਿੱਚ ਵਿਚਾਰ ਨੂੰ ਉੱਚਾ ਕਰਨ ਦਾ ਤਰਲਾ ਲੈਂਦੇ ਸਨ। ਖਬਰੇ ਇਸੇ ਗੱਲ ਨੂੰ ਜਪਜੀ ਸਾਹਿਬ ਵਿੱਚ ਸੋਚੇ ਸੋਚਣਾ ਹੋਵੇ ਜੇ ਸੋਚੀ ਲਖਵਾਰ ਲਿਖਿਆ ਹੋਵੇ। ਇਸੇ ਤਰ੍ਹਾਂ ਕਿਰਿਆ ਯੋਗ ਵਾਲੇ ਕਾਇਆ ਨੂੰ ਮਾਂਜ ਕੇ ਸਵਾਸਾਂ ਨੂੰ ਰੋਕਦੇ, ਚਿੱਤ ਦੀਆਂ ਬਿਰਤੀਆਂ ਨੂੰ ਰੋਕਣ ਦਾ ਯਤਨ ਕਰਦੇ ਸਨ। ਇਸ ਕਿਰਿਆ ਯੋਗ ਦੇ ਕਈ ਪ੍ਰਕਾਰ ਹਨ। ਹਠ ਯੋਗ ਵੀ ਇਸੇ ਵਿੱਚ ਹੈ, ਜਿਸ ਦੇ ਅਨੇਕਾਂ ਸਾਧਨ ਸਰੀਰ ਦੇ ਅੰਗਾਂ ਪਰ ਵਸੀਕਰਨ ਪਾਉਂਦੇ ਹਨ। ਰਾਜ ਯੋਗ, ਮੰਤਰ ਯੋਗ ਆਦਿ ਵੀ ਯੋਗ ਹਨ। ਰਾਜ ਯੋਗ ਵਿੱਚ ਵੀ ਪ੍ਰਾਣਾਯਾਮ ਆਦਿਕ ਸਾਧਨ ਹਨ, ਪਰ ਸਾਰੀਆਂ ਯੋਗਾਂ ਦਾ ਛੇਕੜਲਾ ਯਤਨ ਇਹ ਹੈ ਕਿ ਮਨ ਦੀਆਂ ਬਿਰਤੀਆਂ ਦਾ ਟਿਕਾਓ ਹੋ ਜਾਵੇ, ਅੰਦਰ ਉੱਠਦੀਆਂ ਲਹਿਰਾਂ ਦੇ ਤਰੰਗ ਚੁੱਪ ਹੋ ਜਾਣ। ਇਸੇ ਨੂੰ ਖਬਰੇ ਜਪਜੀ ਸਾਹਿਬ ਵਿੱਚ ਚੁੱਪੇ ਚੁੱਪ ਨਾ ਹੋਵਹੀਂ ਜੇ ਲਾਏ ਰਹਾ ਲਿਵਤਾਰ ਵਾਲੀ ਤੁਕ ਵਿੱਚ ਦੱਸਿਆ ਹੋਵੇ। ਫਿਰ ਉਹ ਤਪਸਵੀ ਹੁੰਦੇ ਹਨ ਜੋ ਨਾਨਾ ਤਰ੍ਹਾਂ ਦੇ ਵਰਤ ਧਾਰਨ ਕਰਕੇ ਸਰੀਰ ਦੇ ਇੰਦਰੀਆਂ ਨੂੰ ਸਿਥਲ ਕਰਦੇ ਹਨ ਤੇ ਮਨ ਨੂੰ ਨਾਨਾ ਪ੍ਰਕਾਰ ਦੇ ਸਰੀਰਕ ਤੇ ਮਾਨਸਿਕ ਭੋਗਾਂ ਤੋਂ ਭੁੱਖਾਂ ਦੇ ਕੇ ਤਪ ਕਰਵਾ ਕੇ ਯਤਨ ਕਰਦੇ ਹਨ ਕਿ ਆਪਾ ਆਪੇ ਵਿੱਚ ਟਿਕ ਜਾਵੇ। ਖਬਰੇ ਇਸ ਯਤਨ ਨੂੰ ਆਖਿਆ ਹੋਵੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਇਹਨਾਂ ਸਾਰੇ ਯਤਨਾਂ ਨਾਲ ਮਨੁੱਖ ਦਾ ਯਤਨ ਮਨੁੱਖ ਦੇ ਆਪਣੇ ਵਿਚਾਰਾਂ ਦੇ ਮੰਡਲ ਵਿੱਚ ਹੁੰਦਾ ਸੀ। ਮਨੁੱਖ ਆਪਣੀ ਸੋਚ ਸਮਝ ਦੀ ਹੱਦ ਦੇ ਵਿੱਚ ਤੇ ਨਿਰੀ ਆਪਣੀ ਟੇਕ ਦੇ ਆਸਰੇ ਆਪਣੀ ਸੱਤਿਆ ਤਾਕਤ ਸਮਰੱਥਾ ਦੇ ਬਲ ਜਿਤਨਾ ਤਾਨ ਹੁੰਦਾ ਲਾ ਕੇ ਯਤਨ ਕਰਦਾ ਸੀ। ਮਨ ਵਿੱਚ ਕਦੇ ਥੋੜਾ ਟਿਕਾਓ ਮਾਤਰ, ਕਦੇ ਉਪਰਾਮਤਾ ਦਾ ਭਾਵ, ਕਦੇ ਬੇਮਲੂਮ ਸੂਗ ਜਾਂ ਕਦੇ ਵਿਰਾਗ ਜਿਹਾ ਟਿਕ ਜਾਂਦਾ ਸੀ। ਆਪਾ ਉੱਚਾ ਹੋ ਕੇ ਉੱਚੇ ਵਿਕਾਸ ਵਿੱਚ ਨਹੀਂ ਸੀ ਜਾਂਦਾ, ਕਿਉਂਕਿ ਮੂਲ ਵਿੱਚ ਲਈ ਉਦਾਸੀ ਤੇ ਗਮੀ ਜਿਹੀ ਦਾ ਰੂਪ ਲੈ ਕੇ ਮਨ ਦੀ ਤਹਿ ਵਿੱਚ ਬੈਠ ਜਾਈਦਾ ਹੈ। ਆਪਾ ਜੀਵਨ ਕਨੀ ਪਾ ਕੇ ਕਿ ਮਨ ਨੂੰ ਨਵੇਂ ਜਨਮ ਵਿੱਚ ਆ ਕੇ ਖੇੜਾ ਰਸ ਸਵਾਦ ਹਲਕਾਪਨ ਕਿਸੇ ਨਾ ਦਿਸਦੇ ਸੋਹਣੇ ਦੇ ਪਿਆਰ ਲਗਾਓ ਛੂਹ ਵਿੱਚ ਆਪੇ ਨੂੰ ਨਹੀਂ ਸੀ ਪ੍ਰਤੀਤ ਕਰਦਾ।
ਇਹਨਾਂ ਯਤਨਾਂ ਵਿੱਚ ਕਈ ਵੇਰ ਭਾਰੀ ਉਖੇੜ ਵੀ ਵੱਜ ਜਾਂਦੇ ਹਨ। ਸੋਚਾ ਸੋਚ ਕੇ ਮਨ ਜੋੜਨ ਵਾਲੇ ਤਾਂ ਇੱਕ ਛੂਣ ਜਿਹੀ ਨੂੰ ਟਿਕਾਊ ਸਮਝਦੇ ਹਨ ਅਤੇ ਕਿਰਿਆ ਯੋਗੀ ਤਾਂ ਰਤਾ ਉਕਾਈ ਖਾ ਕੇ ਰੋਗੀ ਹੋ ਜਾਂਦੇ ਸੈਂ ਜਾਂ ਸਿੱਧੀਆਂ ਵਿੱਚ ਫਸੇ ਨਾਟਕਾਂ ਚੇਟਕਾਂ ਵਿੱਚ ਰਹਿ ਜਾਂਦੇ ਸੈਂ ਤੇ ਕੋਈ ਇਸ ਤੋਂ ਅੱਗੇ ਲੰਘੇ ਵੀ ਤਾਂ ਮੰਨ ਲਓ ਕਿ ਉਹ ਮਾਇਆ ਤੋਂ ਛੁੱਟ ਕੇ ਸੁਤੰਤਰ ਪੁਰਖ ਬਣ ਜਾਵੇ ਤਾਂ ਪੁਰਖ ਵਿਸ਼ੇਸ਼ ਅਰਥਾਤ ਵਾਹਿਗੁਰੂ ਨਾਲ ਨਹੀਂ ਜੁੜ ਸਕਦੇ ਸਨ। ਤੀਸਰੇ ਇੱਕ ਭਗਤੀ ਮਾਰਗ ਵਾਲੇ ਟੁਰੇ ਇਹ ਮੂਰਤੀ ਪੂਜਾ ਵਿੱਚ ਫਸ ਕੇ ਰਹਿ ਗਏ। ਫਿਰ ਇਹਨਾਂ ਵਿੱਚ ਰਾਸਾਂ ਲੀਲਾਂ ਟੁਰ ਪਈਆਂ ਤੇ ਨਿਰੋਲ ਵਾਹਿਗੁਰੂ ਦੀ ਥੋੜ ਇਹਨਾਂ ਵਿੱਚ ਜਾਨ ਨਹੀਂ ਭਰਦੀ ਸੀ। ਰਸ ਸਵਾਦ ਅਕਹਿ ਖੇੜਾ ਅਰਥਾਤ ਆਪੇ ਦਾ ਸਾਈਂ ਵਿੱਚ ਮੇਲ ਤੇ ਉਸਦਾ ਜੀਵ ਦਾ ਅਸਰ ਪੈਦਾ ਨਹੀਂ ਸੀ ਹੁੰਦਾ। ਇਸ ਕਰਕੇ ਸ੍ਰੀ ਗੁਰੂ ਜੀ ਨੇ ਇੱਕ ਤਰੀਕਾ ਐਸਾ ਸਿਖਾਇਆ ਜਿਸ ਨਾਲ ਠੀਕ ਤੀਰ ਨਿਸ਼ਾਨੇ ਤੇ ਬੈਠੇ। ਇਸ ਨੂੰ ਅਸੀਂ ਪ੍ਰੇਮਾ ਭਗਤੀ ਆਖਦੇ ਹਾਂ। ਇਹ ਇੱਕ ਨਵਾਂ ਬ੍ਰਿਕਸ਼ ਹੈ ਪਰ ਇਸ ਵਿੱਚ ਸਾਰੀ ਤਰ੍ਹਾਂ ਦੇ ਯੋਗਾ ਦੇ ਉੱਤਮ ਅੰਗ ਆਉਂਦੇ ਹਨ। ਮਾਨੋ ਇੱਕ ਬ੍ਰਿਕਸ਼ ਨੂੰ ਜਾਨ ਪਾ ਕੇ ਹਰੀਆਂ ਭਰੀਆਂ ਸਾਖਾਂ ਲਾ ਕੇ ਸਤਿਗੁਰਾਂ ਨੇ ਫਲਦਾਰ ਤੇ ਫੁੱਲਦਾਰ ਕਰ ਦਿੱਤਾ ਹੈ। ਬਸੰਤ ਕੌਰ ਜਰਾ ਉਖੇਰੀ ਗੱਲ ਜਾਪਦੀ ਹੈ, ਕੁਝ ਸੌਖਾ ਕਰਕੇ ਸਮਝਾਓ ਨਾ ਜੀਓ, ਤਰੀਕਾ ਸਮਝਾਓ ਕਿੰਜ ਕੀਤਾ ਲੋੜੀਏ। ਹਿੰਮਤ ਸਿੰਘ ਸਾਰਿਆਂ ਤੋਂ ਉੱਚਾ ਤੇ ਸਭ ਗੁਣਾਂ ਤੋਂ ਪਰੇ ਵੀ ਪਰਮੇਸ਼ਰ ਹੈ। ਉਹ ਵਾਹਿਗੁਰੂ ਸਾਡਾ ਪਿਆਰਾ ਪਿਤਾ ਹੈ। ਸੋ ਉਸ ਨੂੰ ਸਦਾ ਮਿਹਰ ਕਰਨ ਵਾਲਾ, ਸਦਾ ਪ੍ਰੇਮ ਕਰਨ ਵਾਲਾ, ਪਤਿਤ ਪਾਵਨ ਜਾਣ ਕੇ ਉਸ ਨਾਲ ਪਿਆਰ ਕਰਨਾ, ਇਹ ਆਪਣੇ ਜੀਵਨ ਦਾ ਲਾਹਾ, ਜੀਵਨ ਦਾ ਪ੍ਰਯੋਜਨ ਸਮਝਣਾ, ਇਹ ਪਹਿਲਾ ਕਦਮ ਹੈ। ਜਦ ਇਹ ਪ੍ਰਯੋਜਨ ਸਮਝਿਆ ਅਰਥਾਤ ਇਹ ਕਿ ਪਰਮੇਸ਼ਰ ਪਿਆਰ ਸਰੂਪ ਹੈ ਔਰ ਸਾਡਾ ਪ੍ਰੀਤਮ ਹੈ, ਤਦ ਪਿਆਰੇ ਦੇ ਪਿਆਰ ਦਾ ਪਹਿਲਾ ਸਰੂਪ ਇਹ ਹੈ ਕਿ ਉਹ ਹਰ ਵੇਲੇ ਪਾਸ ਰਹੇ। ਜੇ ਕਦੇ ਪਿਆਰਾ ਪਾਸ ਨਾ ਹੋਵੇ ਤਦ ਫਿਰ ਮਨ ਤੋਂ ਕਦੇ ਨਹੀਂ ਵਿਸਰਦਾ। ਅਰਥਾਤ ਜਦ ਕਿਸੇ ਮਨੁੱਖ ਦੇ ਅੰਦਰ ਕਿਸੇ ਦਾ ਪਿਆਰ ਹੋਵੇ ਤਾਂ ਉਸਦੇ ਦੋ ਸਰੂਪ ਹਨ। ਪਹਿਲਾ, ਜੇ ਪਿਆਰਾ ਪਾਸ ਹੈ ਤਾਂ ਜੀ ਚਾਹੁੰਦਾ ਹੈ ਕਿ ਪਿਆਰਾ ਨਜ਼ਰ ਓਲੇ ਨਾ ਹੋਵੇ, ਤੇ ਦੂਸਰਾ, ਜੇ ਪਿਆਰਾ ਓਲੇ ਹੈ ਤਾਂ ਜੀ ਚਾਹੁੰਦਾ ਹੈ ਕਿ ਪਿਆਰਾ ਮਨੋਂ ਨਾ ਵਿਸਰੇ। ਸੋ ਪਤਾ ਲੱਗਾ ਕਿ ਵਿਛੋੜੇ ਵੇਲੇ ਜਾਂ ਵਿੱਥ ਵੇਲੇ ਪਿਆਰ ਦੀ ਪੱਕੀ ਨਿਸ਼ਾਨੀ ਯਾਦ ਜਾਂ ਸਿਮਰਨ ਹੈ। ਇਹ ਦੂਜੀ ਗੱਲ ਹੈ। ਸੋ ਜਦ ਅਸੀਂ ਇਸ ਪਾਸੇ ਲੱਗੇ ਤਾਂ ਪਹਿਲੇ ਵਾਹਿਗੁਰੂ ਪਿਆਰੇ ਦੇ ਹੋਣ ਦਾ, ਫਿਰ ਉਸਦੇ ਅੰਗ ਸੰਗ ਹੋਣ ਦਾ, ਫਿਰ ਸਾਨੂੰ ਪਿਆਰ ਵਾਲਾ ਹੋਣ ਦਾ ਚੇਤਾ ਰਹੇਗਾ। ਉਹ ਮਨ ਨੂੰ ਸਾਨੂੰ ਵਿਸਰੇਗਾ ਨਹੀਂ। ਬਸੰਤ ਕੌਰ ਪਰ ਅਸਾਂ ਉਸ ਨੂੰ ਡਿੱਠਾ ਨਹੀਂ ਨਾ ਹੋਇਆ। ਹਿੰਮਤ ਸਿੰਘ ਇਹੋ ਤਾਂ ਮੈਂ ਦੱਸਿਆ ਹੈ ਕਿ ਡਿੱਠਾ ਨਾ ਹੋਣ ਕਰਕੇ ਸਮਝ ਲਓ ਕਿ ਪਰਦੇਸ਼ ਹੈ, ਜਾਂ ਐਸਾ ਸਮਝ ਲਓ ਕਿ ਉਸਦਾ ਰੂਪ ਰੰਗ ਨਾ ਹੋਣ ਕਰਕੇ ਸਾਨੂੰ ਉਹ ਮਾਨੋ ਓਲੇ ਹੈ। ਉਂਝ ਤਾਂ ਨੇੜੇ ਹੈ ਪਰ ਦੀਂਦਾ ਨਹੀਂ, ਇਸ ਕਰਕੇ ਉਹ ਪਿਆਰਾ ਮਾਨੋ ਪਰਦੇਸ਼ ਹੈ, ਅਰਥਾਤ ਅਸੀਂ ਪਿਆਰੇ ਤੋਂ ਵਿਛੜੇ ਹੋਏ ਹਾਂ। ਹੁਣ ਸੋਚ ਲਓ ਕਿ ਜੇ ਸਾਡੇ ਅੰਦਰ ਪਿਆਰ ਹੋਵੇ ਤਾਂ ਪਿਆਰਾ ਸਾਨੂੰ ਆਪਣੇ ਦਿਲੋਂ ਭੁੱਲੇਗਾ ਨਹੀਂ। ਇਸੇ ਗੱਲ ਨੂੰ ਉਲਟ ਦਿਓ ਕਿ ਜੇ ਅਸੀਂ ਉਸ ਨੂੰ ਨਾ ਭੁੱਲੀਏ ਤਾਂ ਉਹ ਯਾਦ ਮਾਨੋ ਪਿਆਰ ਹੈ। ਤਾਂ ਤੇ ਯਾਦ ਵਿੱਚ ਰਹਿਣਾ, ਪਰਮੇਸ਼ਰ ਦੀ ਯਾਦ ਵਿੱਚ ਰਹਿਣਾ, ਉਸ ਨਾਲ ਪ੍ਰੇਮ ਕਰਨਾ ਹੈ ਕਿ ਉਹ ਹੈ, ਅੰਗ ਸੰਗ ਹੈ ਪਰ ਪਿਆਰ ਕਰਦਾ ਹੈ, ਇਉਂ ਉਸ ਨੂੰ ਯਾਦ ਰੱਖਣਾ, ਚਿੱਤ ਵਿੱਚ ਪ੍ਰੇਮ ਨੂੰ ਵਸਾਉਣਾ ਹੈ। ਬਸੰਤ ਕੌਰ ਕਿਸੇ ਹੋਰ ਤਰ੍ਹਾਂ ਸਮਝਾਓ ਨਾ। ਹਿੰਮਤ ਸਿੰਘ ਜੇ ਸਾਡੇ ਘਰ ਧਰੇਕ ਹੈ ਤਾਂ ਇਸ ਨੂੰ ਬੀਜ ਪਵੇਗਾ ਤ੍ਰਿਕੋਣਾ। ਜੇ ਸਾਡੇ ਪਾਸ ਤ੍ਰਿਕੋਣਾ ਹੈ, ਇਹ ਬੀਜ ਦੇਈਏ ਤਾਂ ਧਰੇਕ ਦਾ ਬੂਟਾ ਹੋ ਆਵੇਗਾ। ਇਸੇ ਤਰ੍ਹਾਂ ਜੇ ਪ੍ਰੇਮ ਸਾਡੇ ਅੰਦਰ ਲੱਗਾ ਹੋਇਆ ਹੈ ਤਾਂ ਉਸ ਦਾ ਸਰੂਪ ਕੀ ਹੈ? ਪ੍ਰੀਤਮ ਹਰਦਮ ਯਾਦ ਰਹਿੰਦਾ ਹੈ, ਤੇ ਜੇ ਅਸੀਂ ਕਿਸੇ ਦੀ ਲਗਾਤਾਰ ਯਾਦ ਅੰਦਰ ਵਸਾ ਲਈਏ ਤਾਂ ਇਹ ਯਾਦ ਪ੍ਰੇਮ ਬਣ ਜਾਏਗੀ। ਜੇ ਸਾਨੂੰ ਸਾਡਾ ਰੱਬ ਯਾਦ ਰਹਿਣ ਲੱਗ ਜਾਵੇ ਤਾਂ ਕਾਰਜ ਹੋ ਗਿਆ। ਜੇ ਯਾਦ ਨਾ ਰਹੇ ਤਾਂ ਫਿਰ ਉਸ ਦਾ ਨਾਮ ਜਪੀਦਾ ਹੈ। ਨਾਮ ਜਪਦਿਆਂ ਉਹ ਫਿਰ ਯਾਦ ਰਹਿਣ ਲੱਗ ਜਾਂਦਾ ਹੈ, ਜਾਂ ਇਉਂ ਕਹੋ ਕਿ ਮਨ ਵਿੱਚ ਵਸ ਜਾਂਦਾ ਹੈ। ਮਨ ਵਿੱਚ ਸਾਈਂ ਆਪਣੀ ਦੀ ਯਾਦ ਰੱਖਣਾ ਨਾਮ ਦਾ ਸਿਮਰਨ ਹੈ। ਸਿਮਰਨ ਕਰਦਿਆਂ ਉਸ ਨਾਲ ਜਾ ਮਿਲੀਦਾ ਹੈ, ਫਿਰ ਵਿੱਥ ਨਹੀਂ ਰਹਿੰਦੀ। ਇਹ ਸਾਰੀ ਗੱਲਬਾਤ ਨੂੰ ਨਾਮ ਆਖੀਦਾ ਹੈ। ਬਸੰਤ ਕੌਰ ਪਰ ਜੀ ਜੇ ਕੋਈ ਐਵੇਂ ਪਿਆਰ ਰਟੇ। ਹਿੰਮਤ ਸਿੰਘ ਭੋਲੀਏ, ਨਾਮ ਜਪਣਾ ਜਿਉਂਦੇ ਜਾਗਦੇ ਬੰਦੇ ਨੇ ਹੈ, ਕਿਸੇ ਨਿਰਜਿੰਦ ਕੋਲੋਂ ਚਰਖੇ ਨੇ ਤਾਂ ਨਹੀਂ ਨਾ ਜਪਣਾ। ਜੋ ਕੰਮ ਜਿੰਦ ਵਾਲਾ ਕਰੇਗਾ ਮਨ ਤੇ ਅਸਰ ਪਏਗਾ। ਜਦ ਕਿ ਅਸਾਂ ਸਮਝ ਕੇ ਨਾਮ ਜਪਣਾ ਹੈ ਕਿ ਇਹ ਸਿਮਰਨ ਬਣ ਜਾਵੇ ਤੇ ਸਿਮਰਨ ਪ੍ਰੇਮ ਬਣ ਜਾਵੇ ਤਾਂ ਸਾਡੀ ਨੀਅਤ ਮਨੋਰਥ ਨੂੰ ਪਾਵੇਗੀ। ਹਾਂ, ਜੋ ਪਖੰਡ ਲਈ ਕਰਦਾ ਹੈ ਉਹ ਵੱਖਰੀ ਗੱਲ ਹੈ। ਬਸੰਤ ਕੌਰ ਊਈ ਕੀਕਨ ਮੈਂ ਭੁਲੇਵਿਆਂ ਵਿੱਚ ਪੈ ਜਾਂਦੀ ਹਾਂ। ਭਲਾ ਜੀ ਰੱਬ ਜੀ ਨਾਲ ਪਿਆਰ ਕਿਉਂ ਨਹੀਂ ਪੈਂਦਾ? ਹਿੰਮਤ ਸਿੰਘ
ਇੱਕ ਨੁਕਤਾ ਹੋਰ ਵੀ ਹੈ। ਲੋਕਾਂ ਨੇ ਵਾਹਿਗੁਰੂ ਨੂੰ ਭੈ ਦਾਤਾ, ਨਾ ਬਖਸ਼ਣ ਵਾਲਾ ਤੇ ਕਰੜਾ ਹਾਕਮ ਜਾਣ ਰੱਖਿਆ ਹੈ। ਇਸੇ ਕਰਕੇ ਉਸ ਨਾਲ ਪਿਆਰ ਨਹੀਂ ਪੈਂਦਾ। ਗੁਰੂ ਜੀ ਨੇ ਉਸ ਨੂੰ ਨਿਰਭਉ ਨਿਰਵੈਰ ਬਖਸ਼ਿੰਦ ਪਿਤਾ ਭਰਾਤਾ ਸਖਾ ਮਿੱਤਰ ਵਾਂਗੂ ਸਦਾ ਪਿਆਰ ਕਰਨ ਵਾਲਾ ਤੇ ਪਤਿਤ ਪਾਵਨ ਦੱਸਿਆ ਹੈ। ਇਸ ਤਰ੍ਹਾਂ ਪਰਮੇਸ਼ਰ ਨੂੰ ਆਪੇ ਪ੍ਰੀਤ ਪ੍ਰੇਮ ਪਰਮੇਸ਼ਰ ਸਮਝਿਆ ਪਰਮੇਸ਼ਰ ਨਾਲ ਪਿਆਰ ਪੈਣ ਵਿੱਚ ਸੌਖ ਹੋ ਜਾਂਦਾ ਹੈ ਤੇ ਸਾਡਾ ਝੱਕ ਖੁੱਲ ਜਾਂਦਾ ਹੈ। ਅਸੀਂ ਪਿਆਰ ਸਰੂਪ ਤੋਂ ਝੱਕ ਡਰ ਸੰਗ ਨਾਲ ਜੇ ਦੂਰ ਰਹਿੰਦੇ ਹਾਂ, ਉਸ ਨੂੰ ਨੇੜੇ ਹੋ ਕੇ ਪਿਆਰ ਕਰਨ ਲੱਗ ਪੈਂਦੇ ਹਾਂ। ਅਰ ਇਸ ਭੈ ਕਰਕੇ ਕਿ ਉਹ ਕਰੜਾ ਹਾਕਮ ਹੈ, ਉਸ ਦੇ ਪ੍ਰੇਮ ਤੋਂ ਵਾਂਝੇ ਨਹੀਂ ਰਹਿ ਜਾਂਦੇ। ਬਸੰਤ ਕੌਰ, ਸਾਨੂੰ ਵਾਹਿਗੁਰੂ ਸਾਈਂ ਤੋਂ ਝੱਕ ਕਿਹਾ ਹੈ, ਮੈਂ ਨਹੀਂ ਸਮਝੀ। ਹਿੰਮਤ ਸਿੰਘ, ਉਹ ਇਹ ਗੱਲ ਹੈ ਕਿ ਪਰਮੇਸ਼ਰ ਨੂੰ ਅਸੀਂ ਭੈ ਦਾਤਾ, ਡਰਾਵਨਾ, ਬਦਲੇ ਲੈਣ ਵਾਲਾ ਜੇ ਸਮਝ ਬਹੀਏ ਤੇ ਆਪਣੇ ਔਗਣਾਂ ਨੂੰ ਅਸੀਂ ਜਾਣਦੇ ਹੀ ਹਾਂ, ਸੋ ਅੰਦਰ ਝੱਕ ਬਹਿ ਜਾਂਦਾ ਹੈ। ਸ਼ਰਮ ਆਉਂਦੀ ਹੈ ਉਸ ਅੱਗੇ ਅਰਦਾਸ ਕਰਦਿਆਂ, ਉਸ ਦਾ ਨਾਮ ਲੈਂਦਿਆਂ ਤੇ ਇਹ ਸਮਝਦਿਆਂ ਕਿ ਉਹ ਪਿਆਰ ਕਰੇਗਾ। ਮੰਨ ਲਓ ਕਿ ਸ਼ੇਰਨੀ ਨੂੰ ਮਨੁੱਖਾਂ ਵਾਲੀ ਸਮਝ ਮਿਲ ਜਾਵੇ, ਉਸ ਦਾ ਬੱਚਾ ਬਿਮਾਰ ਹੋ ਜਾਵੇ, ਦਾਰੂਆਂ ਨਾਲ ਵੱਲ ਨਾ ਹੋਵੇ, ਉਸ ਨੂੰ ਕੋਈ ਆਖੇ ਕਿ ਪਰਮੇਸ਼ਰ ਅੱਗੇ ਅਰਦਾਸ ਕਰ ਤਾਂ ਉਸ ਨੂੰ ਝੱਕ ਆਵੇਗਾ। ਪੁੱਛੋ ਤਾਂ ਕਹੇਗੀ ਕਿ ਮੈਂ ਪਰਮੇਸ਼ਰ ਦੇ ਅਨੇਕਾਂ ਜੀਵ ਘਾਤ ਕੀਤੇ ਹਨ। ਉਹ ਦੰਡਦਾਤਾ ਹੈ, ਕਰੜਾ ਨਿਆਂਕਾਰੀ ਹੈ, ਕੀਤੇ ਕਰਮਾਂ ਦੇ ਬਦਲੇ ਪੀੜ੍ਹੀਆਂ ਤੱਕ ਲੈਂਦਾ ਹੈ। ਮੈਂ ਕਿਸ ਮੂੰਹ ਉਸ ਅੱਗੇ ਅਰਦਾਸ ਕਰਾਂ? ਇਹ ਝੱਕ ਹੈ। ਤੇ ਜੇ ਸਾਨੂੰ ਸਮੱਤ ਹੋਵੇ ਕਿ ਪਰਮੇਸ਼ਰ ਇੱਕ ਵਿਆਪਕ ਤੇ ਚੇਤਨਾ ਸ਼ਕਤੀ ਹੈ ਤੇ ਉਹ ਸੁੱਧੀ ਨੇਕੀ ਹੈ ਤੇ ਉਹ ਪਿਆਰ ਹੈ, ਸਾਨੂੰ ਸਾਡੇ ਕਰਮ ਮਾਰਦੇ ਹਨ, ਉਸ ਦੇ ਨੇੜੇ ਗਿਆ ਸਾਨੂੰ ਉਹਦੀ ਠੰਡਕ ਪਿਆਰ ਦੀ ਛਾਂ ਮਿਲਦੀ ਹੈ ਤੇ ਆਪਣੇ ਕਰਮਾਂ ਦੇ ਸਾਰ ਠਰਦੇ ਹਨ। ਤਦ ਸਾਨੂੰ ਅਰਦਾਸ ਕਰਦਿਆਂ, ਨਾਮ ਜਪਦਿਆਂ, ਗੁਣ ਗਾਉਂਦਿਆਂ, ਸ਼ੁਕਰ ਕਰਦਿਆਂ ਝੱਕ ਨਹੀਂ ਆਵੇਗਾ। ਸਮਝੇ ਹੋ? ਬਸੰਤ ਕੌਰ, ਜੀ ਹਾਂ, ਸਵਾਦ ਆ ਗਿਆ। ਹਿੰਮਤ ਸਿੰਘ, ਸੋ ਜਦੋਂ ਅਸੀਂ ਉਸ ਨੂੰ ਪਿਆਰ ਦਾ ਸੋਮਾ ਸਮਝ ਲਿਆ ਤਾਂ ਪਹਿਲਾ ਕਦਮ ਇਹ ਸਿਰੇ ਚੜ ਗਿਆ ਕਿ ਜਨਮ ਮਰਨ ਦੇ ਵਿਛੜੇ ਨੂੰ ਪਰਮੇਸ਼ਰ ਦੇ ਸਦਬਖਸ਼ਾਂ ਤੇ ਸੁਦਾ ਪਿਆਰ ਹੋਣ ਦੀ ਢਾਰਸ ਹੋ ਗਈ। ਜਦ ਸਭ ਤੋਂ ਪਿਆਰੀ ਚੀਜ਼ ਪਿਆਰੀ ਲੱਗੀ, ਤਦ ਚਿੱਤ ਦੀ ਰੁਚੀ ਉਸਦੇ ਚਰਨਾਂ ਵੱਲ ਰੁਖ ਕਰ ਗਈ ਤੇ ਉਸ ਨਾਲ 8 ਪੈਰੀ ਲਗਾਓ ਅੰਦਰਲੇ ਦਾ ਹੋ ਗਿਆ। ਇਉਂ ਸਮਝੋ ਕਿ ਜਦੋਂ ਸਾਡਾ ਅੰਦਰਲਾ, ਸਾਡਾ ਆਪਾਂ ਸਾਈਂ ਦੀ ਯਾਦ ਦੇ ਲਗਾਓ ਵਿੱਚ ਰਹਿਣ ਲੱਗ ਪਿਆ ਤਾਂ ਪਰਮੇਸ਼ਰ ਜੀ ਨਾਲ ਜਾ ਲੱਗਾ। ਫਿਰ ਪਰਮੇਸ਼ਰ ਜੀ ਦੀ ਸੁਖ ਭਰੀ ਰੌਂ ਸਾਡੇ ਵਿੱਚ ਆਉਣ ਲੱਗ ਪਈ, ਅਰਥਾਤ ਸਾਡੇ ਪਿਆਰ ਉੱਪਰ ਉਸਦਾ ਪਿਆਰ ਟੁਰ ਪਿਆ। ਪ੍ਰੇਮ ਦਾ ਸਰੂਪ ਹੈ ਯਾਦ, ਯਾਦ ਦਾ ਫਲ ਹੈ ਪ੍ਰੇਮ। ਅਰਥਾਤ ਜੇ ਅੰਦਰ ਪ੍ਰੇਮ ਹੈ ਤਾਂ ਪਿਆਰਾ ਯਾਦ ਰਹਿੰਦਾ ਹੈ ਤੇ ਜੇ ਅੰਦਰ ਯਾਦ ਹੈ ਤਾਂ ਪਿਆਰੇ ਦਾ ਪਿਆਰ ਅੰਦਰ ਆ ਰਿਹਾ ਹੈ। ਪਿਆਰਾ ਅਸਲ ਵਿੱਚ ਕਦੇ ਦੂਰ ਨਹੀਂ ਸੀ, ਕੇਵਲ ਭੁੱਲ ਦੇ ਪਰਦੇ ਕਰਕੇ ਦੂਰ ਜਾਪਦਾ ਸੀ। ਭੁੱਲ ਹਿਉਮੇ ਤੋਂ ਪੈਂਦੀ ਹੈ, ਸੋ ਜਦ ਭੁੱਲ ਨੂੰ ਯਾਦ ਨੇ ਤੋੜਿਆ ਤਾਂ ਪਿਆਰਾ ਜੋ ਪਾਸ ਸੀ, ਪਾਸ ਹੀ ਮਿਲ ਪਿਆ। ਯਾਦ ਲਗਾਤਾਰ ਯਾਦ ਮੇਲ ਹੈ। ਜੇਕਰ ਸੱਜਣ ਸੱਜਣ ਦਾ ਅੰਗ ਪਾਲਦਾ ਹੈ, ਤਿਵੇਂ ਪਰਮੇਸ਼ਰ ਆਪਣੇ ਪਿਆਰੇ ਦਾ ਅੰਗ ਕਰਦਾ ਹੈ, ਪ੍ਰੇਮ ਕਰਦਾ ਹੈ। ਅਰਥਾਤ ਜਦ ਅਸੀਂ ਮਨ ਨੂੰ ਉਸ ਸਾਈਂ ਨਾਲ ਲਾਈ ਰੱਖਿਆ ਤਾਂ ਉਸਨੇ ਆਪਣਾ ਪਿਆਰ ਤੇ ਸੁਖ ਰਸ ਸਾਨੂੰ ਦੇਣਾ ਹੈ। ਫਿਰ ਸਾਡੇ ਦੁੱਖ ਦੂਰ ਹੋ ਜਾਣਗੇ। ਉਹ ਦੁੱਖ ਜੋ ਉਸ ਨਾਲ ਵਿਛੋੜੇ ਕਰਕੇ ਪਏ ਹਨ, ਨਾਲੇ ਉਹ ਦੁੱਖ ਜੋ ਜਗਤ ਵਿੱਚ ਸਾਨੂੰ ਵਾਪਰਦੇ ਹਨ, ਸਭ ਦੂਰ ਹੋਣਗੇ, ਕਿਉਂਕਿ ਉਹ ਸਾਡੇ ਨਾਲ ਅੰਗੀਕਾਰ ਕਰੇਗਾ, ਕਿਉਂਕਿ ਉਹ ਸਮਰੱਥ ਹੈ। ਇਸ ਸੰਸ਼ੇ ਦੀ ਲੋੜ ਹੀ ਨਹੀਂ ਕਿ ਸਵਾਰ ਸਕੇਗਾ ਕਿ ਨਹੀਂ, ਉਹ ਸਦਾ ਸਮਰੱਥ, ਸਦਾ ਸਵਾਰੇਗਾ। ਤਾਂ ਤੇ ਇਸ ਪ੍ਰੇਮ ਯੋਗ ਨਾਲ, ਯਾਦ ਦੁਆਰੇ ਸਾਈਂ ਨਾਲ ਜੁੜੇ ਰਹਿਣ ਨਾਲ, ਅਰਥਾਤ ਪਰਮੇਸ਼ਰ ਨਾਲ ਅੰਦਰੋਂ ਲੱਗੇ ਰਹਿਣ ਕਰਕੇ ਹੋਰਨਾਂ ਨਾਲ ਜੋ ਪਰਮੇਸ਼ਰ ਦੀ ਪ੍ਰੀਤ ਤੋਂ ਰੋਕਣ ਵਾਲੇ ਹਨ, ਆਪੇ ਮਨ ਵਿੱਚ ਵਿੱਥ ਪੈ ਜਾਵੇਗੀ। ਇਹ ਜੋ ਪਰਮੇਸ਼ਰ ਛੁੱਟ ਦੂਏ ਹਨ, ਇਹਨਾਂ ਨਾਲ ਵਿੱਥ ਦਾ ਨਾਮ ਹੀ ਵੈਰਾਗ ਹੈ। ਇਸ ਵੈਰਾਗ ਨਾਲ ਬਾਹਰਲੇ ਸੰਨਿਆਸ ਦੀ ਲੋੜ ਵੀ ਉੱਡ ਗਈ। ਸੁੱਖ ਦਾ ਰਸਤਾ ਤੇ ਸਾਈਂ ਦਾ ਰਾਹ ਜੋ ਅੱਗੇ ਖੁਸ਼ਕ ਤੇ ਖਤਰਿਆਂ ਵਾਲਾ ਸੀ, ਠੰਡਾ, ਸ਼ਾਨਦਾਰ, ਮਿੱਠਾ, ਰਸਦਾਰ ਤੇ ਪਿਆਰਾ ਬਣ ਗਿਆ। ਬਸੰਤ ਕੌਰ, ਹੁਣ ਸਮਝਿਆ ਇਸ ਅੰਦਰਲੇ ਦੇ ਸਾਈਂ ਨਾਲ ਲਗਾਤਾਰੀ ਲਗਾਓ ਲੱਗੇ ਰਹਿਣ ਨਾਲ ਹੋਰ ਸਾਰੇ ਗੁਣ ਆ ਜਾਣਗੇ ਤੇ ਸਾਰੇ ਫਲ ਲੱਗ ਪੈਣਗੇ। ਹਿੰਮਤ ਸਿੰਘ, ਹਾਂ, ਜਦ ਵਾਹਿਗੁਰੂ ਨਾਲ ਪ੍ਰੀਤ ਹੋਈ ਤਾਂ ਸੰਸਾਰ ਮਾੜਾ ਤੇ ਭੈੜਾ ਕਹਿਣ ਤੋਂ ਬਿਨਾਂ ਹੀ ਸੰਸਾਰ ਵਿੱਥ ਤੇ ਹੋ ਗਿਆ। ਅਰਥਾਤ ਮਨੁੱਖ ਜਗਤ ਦੇ ਕੰਮ ਕਰਦਿਆਂ ਹੋਇਆਂ ਇਸ ਦੀ ਕਾਲਖ ਵਿੱਚ ਫੇਰ ਫਸਦਾ ਨਹੀਂ, ਇਹ ਸੁੱਤੇ ਵਿਰਾਗ ਹੋ ਗਿਆ। ਪਰ ਨਾ ਘਰ-ਬਾਰ, ਇਸਤਰੀ, ਪਦਾਰਥ ਛੱਡਣੇ ਪਏ, ਨਾ ਬਣਾ ਵਿੱਚ ਜਾ ਕੇ ਦੁੱਖ ਭੋਗਣੇ ਪਏ, ਘਰ ਬੈਠਿਆਂ ਵਿਰਾਗ ਹੋ ਗਿਆ। ਇਸ ਤਰ੍ਹਾਂ ਸਮਝ ਲਓ ਕਿ ਜਦ ਅੰਦਰਲੇ ਦਾ ਰੁਖ ਜਾਂ ਝੁਕਾਓ ਜਾਂ ਲਗਨ ਪਰਮੇਸ਼ਰ ਵੱਲ ਰਹਿੰਦੀ ਹੈ
ਤਾਂ ਇਹ ਹੋਇਆ ਕਿ ਧਿਆਨ ਹੱਠ ਵਾਲਾ, ਮੂਰਤ ਬੰਨਣ ਵਾਲਾ ਧਿਆਨ ਨਾ, ਸਗੋਂ ਸਹਿਜ ਧਿਆਨ, ਜਿਉਂਦਾ ਜਾਗਦਾ, ਖਿੱਚ ਵਾਲਾ, ਪਿਆਰ ਵਾਲਾ ਧਿਆਨ ਰੱਬ ਵੱਲ ਲੱਗਾ ਰਿਹਾ। ਇਹ ਧਿਆਨ ਅੰਦਰਲੇ ਦਾ ਰੌਂ ਹੋਵੇਗਾ ਸਾਈਂ ਵੱਲ। ਤਵੱਜੋ ਕਹੋ, ਫਿਕਰ ਕਹੋ, ਖਿਆਲ ਦਾ ਰੌਂ ਕਹੋ, ਇਹ ਸਾਈ ਵੱਲ ਟੁਰਿਆ ਰਹੇਗਾ, ਜੋ ਲਗਾਤਾਰੀ ਹੋ ਕੇ ਲਿਵ ਖਵਾਵੇਗਾ। ਪ੍ਰੇਮ ਮੱਤੇ ਦਾ ਖਾਣਾ ਪੀਣਾ ਸੰਜਮ ਦਾ ਆਪੇ ਹੋ ਜਾਂਦਾ ਹੈ। ਮਨ ਦੇ ਵਿਕਾਰ ਤੇ ਐਬ ਪਿਆਰੇ ਦੇ ਪਿਆਰ ਕਰਕੇ ਆਪੇ ਛੁੱਟ ਜਾਂਦੇ ਹਨ। ਉਹ ਜਾਣਦਾ ਹੈ ਕਿ ਵਾਹਿਗੁਰੂ ਪਵਿੱਤਰ ਹੈ, ਉਸ ਨੂੰ ਮਾੜੇ ਕੰਮ ਪਸੰਦ ਨਹੀਂ ਹਨ, ਇਸ ਲਈ ਪਿਆਰੇ ਦੇ ਸੁਭਾਅ ਅਨੁਸਾਰ ਵਰਤਾਓ ਹੋਵੇ ਤਾਂ ਪਿਆਰੇ ਨੂੰ ਪ੍ਰਸੰਨ ਕਰਾਂਗੇ। ਨਾਮੀ ਪੁਰਖ ਨੂੰ ਨਾਮ ਜਪਦੇ ਅੰਦਰ ਇੱਕ ਸਫਾਈ, ਸਵੱਛਤਾਈ ਦਾ ਭਾਵ ਉਪਜਦਾ ਹੈ। ਆਪਣਾ ਅੰਦਰ ਆਪਣੇ ਆਪ ਨੂੰ ਸੋਹਣਾ ਲੱਗਦਾ ਹੈ। ਪਾਪ ਕਰਮਾਂ ਨਾਲ ਇਹ ਗੱਲ ਘਟਦੀ ਹੈ ਤੇ ਮੈਲ ਮੈਲ ਧੂੜ ਧੂੜਾ ਪੈਂਦੀ ਹੈ। ਇਹ ਮੈਲ ਮਾੜੀ ਲੱਗਦੀ ਤੇ ਪੀੜ ਦਿੰਦੀ ਜਾਪਦੀ ਹੈ। ਇਸ ਤੋਂ ਬਚਣ ਲਈ ਨਾਮ ਦਾ ਪ੍ਰੇਮੀ ਮਾੜੇ ਕਰਮਾਂ ਤੋਂ ਝਕਦਾ ਰੁਕਦਾ ਟਿਕਾਣੇ ਟਿਕ ਜਾਂਦਾ ਹੈ। ਸੋ ਆਪ ਤੋਂ ਆਪ ਬਿਨਾਂ ਦੁੱਖ ਪਾਏ ਦੇ ਸਾਰੇ ਸਾਧਨ ਸੁੱਖ ਨਾਲ ਹੁੰਦੇ ਜਾਂਦੇ ਹਨ। ਵਿਚਾਰ ਲਓ ਕਿ ਜਦੋਂ ਪ੍ਰੇਮੀ ਪਿਆਰ ਦੇ ਰੰਗ ਵਿੱਚ ਰੱਤੇ ਜਾਂਦੇ ਹਨ, ਸੁਰਤ ਸਦਾ ਚੜੀ ਰਹਿੰਦੀ ਹੈ। ਚੜੀ ਸੁਰਤ ਵਾਲਾ ਬਿਨਾਂ ਯਤਨ ਦੇ ਮਾੜੇ ਕਰਮਾਂ ਤੋਂ ਅਲੇਪ ਰਹਿੰਦਾ ਹੈ। ਵਿਰਾਗ ਉਸਦੇ ਅੰਗ ਸੰਗ ਵਿੱਚ ਹੁੰਦਾ ਹੈ, ਪਰ ਬੇਮਲੂਮ। ਹਰਦਮ ਲੱਗੇ ਰਹਿਣ ਕਰਕੇ ਅਭਿਆਸ ਉਸਦੀ ਰਗ ਰਗ ਵਿੱਚ ਵਸਦਾ ਹੈ, ਪਰ ਸਹਿਜ ਸੁਭਾਅ। ਉਸ ਪ੍ਰੇਮ ਦੇ ਮੱਤੇ ਨੂੰ ਗਿੜਾ ਘੱਟ ਆਉਂਦਾ ਹੈ, ਕਿਉਂਕਿ ਉਹ ਸਰੀਰ ਨੂੰ ਕਸ਼ਟ ਦੇਣ ਵਾਲੇ ਸਾਧਨ ਨਹੀਂ ਕਰ ਰਿਹਾ। ਪ੍ਰੇਮੀ ਜੜਤਾ ਵਿੱਚ ਨਹੀਂ ਢਹਿੰਦਾ, ਕਿਉਂਕਿ ਉਸਨੂੰ ਉਪਦੇਸ਼ ਇਹ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਸਿੱਧੀਆਂ ਨੂੰ ਧ੍ਰਿਗ ਧ੍ਰਿਗ ਕਰਕੇ ਇਹਨਾਂ ਵਿੱਚ ਫਸਦਾ ਨਹੀਂ, ਸਗੋਂ ਟੁਰੀ ਜਾਂਦਾ ਹੈ। ਸੋ ਇਸ ਮਾਰਗ ਦੇ ਟੁਰਨ ਵਾਲੇ ਦਾ ਆਚਰਣ ਉੱਚਾ ਤੇ ਸੁੱਚਾ ਹੋ ਜਾਂਦਾ ਹੈ। ਜੇ ਉਕਾਈ ਹੋ ਜਾਵੇ ਤਾਂ ਉਸ ਨੂੰ ਦੂਰ ਕਰਦਾ ਹੈ। ਉਹ ਉੱਚ ਜੀਵਨ ਦੀ ਪੱਕੀ ਨੀਂਹ ਸੁੱਚੇ ਆਚਰਣ ਦੀ ਬਣਾਉਂਦਾ ਹੈ। ਫਿਰ ਉਸ ਨੂੰ ਇੱਕ ਹੋਰ ਤਜਰਬਾ ਉਸਤਾਦ ਹੋ ਟੁਕਦਾ ਹੈ। ਉਸ ਨੂੰ ਮਾੜੇ ਕੰਮਾਂ ਦੇ ਕਰਨ ਨਾਲ ਜੋ ਉਦਾਸੀਆਂ ਦੁੱਖ ਹੁੰਦੇ ਹਨ, ਉਹ ਉਸ ਨੂੰ ਬੜੇ ਚੁਭਦੇ ਹਨ, ਕਿਉਂਕਿ ਉਹ ਮੈਲ ਪਾ ਕੇ ਅੰਦਰਲੇ ਰਸ ਨਾਲ ਵਿੱਥ ਪੈਦਾ ਕਰਦੇ ਹਨ। ਵਾਹਿਗੁਰੂ ਦਾ ਰਸ ਉਸ ਨੂੰ ਹੋਰਨਾਂ ਰਸਾਂ ਵਿੱਚ ਪੈਣ ਨਹੀਂ ਦਿੰਦਾ, ਕਿਉਂਕਿ ਹੋਰ ਰਸ ਇਸ ਤੋਂ ਫਿੱਕੇ ਹਨ। ਸੋ ਉੱਚੇ ਰਸ ਵਿੱਚ ਰੱਤਾ ਉਹ ਇਹਨਾਂ ਨੀਵੇਂ ਰਸਾਂ ਕਸਾਂ ਵਿੱਚ ਨਹੀਂ ਫਸਦਾ। ਇਸ ਤਰ੍ਹਾਂ ਇਹ ਗੁਰਮੁਖਾਂ ਦਾ ਗਾਡੀ ਰਾਹ ਬਹੁਤ ਸੁਆਦਲਾ, ਖਤਰੇ ਤੋਂ ਸਾਫ਼ ਤੇ ਸਿੱਧਾ ਪੱਧਰਾ ਖੇੜੇ ਵਾਲੇ ਸਾਈਂ ਦੇਸ਼ ਨੂੰ ਲੈ ਜਾਂਦਾ ਹੈ। ਬਸੰਤ ਕੌਰ, ਪਤੀ ਜੀ, ਜਿਸ ਰਸਤੇ ਵਿੱਚ ਪ੍ਰੇਮ ਨਹੀਂ, ਉਸ ਵਿੱਚ ਤਾਂ ਜਾਨ ਹੀ ਨਾ ਹੋਈ। ਭਲਾ ਜਿਸ ਵਾਹਿਗੁਰੂ ਵਿੱਚ ਚਿੱਤ ਨੂੰ ਲਾਉਣਾ ਹੈ, ਜੇ ਉਸ ਨਾਲ ਪ੍ਰੇਮ ਨਹੀਂ ਪਾਉਣਾ ਤਾਂ ਉਸਦੇ ਮਿਲਣ ਦੇ ਸਾਧਨਾਂ ਵਿੱਚ ਰਸ ਤੇ ਉਤਸ਼ਾਹ ਕਿੱਥੇ? ਹਿੰਮਤ ਸਿੰਘ, ਸਿੱਧੀ ਗੱਲ ਹੈ, ਜਦ ਚੇਤਨ ਆਤਮਾ ਨੇ ਚੇਤਨ ਵਾਹਿਗੁਰੂ ਨੂੰ ਮਿਲਣਾ ਹੈ ਤਾਂ ਉਸ ਦਾ ਮਿਲਾਪ ਕਿਸੇ ਚੇਤਨ ਸਾਧਨ ਬਿਨਾਂ ਕੀਕਣ ਹੋ ਸਕਦਾ ਹੈ। ਚੇਤਨ ਸਾਧਨ ਹੈ ਪ੍ਰੇਮ, ਜੋ ਪ੍ਰੇਮ ਤੋਂ ਬਿਨਾਂ ਮਿਲਾਪ ਹੀ ਕੀ ਹੈ। ਬਸੰਤ ਕੌਰ, ਠੀਕ ਹੈ ਜੀ, ਹਾਂ ਮੈਨੂੰ ਸਮਝ ਤਾਂ ਨਹੀਂ ਹੈ, ਪਰ ਮੋਟੀ ਜਿਹੀ ਗੱਲ ਆਪ ਦੇ ਕਥਨ ਤੋਂ ਸਮਝੇ ਪੈਂਦੀ ਹੈ ਕਿ ਜੇ ਇੱਕ ਤੀਵੀਂ ਤੇ ਇੱਕ ਪੁਰਖ ਕੋਲੋਂ ਕੋਲ ਬਹਾ ਦਿੱਤੇ ਜਾਣ ਤਦ ਉਸਦਾ ਨਾਉ ਮਿਲਾਪ ਤਾਂ ਨਹੀਂ ਹੈ। ਜੇ ਦੋਹਾਂ ਦੇ ਅੰਦਰੋਂ ਦਿਲ ਪਿਆਰ ਨਾਲ ਖਿੱਚੇ ਹੋਏ ਹੋਣ ਤਦ ਪ੍ਰੇਮ ਹੈ, ਤਦ ਮਿਲਾਪ ਹੈ। ਇਸ ਤਰ੍ਹਾਂ ਬਿਨਾਂ ਪ੍ਰੇਮ ਦੀ ਲਗਨ ਦੇ ਵਾਹਿਗੁਰੂ ਦਾ ਮਿਲਾਪ ਤੇ ਉਸਦਾ ਸਾਧਨ ਇੱਕ ਖੁਸ਼ਕ ਕੰਮ ਹੈ। ਅਰ ਮੇਰੇ ਜਾਣੇ ਜੇ ਬੇਅਦਬੀ ਨਾ ਹੋਵੇ ਤਾਂ ਮੁਰਦਾ ਸਾਧਨ ਹੈ, ਜਿਸ ਵਿੱਚ ਜਿੰਦ ਜਾਨ ਜਾਂ ਰੂਹ ਨਹੀਂ ਹੈ। ਉਹ ਸਾਡੇ ਗਿਆਨ ਦਾ ਵਿਸ਼ਾ ਤਾਂ ਨਹੀਂ ਨਾ ਬਣ ਸਕਦਾ, ਅਰਥਾਤ ਉਹ ਸਾਡੀਆਂ ਅੱਖਾਂ ਅੱਗੇ ਜਾਂ ਮਨ ਅੱਗੇ ਮੂਰਤ ਧਾਰ ਕੇ ਤਾਂ ਖਲਾ ਨਹੀਂ ਹੈ ਨਾ। ਹਿੰਮਤ ਸਿੰਘ, ਠੀਕ ਹੈ, ਇਸ ਨਾਮ ਤੋਂ ਬਿਨਾਂ ਨਿਰੇ ਗੱਲਾਂ ਸਿੱਖੇ ਹੋਏ ਲੋਕ ਬਹੁਤ ਟਪਲੇ ਖਾਂਦੇ ਤੇ ਦਿੰਦੇ ਹਨ। ਉਹ ਖਿਆਲ ਕਰਦੇ ਹਨ ਕਿ ਬਸ ਇਉਂ ਜਾਣ ਲਿਆ ਕਿ ਮੈਂ ਤੇ ਪਰਮੇਸ਼ਰ ਜਾਗਤੀ ਜੋਗਤ ਹਾਂ, ਕਲਿਆਣ ਹੈ। ਪਰ ਗਿਆਨ ਤਾਂ ਹੈ ਜਾਣ ਲੈਣਾ ਤੇ ਪ੍ਰੇਮ ਹੈ ਪਾ ਲੈਣਾ। ਗਿਆਨ ਨਾਲ ਪਾਇਆ ਤਾਂ ਨਹੀਂ ਜਾਂਦਾ, ਕਿਉਂਕਿ ਸੋਚਣਾ ਜਾਣਨਾ ਤਾਂ ਮਨ ਦੇ ਧਰਮ ਹਨ। ਮਨ ਦਾ ਜਾਣਨਾ ਤਾਂ ਹੱਦਬੰਦੀ ਵਾਲਾ ਗਿਆਨ ਹੈ। ਨਾਮ ਦੇ ਅਭਿਆਸ ਨਾਲ ਮਨ ਦਾ ਰੁਖ ਪਲਟੇ, ਜੋ ਬਾਹਰ ਨੂੰ ਦੇਖਦਾ ਹੈ ਅੰਦਰ ਨੂੰ ਉਲਟੇ, ਤਾਂ ਆਪਣਾ ਟਿਕਿਆ ਹੋਇਆ ਆਪਾ ਸਾਈਂ ਨੂੰ ਅਨੁਭਵ ਕਰੇ, ਅਰਥਾਤ ਅਸਲੀ ਗਿਆਨ ਨੂੰ ਪਾਵੇ, ਜੋ ਗਿਆਨ ਕੀ ਆਤਮਾ ਦਾ ਗਿਆਨ ਹੈ। ਉਹ ਜਾਣਨਾ ਮਾਤਰ ਤਾਂ ਨਹੀਂ, ਉਹ ਤਾਂ ਤਤ ਦਾ ਪਰਮ ਤਤ ਨੂੰ ਮਿਲ ਪੈਣਾ ਹੈ। ਜੈਸੇ ਮਹਾਵਾਕ ਹੈ, ਤੰਤੇ ਕੋ ਪਰਮ ਤੰਤ ਮਿਲਾਇਆ, ਨਾਨਕ ਸਰਨ ਤੁਮਾਰੀ। ਸਾਈਂ ਦ੍ਰਿਸ਼ਟਮਾਨ ਨਹੀਂ ਨਾ, ਦ੍ਰਿਸ਼ਟਮਾਨ ਤਾਂ ਸਤਿਗੁਰੂ ਨੇ ਮਿਥਿਆ ਕਿਹਾ ਹੈ ਤੇ ਉਹ ਸਤ ਹੈ। ਬਸੰਤ ਕੌਰ, ਕਿਸੇ ਮੋਟੀ ਤਰ੍ਹਾਂ ਸਮਝਾਓ ਨਾ। ਹਿੰਮਤ ਸਿੰਘ, ਜਿਵੇਂ ਮਾਂ ਬੈਠੀ ਹੈ, ਉਸਦੀ ਗੋਦ ਵਿੱਚ ਬੱਚਾ ਬੈਠਾ ਹੈ, ਸਾਹਮਣੇ ਖਿਡੌਣੇ ਪਏ ਹਨ, ਬੱਚਾ ਖਿਡੌਣੇ ਦੇਖ ਕੇ ਉਹਨਾਂ ਵਿੱਚ ਮੋਹਿਤ ਤੇ ਮਸਤ ਬੈਠਾ ਹੈ।
ਉਸ ਨੂੰ ਮਾਂ ਦਾ ਚੇਤਾ ਵੀ ਨਹੀਂ ਰਿਹਾ। ਖਿਡੌਣੇ ਦ੍ਰਿਸ਼ਟਮਾਨ ਹਨ, ਬੱਚਾ ਦ੍ਰਿਸ਼ਟਾ ਹੈ। ਹੁਣ ਬੱਚੇ ਦੀ ਸੁਰਤ ਨੂੰ ਖਿਡੌਣਿਆਂ ਵਿੱਚੋਂ ਕੱਢ ਦਈਏ, ਪਿਛਲੇ ਪਾਸੇ ਉਲਟਾਈਏ ਤਾਂ ਉਸ ਨੂੰ ਸੋਝ ਹੀ ਆਵੇ ਕਿ ਮਾਂ ਹੈ, ਮੈਨੂੰ ਪਿਆਰ ਕਰ ਰਹੀ ਹੈ ਤੇ ਮੈਂ ਉਸ ਦੀ ਗੋਦ ਵਿੱਚ ਬੈਠਾ ਹਾਂ। ਮੇਰੀ ਪਿੱਠ ਉਸ ਦੇ ਨਾਲ ਲੱਗ ਕੇ ਸੁੱਖ ਲੈ ਰਹੀ ਹੈ। ਉਸ ਨੂੰ ਮਾਂ ਦਾ ਹੁਣ ਗਿਆਨ ਹੋਇਆ ਹੈ। ਇਹ ਗਿਆਨ ਉਸ ਤਰ੍ਹਾਂ ਦਾ ਤਾਂ ਨਹੀਂ ਨਾ ਕਿ ਜਿਸ ਤਰ੍ਹਾਂ ਨਾਲ ਕਿ ਉਸ ਨੂੰ ਖਿਡੌਣਿਆਂ ਦਾ ਹੋ ਰਿਹਾ ਸੀ। ਇਸ ਤੋਂ ਸਮਝ ਲਓ ਕਿ ਪਰਮੇਸ਼ਰ ਦਾ ਗਿਆਨ ਖਿਡੌਣਿਆਂ ਦੇ ਗਿਆਨ ਵਰਗਾ ਨਹੀਂ, ਪਰ ਬੱਚੇ ਨੂੰ ਖਿਡੌਣਿਆਂ ਤੋਂ ਪਰਤ ਕੇ ਪਿਛਲੇ ਪਾਸੇ ਪ੍ਰਾਪਤ ਹੋਏ ਮਾਂ ਦੇ ਗਿਆਨ ਵਰਗਾ ਗਿਆਨ ਹੈ। ਇੱਕ ਹੋਰ ਤਰ੍ਹਾਂ ਸਮਝੋ। ਬਸੰਤ ਕੌਰ, ਉਹ ਕੀਕਨ। ਹਿੰਮਤ ਸਿੰਘ, ਜੀਕਰ ਨਜ਼ਰ ਸਭ ਕੁਝ ਦੇਖਦੀ ਹੈ ਪਰ ਆਪਣੇ ਆਪ ਨੂੰ ਹੋਰਨਾਂ ਪਦਾਰਥਾਂ ਵਾਂਗੂ ਅੱਖਾਂ ਦੇ ਸਾਹਮਣੇ ਕਰਕੇ ਤਾਂ ਨਹੀਂ ਨਾ ਦੇਖ ਸਕਦੀ। ਨਜ਼ਰ ਤਾਂ ਆਪੇ ਅਨੁਭਵ ਕਰਦੀ ਹੈ ਕਿ ਮੈਂ ਦੇਖਣਹਾਰ ਹਾਂ। ਇਸ ਕਰਕੇ ਨਜ਼ਰ ਦਾ ਗਿਆਨ ਤਾਂ ਦੇਖਣ ਵਾਲੇ ਨੂੰ ਆਪਣੀ ਦੇਖਣਹਾਰੀ ਦਸ਼ਾ ਵਿੱਚ ਹੈ। ਸੋ ਇਸੇ ਤਰ੍ਹਾਂ ਪ੍ਰਿਆ ਜੀ ਪਹਿਲੇ ਆਪਣੇ ਸਰੂਪ ਦਾ ਟਿਕਾਊ ਹੁੰਦਾ ਹੈ। ਇੱਥੇ ਯੋਗ ਵਾਲੇ ਅਟਕ ਜਾਂਦੇ ਹਨ, ਪਰ ਗੁਰੂ ਜੀ ਦੱਸਦੇ ਹਨ ਕਿ ਸਾਡਾ ਆਪਾ ਜੋ ਇਉਂ ਟਿਕਿਆ ਹੈ, ਇਸ ਦੇ ਪਿੱਛੇ ਕੋਈ ਹੋਰ ਦੇਖਣਹਾਰ ਹੈ। ਬਸੰਤ ਕੌਰ, ਮੋਟਾ ਕਰਕੇ ਦੱਸੋ। ਹਿੰਮਤ ਸਿੰਘ, ਤੁਸੀਂ ਇੱਕ ਮੂਰਤ ਨੂੰ ਤੱਕ ਰਹੇ ਹੋ। ਤੁਹਾਡੀ ਅੱਖ ਦੇਖ ਰਹੀ ਹੈ, ਪਰ ਤੁਸੀਂ ਆਪਣੀ ਅੱਖ ਨਹੀਂ ਦੇਖ ਰਹੇ ਹੋ। ਉਂਝ ਅਨੁਭਵ ਕਰ ਰਹੇ ਹੋ ਕਿ ਅੱਖ ਹੈ। ਹੁਣ ਅੱਖ ਦ੍ਰਿਸ਼ਟਾ ਹੈ, ਮੂਰਤ ਦ੍ਰਿਸ਼ਟਮਾਨ ਹੈ। ਤੁਸੀਂ ਮੂਰਤ ਛੱਡ ਕੇ ਆਪੇ ਵਿੱਚ ਟਿਕ ਗਏ। ਜੋਗ ਇੱਥੇ ਬਸ ਹੈ। ਗੁਰੂ ਜੀ ਕਹਿੰਦੇ ਹਨ ਕਿ ਅੱਖ ਦੇ ਮਗਰ ਤੁਹਾਡਾ ਆਪਣਾ ਆਪਾ ਹੈ, ਜੋ ਨਜ਼ਰ ਸ਼ਕਤੀ ਨੂੰ ਅੱਖ ਵਿੱਚ ਭੇਜ ਕੇ ਅੱਖਾਂ ਨੂੰ ਦ੍ਰਿਸ਼ਟਮਾਨ ਦਾ ਦੇਖਣਹਾਰ ਬਣਾਉਂਦਾ ਹੈ, ਪਰ ਆਪ ਉਹ ਉਸ ਦੇ ਵੀ ਪਿੱਛੇ ਦੇਖਣਹਾਰ ਹੈ। ਅਰਥਾਤ ਸਾਡਾ ਆਪਾ ਜਗਤ ਦਾ ਦੇਖਣਹਾਰ ਹੈ ਤੇ ਸਾਡੇ ਪਿੱਛੇ ਸਾਡਾ ਤੇ ਜਗਤ ਦਾ ਦੇਖਣਹਾਰ ਅਕਾਲ ਪੁਰਖ ਹੈ। ਗੁਰੂ ਜੀ ਨੇ ਇਸੇ ਤਰ੍ਹਾਂ ਸਾਡੇ ਆਪੇ ਨੂੰ ਤਤ ਤੇ ਵਾਹਿਗੁਰੂ ਦੇ ਆਪੇ ਨੂੰ ਪਰਮ ਤਤ ਕਹਿ ਕੇ ਦੋਹਾਂ ਦੇ ਮਿਲਾਪ ਨੂੰ ਮਿਲਾਪ ਕਿਹਾ ਹੈ। ਸੋ ਅਸਾਂ ਸਿਮਰਨ ਦੁਆਰਾ ਦ੍ਰਿਸ਼ਟਮਾਨ ਤੋਂ ਉੱਠ ਕੇ ਆਪੇ ਵਿੱਚ ਟਿਕਣਾ ਹੈ ਤੇ ਆਪੇ ਨੂੰ ਪਰਮ ਆਪੇ ਨਾਲ ਮੇਲਣਾ ਹੈ। ਤੇ ਇਹ ਮਿਲਾਪ ਕਹੋ ਜਾਂ ਅਨੁਭਵ ਗਿਆਨ ਕਹੋ, ਉਸੇ ਤਰ੍ਹਾਂ ਦਾ ਨਹੀਂ ਹੈ ਕਿ ਜਿਸ ਤਰ੍ਹਾਂ ਦਾ ਬੱਚਾ ਖਿਡੌਣਾ ਦੇਖ ਰਿਹਾ ਹੈ, ਸਗੋਂ ਇਸ ਤਰ੍ਹਾਂ ਦਾ ਹੈ ਕਿ ਜਿਵੇਂ ਉਹ ਜਾਣਦਾ ਹੈ ਕਿ ਮੇਰੀ ਨਜ਼ਰ ਹੈ ਤੇ ਉਹ ਜਾਣ ਲੈਂਦਾ ਹੈ ਕਿ ਮੈਂ ਮਾਂ ਦੀ ਗੋਦ ਵਿੱਚ ਬੈਠਾ ਹਾਂ, ਚਾਹੇ ਮਾਂ ਪਿਛਲੇ ਪਾਸੇ ਹੈ, ਨੈਣਾਂ ਦੇ ਸਾਹਮਣੇ ਨਹੀਂ। ਇਸ ਕਰਕੇ ਗੁਰੂ ਜੀ ਨੇ ਮਨ ਮਾਤਰ ਨਾਲ ਜਾਣ ਲੈਣ ਨੂੰ ਨਹੀਂ, ਪਰ ਨਾਮ ਦੁਆਰਾ ਮਿਲ ਪੈਣ ਨੂੰ ਈਸ਼ਵਰ ਪ੍ਰਾਪਤੀ ਆਖਿਆ ਹੈ। ਬਸੰਤ ਕੌਰ, ਅਸਲ ਗੱਲ ਜਰਾ ਹੋਰ ਸੌਖੀ ਕਰਕੇ ਸਮਝਾਓ। ਹਿੰਮਤ ਸਿੰਘ, ਇਹ ਸਾਡਾ ਆਪਾ ਅੰਸ਼ ਹੈ ਉਸ ਚੇਤਨ ਦੀ ਜਿਸ ਨੂੰ ਪਰਮੇਸ਼ਰ ਆਖਦੇ ਹਨ। ਉਸ ਚੇਤਨ ਦਾ ਸਰੂਪ ਪ੍ਰੇਮ ਹੈ, ਇੰਜ ਅੰਸ਼ ਦਾ ਸਰੂਪ ਵੀ ਪ੍ਰੇਮ ਹੈ। ਵਿਛੋੜਾ ਇਸ ਗੱਲ ਵਿੱਚ ਹੈ ਕਿ ਇਹ ਅੰਸ਼ ਦ੍ਰਿਸ਼ਟਮਾਨ ਦੇ ਪ੍ਰੇਮ ਵਿੱਚ ਫਸ ਗਈ ਹੈ। ਇਸ ਕਰਕੇ ਆਪਣੇ ਕਾਰਨ ਆਪਣੇ ਮਾਲਕ ਪ੍ਰੇਮ ਸਰੂਪ ਦ੍ਰਿਸ਼ਟੇ ਤੋਂ ਵਿਛੜ ਗਈ ਹੈ। ਹੁਣ ਮੁਰਦੇ ਸਾਧਨ ਪ੍ਰੇਮ ਦੀ ਸ਼ਕਤੀ, ਪ੍ਰੇਮ ਦੀ ਰੂਹ ਤੇ ਤਰਾਣ ਵਾਲਿਆਂ ਨੂੰ ਕੀਕਣ ਮਿਲਾ ਸਕਦੇ ਹਨ। ਅਸੀਂ ਚਾਹੁੰਦੇ ਹਾਂ ਕਿ ਆਪਣੇ ਕਾਰਨ ਨੂੰ ਪ੍ਰਾਪਤ ਹੋਵੀਏ, ਤਦ ਸਾਫ਼ ਗੱਲ ਇਹ ਹੈ ਕਿ ਸਾਡੇ ਪ੍ਰੇਮ ਦਾ ਵੇਗ ਜੋ ਦ੍ਰਿਸ਼ਟਮਾਨ ਵੱਲ ਹੋ ਗਿਆ ਹੈ, ਉਸ ਨੂੰ ਵਾਹਿਗੁਰੂ ਵੱਲ ਲਾ ਦੇਈਏ। ਦੋਹਾਂ ਵਿੱਚ ਪ੍ਰੇਮ ਦਾ ਗੁਣ ਹੈ ਜਾਂ ਦੋਹਾਂ ਦਾ ਅਸਲ ਸਰੂਪ ਪ੍ਰੇਮ ਹੈ। ਜਦ ਸਜਾਤੀ ਤੇ ਸਜਾਤੀ ਵਸਤਾਂ ਜਿਨ੍ਹਾਂ ਦਾ ਸਰੂਪ ਖਿੱਚ ਹੈ ਆਮੋ ਸਾਹਮਣੇ ਆਉਂਦੀਆਂ ਹਨ, ਤਦ ਉਹ ਖਿੱਚ ਉਹਨਾਂ ਨੂੰ ਮੇਲ ਦਿੰਦੀ ਹੈ। ਤੇ ਪਰਮ ਉੱਤਮ ਕੰਮ ਇਹ ਹੈ ਕਿ ਆਪਣੇ ਪ੍ਰੇਮ ਦੇ ਪ੍ਰਵਾਹ ਨੂੰ ਜੋ ਜਗਤ ਵਿੱਚ ਖਿਚਿਤ ਹੋ ਕੇ ਪਰਮੇਸ਼ਰ ਤੋਂ ਵਿਛੜ ਗਿਆ ਹੈ, ਮੋੜ ਕੇ ਪਰਮੇਸ਼ਰ ਵੱਲ ਲਗਾ ਦਈਏ। ਇਹ ਸਾਈਂ ਮਿਲਾਪ ਦਾ ਸਿੱਧਾ ਤੇ ਜਿਉਂਦਾ ਸਾਧਨ ਹੈ। ਬਸੰਤ ਕੌਰ, ਬਹੁਤ ਬਰੀਕ ਗੱਲਾਂ ਹਨ, ਆਪਨੇ ਬਹੁਤ ਸਾਫ਼ ਕਰਕੇ ਸਮਝਾਈਆਂ ਹਨ, ਪਰ ਮੇਰੀ ਬੁੱਧ ਮੋਟੀ ਹੈ, ਇਸ ਕਰਕੇ ਆਪ ਨੂੰ ਸੁਣ ਲਵਾਂ ਕਿ ਠੀਕ ਸਮਝ ਆਈ ਹੈ ਕਿ ਨਹੀਂ। ਵਾਹਿਗੁਰੂ ਆਪ ਪਰਮੇਸ਼ਰ ਦਾ ਸਰੂਪ ਹੈ। ਦੂਸਰਾ, ਇਹ ਜੀਵ ਉਸ ਦੀ ਅੰਸ਼ ਹੈ, ਇਸ ਕਰਕੇ ਇਸ ਵਿੱਚ ਵੀ ਪ੍ਰੇਮ ਹੈ। ਤੀਸਰਾ, ਇਸ ਨੇ ਆਪਣੇ ਇਸ ਗੁਣ ਨੂੰ ਦੁਨੀਆ ਦੇ ਵਿੱਚ ਲਾ ਲਿਆ ਹੈ। ਚੌਥਾ, ਇੱਧਰ ਲੱਗਣ ਕਰਕੇ ਇਸ ਦੀ ਅੰਦਰਲੀ ਪਿਆਰ ਵਾਲੀ ਤਾਕਤ ਦ੍ਰਿਸ਼ਟਮਾਨ ਦੇ ਪਿਆਰ ਵਿੱਚ ਲੱਗ ਰਹੀ ਹੈ। ਪੰਜਵਾਂ, ਤੇ ਆਪਣੇ ਕਾਰਨ ਵਾਹਿਗੁਰੂ ਦੇ ਪ੍ਰੇਮ ਸਰੂਪ ਤੋਂ ਵਿਛੜ ਰਹੀ ਹੈ। ਛੇਵਾਂ, ਹੁਣ ਜੇ ਇਸ ਦੇ ਸੁਭਾਅ ਨੂੰ ਜੋ ਪੁੱਠਾ ਹੋ ਗਿਆ ਹੈ ਫਿਰ ਅਸਲ ਪਾਸੇ ਵੱਲ ਮੋੜ ਦਈਏ ਕਿ ਭੁੱਲ ਵਿੱਚ ਰਹਿਣ ਦੀ ਥਾਂ ਪਰਮੇਸ਼ਰ ਨਾਲ ਪਿਆਰ ਕਰਨ ਵਿੱਚ ਅਰਥਾਤ ਉਸ ਦੀ ਯਾਦ ਵਿੱਚ ਲਾ ਦਈਏ, ਤਦ ਸੁਭਾਅ ਸਿੱਧਾ ਹੋ ਜਾਵੇਗਾ। ਜੇਕਰ ਸੰਸਾਰ ਦੀਆਂ ਲੋੜਾਂ ਪੈਣ ਤਦ ਅਸੀਂ ਡਾਢੇ ਉਦਾਸ ਹੁੰਦੇ ਹਾਂ
ਤੇ ਉਹਨਾਂ ਨਿਮਿਤ ਤਰਲੇ ਲੈਂਦੇ ਹਾਂ, ਇਹ ਸਾਡੇ ਮੋਹ ਦੇ ਕਾਰਨ ਸਾਥੋਂ ਯਤਨ ਹੁੰਦੇ ਹਨ। ਜੇ ਅਸੀਂ ਸਤਸੰਗੀ ਵੀ ਹੋਈਏ ਤਾਂ ਪ੍ਰਾਰਥਨਾ ਕਰਦੇ ਹਾਂ ਕਿ ਹੇ ਭਗਵੰਤ ਜੀ, ਮੇਰਾ ਬਾਲ ਰਾਜੀ ਹੋ ਜਾਏ, ਮੇਰੀ ਭੌਂ ਬਹੁਤੀ ਦਾਣੇ ਦੇਵੇ। ਇਸ ਵਿੱਚ ਵੀ ਅਸੀਂ ਪਰਮੇਸ਼ਰ ਦੇ ਨੇੜੇ ਤਾਂ ਹੋਏ, ਪਰ ਉਸ ਨੂੰ ਹਜੇ ਕੁਝ ਓਪਰਾ ਤੇ ਇਹਨਾਂ ਚੀਜ਼ਾਂ ਨੂੰ ਕੁਝ ਵਧੇਰੇ ਆਪਣਾ ਜਾਣ, ਉਸ ਤੋਂ ਆਪਣੀਆਂ ਚੀਜ਼ਾਂ ਦਾ ਸੁੱਖ ਤੇ ਵਾਧਾ ਮੰਗਦੇ ਹਾਂ। ਤੇ ਜੇ ਅਸੀਂ ਸੰਸਾਰ ਦੇ ਮੋਹ ਵਿੱਚ ਨਾ ਹੋਈਏ ਤਾਂ ਅਸੀਂ ਭਗਵੰਤ ਜੀ ਨੂੰ ਪਿਆਰ ਕਰੀਏ ਤੇ ਜੋ ਕੁਝ ਹੋਵੇ ਆਪਣੇ ਪਿਆਰੇ ਦੀ ਮਰਜ਼ੀ ਜਾਣ ਕੇ ਪ੍ਰਸੰਨ ਹੋਵੀਏ। ਭਾਈ ਇਹ ਸੰਸਾਰ ਤਾਂ ਸਦਾ ਲਈ ਆਪਣਾ ਨਹੀਂ ਹੈ ਤੇ ਇਸ ਵਿੱਚ ਜੋ ਕੁਝ ਹੋ ਰਿਹਾ ਹੈ ਸਾਡੇ ਪਿਆਰੇ ਦਾ ਚੋਜ ਹੈ। ਤਾਂ ਤੇ ਪਿਆਰਾ ਜੋ ਕੁਝ ਕਰਦਾ ਹੈ ਚੰਗਾ ਕਰਦਾ ਹੈ, ਇਉਂ ਅਸੀਂ ਪਿਆਰੇ ਨਾਲ ਜੁੜ ਜਾਂਦੇ ਹਨ। ਇਹੋ ਹੁਕਮ ਰਜਾਈ ਚੱਲਣਾ ਹੈ ਪਤੀ ਜੀ, ਮੇਰੀ ਸਮਝ ਵਿੱਚ ਤਾਂ ਇਸ ਤਰ੍ਹਾਂ ਕੁਛ ਆਇਆ ਹੈ। ਹਿੰਮਤ ਸਿੰਘ, ਠੀਕ ਹੈ। ਬਸੰਤ, ਪਰੰਤੂ ਇੱਕ ਸੰਸਾ ਹੈ, ਤ੍ਰੀਮਤਾਂ ਗਾਉਂਦੀਆਂ ਹੁੰਦੀਆਂ ਹਨ, ਵੇ ਢੋਲਾ ਨੈ ਨਾ ਲੱਗਦੇ ਜੋਰੀ ਤੇ ਪੁੱਛ ਨਾ ਪੈਂਦੇ ਮਾਮਲੇ। ਸੋ ਇਹ ਜੋ ਵਾਹਿਗੁਰੂ ਜੀ ਨਾਲ ਪ੍ਰੇਮ ਕਰਨਾ ਹੈ ਅਰਥਾਤ ਨੇਹੂ ਲਾਉਣਾ ਹੈ, ਇਹ ਜੋਰੀ ਕਿਕਣ ਲੱਗ ਸਕਦਾ ਹੈ। ਦਿਸਣ ਵਾਲੀਆਂ ਚੀਜ਼ਾਂ ਵਿੱਚ ਤਾਂ ਉਹਨਾਂ ਚੀਜ਼ਾਂ ਦੀ ਸੁੰਦਰਤਾ ਅਰ ਫਬਮੀ ਨੁਹਾਰ ਗੁਣ ਆਦਿਕ ਮਨ ਨੂੰ ਮੋਹ ਲੈਂਦੇ ਹਨ ਤੇ ਨੇਹੋਂ ਲੱਗ ਜਾਂਦਾ ਹੈ। ਜਿਸ ਭਗਵੰਤ ਜੀ ਨੂੰ ਡਿੱਠਾ ਨਹੀਂ ਹੈ, ਜਿਸ ਦੀ ਸੁੰਦਰਤਾ ਨੂੰ ਅੱਖਾਂ ਨੇ ਨਹੀਂ ਤੱਕਿਆ ਤੇ ਗੁਣਾਂ ਤੋਂ ਮਨ ਨੇ ਖਿੱਚ ਨਹੀਂ ਖਾਧੀ, ਉਸ ਨਾਲ ਜੋਰੀ ਨੇਹੂ ਕਿਕਣ ਲੱਗ ਪੈਂਦਾ ਹੈ। ਹਿੰਮਤ ਸਿੰਘ, ਇਹ ਗੱਲ ਠੀਕ ਹੈ, ਪਰ ਦੁਨੀਆ ਵਿੱਚ ਵੀ ਨੇਹੂ ਸਦਾ ਗੁਣ ਤੇ ਸੁੰਦਰਤਾ ਕਰਕੇ ਨਹੀਂ ਲੱਗਦੇ। ਕਈ ਵੇਰ ਮਨਾਂ ਨੂੰ ਅਕਾਰਨ ਖਿੱਚ ਵੀ ਪੈ ਜਾਂਦੀ ਹੈ। ਗੁਰਮੁਖ ਆਖਦੇ ਹਨ ਕਿ ਪਿਛਲੇ ਜਨਮਾਂ ਦੇ ਮੇਲ ਹੁੰਦੇ ਹਨ ਜਾਂ ਕੋਈ ਰੂਹਾਂ ਦੇ ਆਪੋ ਵਿੱਚ ਕੁਦਰਤੀ ਖਿੱਚਾਂ ਦੇ ਢੋ ਢੁਕਦੇ ਹਨ, ਜਿਨ੍ਹਾਂ ਦੇ ਕਾਰਨ ਸਾਨੂੰ ਪਤਾ ਨਹੀਂ। ਸੋ ਪਿਆਰੀ ਜੀ, ਅਕਸਰ ਤਾਂ ਪਿਛਲੇ ਜਨਮਾਂ ਦੇ ਲੱਗੇ ਹੋਏ ਲੋਕ ਇੱਥੇ ਅਕਾਰਨ ਹੀ ਵਾਹਿਗੁਰੂ ਜੀ ਨਾਲ ਖਿੱਚ ਖਾਂਦੇ ਤੇ ਪ੍ਰੇਮ ਕਰਦੇ ਹਨ। ਇਹਨਾਂ ਦੇ ਅੰਦਰ ਕੋਈ ਸੋਝੀ ਜਿਹੀ ਹੁੰਦੀ ਹੈ ਜੋ ਮੱਲੋ ਮੱਲੀ ਇਸ ਰਾਹੇ ਪਾਉਂਦੀ ਹੈ। ਕੁਦਰਤ ਦੀ ਸੁੰਦਰਤਾ ਦੇ ਝਲਕੇ ਕਈਆਂ ਨੂੰ ਕਾਦਰ ਦੀ ਪ੍ਰਾਪਤੀ ਦੀ ਚਾਹ ਲਾ ਦਿੰਦੇ ਹਨ। ਉਹ ਕਿਸੇ ਠੋਕਰ ਨਾਲ, ਕਿਸੇ ਬਹਾਨੇ ਨਾਲ ਲੱਗ ਪੈਂਦੇ ਹਨ। ਗੁਰਸਿੱਖੀ ਵਿੱਚ ਗੁਰਬਾਣੀ ਦੇ ਪਾਠ ਵਿਚਾਰ ਕਰਨ ਵਾਲੇ ਇਸ ਪਾਸੇ ਲੱਗਦੇ ਹਨ, ਪਰੰਤੂ ਜਿਨ੍ਹਾਂ ਨੂੰ ਪਿਛਲੇ ਜਨਮ ਦਾ ਤੀਰ ਨਹੀਂ ਵੱਜਾ ਹੋਇਆ ਤੇ ਹੁਣ ਲਾਵਣਾ ਹੈ, ਸੋ ਭਲੇ ਦੇ ਸੰਗ ਤੋਂ ਲੱਗਦੇ ਹਨ, ਜੀਕਰ ਐਬ ਕੁਸੰਗ ਨਾਲ ਲੱਗਦੇ ਹਨ। ਤੀਕਰ ਸਾਈਂ ਦਾ ਨੇਹੋਂ ਵਾਲੇ ਸਤਸੰਗੀ ਦੀ ਸੰਗਤ ਵਿੱਚ ਬੈਠਿਆਂ ਲੱਗਦਾ ਹੈ। ਬਸੰਤ ਕੌਰ, ਪਰ ਕੋਈ ਸਤਸੰਗੀਆਂ ਦੀ ਗੋਸ਼ਟ ਵਿੱਚ ਬੈਠਣ ਦੀ ਖਿੱਚ ਕਿਕਣ ਖਾਵੇ। ਪਤੀ, ਇਹ ਗੱਲ ਆਪਣੇ ਉਦਮ ਦੀ ਹੈ, ਪਰ ਅਕਸਰ ਦੁੱਖਾਂ ਦੇ ਹੱਥ ਹੈ। ਸ਼੍ਰੀ ਗੁਰੂ ਜੀ ਨੇ ਇਸ ਦਾ ਦਾਰੂ ਦੁੱਖ ਵੀ ਲਿਖਿਆ ਹੈ। ਸੰਸਾਰ ਜੜ ਦੁੱਖ ਰੂਪ ਤੇ ਨਾਸ਼ਮਾਨ ਸਭ ਕਿਸੇ ਨੂੰ ਦਿਸਦਾ ਹੈ। ਜਿਨ੍ਹਾਂ ਨਾਲ ਪਿਆਰ ਕਰੀਦਾ ਹੈ ਉਹ ਮਰ ਜਾਂਦੇ ਹਨ, ਜਿਨ੍ਹਾਂ ਵਸਤਾਂ ਨੂੰ ਜੋੜ ਜੋੜ ਕੇ ਧਰੀਦਾ ਹੈ ਨਾਸ਼ ਹੋ ਜਾਂਦੀਆਂ ਹਨ। ਤਦੋਂ ਹਾਵਾ ਲੱਗਦਾ ਹੈ ਕਿ ਹਾਏ ਕੀ ਹੋ ਗਿਆ, ਇਹ ਪਿਆਰੇ ਕਿੱਥੇ ਗਏ। ਸੰਸਾਰ ਦੇ ਮੋਹ ਵਿੱਚ ਸੱਟਾਂ ਵੱਜਦੀਆਂ ਹਨ, ਉਹ ਮਨ ਨੂੰ ਸੋਚ ਪਾਉਂਦੀਆਂ ਹਨ ਕਿ ਇਹਨਾਂ ਦੁੱਖਾਂ ਦਾ ਕੋਈ ਦਾਰੂ ਹੋਵੇ। ਮਨੁੱਖ ਫੇਰ ਆਪਣੀ ਅਕਲ ਦੇ ਸਾਰੇ ਉਪਰਾਲੇ ਤੇ ਹੀਲੇ ਕਰਦਾ ਹੈ। ਨਾਸ਼ਵਾਨ ਨੇ ਬਿਨਸਣਾ ਹੀ ਹੋਇਆ ਜਦ ਕੋਈ ਪੇਸ਼ ਨਹੀਂ ਜਾਂਦੀ ਤੇ ਸੱਟਾਂ ਤੇ ਧੱਕੇ ਲੱਗਦੇ ਹਨ। ਤਦ ਅਖੀਰ ਮਨ ਟੋਲ ਕਰਦਾ ਹੈ ਕਿ ਕਿਤੇ ਹੋਰ ਥੇ ਹੀ ਨਾ ਸੁੱਖ ਹੋਵੇ। ਜਦ ਕੋਈ ਗੁਰਮੁਖ ਸੁਖੀ ਨਜ਼ਰ ਪੈਂਦਾ ਹੈ ਜਿਸ ਨੂੰ ਉਹ ਦੁੱਖ ਕਲੇਸ਼ ਨਹੀਂ ਦਿੰਦੇ ਜੋ ਸਾਨੂੰ ਦਿੰਦੇ ਹਨ, ਤਦ ਹਰਿਆਣ ਹੋ ਕੇ ਗੁਰਮੁਖ ਤੋਂ ਕਾਰਨ ਪੁੱਛੀਦਾ ਹੈ। ਉਹ ਕਿਰਪਾ ਕਰਕੇ ਦੱਸਦੇ ਹਨ ਕਿ ਜੋ ਦਿਸਦਾ ਹੈ ਜਗਤ ਉਹ ਜ਼ਰੂਰ ਪਲਟੇ ਖਾਂਦਾ ਹੈ। ਜੋ ਇਸ ਨਾਲ ਮੋਹ ਹੈ ਉਹ ਇਸ ਦੇ ਹਰ ਪਲਟੇ ਤੇ ਸੱਟ ਖਾਵੇਗਾ। ਜੇ ਤੁਸੀਂ ਉਸ ਨਾਲ ਮੋਹ ਕਰੋ ਕਿ ਜੋ ਇਸ ਦਾ ਕਾਰਨ ਹੈ, ਜਿਸ ਦਾ ਇਹ ਪ੍ਰਕਾਸ਼ ਹੈ, ਤਦ ਸੁੱਖ ਹੋਵੇ, ਕਿਉਂਕਿ ਉਹ ਸਦਾ ਇੱਕ ਰਸ ਰਹਿੰਦਾ ਹੈ। ਜਦੋਂ ਇਸ ਤਰ੍ਹਾਂ ਕੁਝ ਸਮਝ ਪੈਂਦੀ ਹੈ ਤਦ ਫੇਰ ਗੁਰਮੁਖਾਂ ਦਾ ਮੇਲ ਗੇਲ ਚੰਗਾ ਲੱਗਦਾ ਹੈ। ਜਦ ਉਹਨਾਂ ਨੂੰ ਮਿਲੀ ਗਿਲੀਦਾ ਹੈ ਤਦ ਉਹਨਾਂ ਦੇ ਰੰਗ ਲੱਗਣ ਦਾ ਅਵਸਰ ਆਉਂਦਾ ਹੈ। ਇਉਂ ਦ੍ਰਿਸ਼ਟਮਾਨ ਦੇ ਮੋਹ ਤੋਂ ਪੈਦਾ ਹੋਏ ਦੁੱਖ ਸਾਨੂੰ ਉਸ ਸਤਸੰਗ ਵਾਲੇ ਪਾਸੇ ਵੱਲ ਭੇਜਦੇ ਹਨ। ਬਸੰਤ ਕੌਰ, ਠੀਕ ਹੈ, ਪਰ ਉਹਨਾਂ ਦੇ ਕੋਲ ਬੈਠਿਆਂ ਉੱਠਿਆਂ ਦੇਖਾਂ ਦੇਖੀ ਨੇਹੂ ਲੱਗ ਜਾਂਦਾ ਹੈ। ਜੋ ਵਾਹਿਗੁਰੂ ਦਾ ਦਰਸ਼ਨ ਕਰਾ ਦਿੰਦੇ ਹਨ ਤੇ ਉਹ ਸੁੰਦਰਤਾ ਮੋਹ ਲੈਂਦੀ ਹੈ। ਪਤੀ, ਇਹ ਆਪੋ ਆਪਣੀ ਰੂਹ ਦੀ ਸਫਾਈ ਦੀ ਗੱਲ ਹੈ, ਪਰ ਗੁਰਮੁਖ ਜਦ ਦਿਆਲ ਹੁੰਦੇ ਹਨ ਤਦ ਪਰਮੇਸ਼ਰ ਦੀ ਸੇਵਾ ਦੀ ਜਾਂਚ ਸਿਖਾਲਦੇ ਹਨ ਤੇ ਪਰਮੇਸ਼ਰ ਜੀ ਦੇ ਗੁਣਾਂ ਦਾ ਕੀਰਤਨ ਸੁਣਾਉਂਦੇ ਹਨ ਤੇ ਉਸ ਦੇ ਜਸ ਵਰਣਨ ਕਰਦੇ ਹਨ। ਇਸ ਤਰ੍ਹਾਂ ਮਨ ਤੇ ਅਸਰ ਹੁੰਦਾ ਹੈ। ਫਿਰ ਉਹ ਬਾਣੀ ਪੜ੍ਹਨ ਵਿੱਚ ਲਾਉਂਦੇ ਹਨ। ਬਾਣੀ ਵਿੱਚ ਪਰਮੇਸ਼ਰ ਦੇ ਪਿਆਰ ਦੀਆਂ ਗੱਲਾਂ ਹੁੰਦੀਆਂ ਹਨ। ਉੱਚੇ ਸੁੱਚੇ ਪ੍ਰੇਮੀ ਹਿਰਦੇ ਤੋਂ ਉਚਰੀ ਹੋਈ ਹੋਣ ਕਰਕੇ ਬਾਣੀ ਵਿੱਚ ਇੱਕ ਸੱਤਿਆ ਹੁੰਦੀ ਹੈ। ਉਸ ਦੇ ਅਸਰ ਨਾਲ ਮਨ ਉੱਤੇ ਪਿਆਰ ਲੀਹਾਂ ਪੈਂਦੀਆਂ ਹਨ। ਫਿਰ ਗੁਰਮੁਖ ਸ਼੍ਰੀ
ਪਰਮੇਸ਼ਰ ਜੀ ਦੇ ਅੱਗੇ ਬੇਨਤੀ ਕਰਨ ਦਾ ਸੁਭਾਅ ਪਾਉਂਦੇ ਹਨ ਤੇ ਸ਼ੁਕਰ ਦੇ ਭੇਤ ਸਮਝਾਉਂਦੇ ਹਨ। ਇਸ ਤਰ੍ਹਾਂ ਨਾਲ ਮਨ ਦੇ ਮੋਹ ਦੀਆਂ ਵਾਂਗਾਂ ਪਰਤਾ ਖਾ ਜਾਂਦੀਆਂ ਹਨ। ਚੰਗੀਆਂ ਗੱਲਾਂ ਵੱਲ ਧਿਆਨ ਰਹਿੰਦਾ ਹੈ। ਮੰਦੀਆਂ ਦਾ ਮੰਦ ਦਿਸ ਕੇ ਮਾੜਾਪਨ ਭਾਸ ਜਾਂਦਾ ਹੈ। ਜੀ ਕੁਛ ਮਿੱਠੀ ਮਿੱਠੀ ਉਦਾਸੀ ਵਾਲਾ, ਕੁਛ ਉੱਚਾ ਤੇ ਉਮੰਗ ਜਿਹੀ ਨਾਲ ਭਰ ਕੇ ਚਾਹਵਾਨ ਹੋ ਜਾਂਦਾ ਹੈ। ਤਦੋਂ ਗੁਰਮੁਖ ਪਰਮੇਸ਼ਰ ਦੀ ਯਾਦ ਦੀ ਜਾਂਚ ਸਿਖਾਲਦੇ ਹਨ। ਜਦੋਂ ਯਾਦ ਅਰਥਾਤ ਸਿਮਰਨ ਦੇ ਸਵਾਦ ਦਾ ਝਲਕਾ ਪੈ ਗਿਆ, ਸਮਝੋ ਕਿ ਪ੍ਰੇਮ ਅੰਦਰ ਵੜ ਗਿਆ। ਇਹ ਪ੍ਰੇਮ ਨਾਮ ਹੈ, ਪਿਆਰੇ ਦਾ ਮੇਲ ਹੈ। ਬਸੰਤ ਕੌਰ, ਡਾਢਾ ਸਾਫ਼ ਰਸਤਾ ਹੈ, ਪਰ ਗੁਰਮੁਖਾਂ ਦੀ ਕੀ ਪਛਾਣ ਹੈ? ਕੀ ਜਾਣੀਏ ਕੋਈ ਲੱਭ ਵਾਲਾ ਮਿਲ ਪਵੇ ਤੇ ਭੁਲੇਖੇ ਵਿੱਚ ਪਾ ਦੇਵੇ। ਕਿਉਂਕਿ ਜਿਸਨੇ ਸੁਣਿਆ ਹੈ ਪਰ ਡਿੱਠਾ ਨਹੀਂ, ਉਸਨੂੰ ਬਗਲਿਆਂ ਤੇ ਹੰਸਾਂ ਦੀ ਪਛਾਣ ਕਿਕਣ ਹੋ ਸਕਦੀ ਹੈ। ਪਤੀ, ਇਹ ਤਾਂ ਠੀਕ ਹੈ, ਪਰ ਸੋਚ ਲਵੋ, ਸਰੋਵਰਾਂ ਵੱਲੋਂ ਪੌਣ ਠੰਡੀ ਹੀ ਝੁਲਦੀ ਹੈ। ਭਲਿਆਂ ਦਾ ਪ੍ਰਭਾਵ ਭਲਾ ਹੁੰਦਾ ਹੈ। ਫਿਰ ਵਾਹਿਗੁਰੂ ਦਿਆਲ ਮੂਰਤੀ ਹੈ। ਜੇ ਪ੍ਰਾਰਥਨਾ ਕਰਕੇ ਭਾਲ ਕਰੀਏ ਤਾਂ ਪਰਮੇਸ਼ਰ ਭਲਿਆਂ ਦਾ ਹੀ ਮੇਲ ਕਰਾਉਂਦਾ ਹੈ। ਫਿਰ ਗੁਰਮੁਖਾਂ ਦੀ ਪਛਾਣ ਗੁਰੂ ਜੀ ਨੇ ਸਾਰੀ ਬਾਣੀ ਵਿੱਚ ਲਿਖੀ ਹੈ। ਆਪੇ ਵਿੱਚ ਜੁੜੇ ਹੋਏ ਨੂੰ ਯੋਗੀ ਕਹਿੰਦੇ ਹਨ, ਪਰ ਜੋ ਵਾਹਿਗੁਰੂ ਨਾਲ ਜੁੜੇ ਸੋ ਗੁਰਮੁਖ ਹੁੰਦਾ ਹੈ। ਗੁਰਮੁਖਾਂ ਵਿੱਚ ਸਭ ਤੋਂ ਵੱਡਾ ਗੁਣ ਵਾਹਿਗੁਰੂ ਦਾ ਪਿਆਰ ਤੇ ਉਸ ਨਾਲ ਅੰਤਰਾਤਮੀ ਸਦਾ ਮੇਲਾ ਹੈ। ਹੋਰ ਗੁਣ ਤਾਂ ਇਸ ਗੁਣ ਦੇ ਲੱਛਣ ਮਾਤਰ ਹੁੰਦੇ ਹਨ। ਜੇਕਰ ਅੱਖਾਂ ਦੀ ਪੀਲਤਨ ਰੋਗ ਨਹੀਂ, ਪਰ ਜਿਗਰ ਵਿੱਚ ਪਿੱਤਾਂ ਦਾ ਰੋਗ ਹੋ ਜਾਂਦਾ ਹੈ, ਔਰ ਅੱਖਾਂ ਦਾ ਪੀਲਾ ਹੋਣਾ ਤਾਂ ਸੁੱਤੇ ਹੀ ਹੋ ਜਾਏਗਾ ਤੇ ਰੋਗੀ ਦੀ ਅੰਦਰ ਦੀ ਗਤੀ ਨੂੰ ਲਖਾਏਗਾ। ਸੋ ਗੁਰਮੁਖਾਂ ਦੇ ਅੰਦਰਲੇ ਪਿਆਰ ਨੂੰ ਸਦਾ ਯਾਦ ਨਾਲ ਸਾਈਂ ਵਿੱਚ ਲੱਗੇ ਰਹਿਣ ਦੀ ਹਾਲਤ ਨੂੰ ਤਾਂ ਗੁਰਮੁਖ ਆਪ ਹੀ ਜਾਣਦੇ ਹਨ, ਪਰ ਉਸ ਅੰਦਰਲੀ ਹਾਲਤ ਤੋਂ ਜੋ ਲੱਛਣ ਪੈਦਾ ਹੁੰਦੇ ਹਨ, ਉਹ ਕੁਛ ਪਛਾਣ ਵਿੱਚ ਮਦਦ ਕਰਦੇ ਹਨ। ਗੁਰਮੁਖਾਂ ਦੀ ਪਹਿਲਾ ਅੰਦਰਲੀ ਹਾਲਤ ਇਹ ਹੁੰਦੀ ਹੈ ਕਿ ਮਨ ਦਾ ਲਗਾਓ ਸਦਾ ਰੱਬ ਵੱਲ ਹੁੰਦਾ ਹੈ। ਉਸ ਦੀ ਯਾਦ ਕਦੇ ਨਹੀਂ ਵਿਸਰਦੀ। ਉਸ ਵਿੱਚ ਇੱਕ ਸਵਾਦ ਆਉਂਦਾ ਹੈ। ਚੜ੍ਹਦੀ ਕਲਾ ਵਿੱਚ ਖੇਡਦੇ ਹਨ, ਭੈ ਤੇ ਭਰਮ ਵਿੱਚ ਨਹੀਂ ਪੈਂਦੇ। ਦੂਸਰਾ, ਵਰਤਨ ਇਸ ਤਰ੍ਹਾਂ ਦੀ ਹੁੰਦੀ ਹੈ। ਸੁਖੀਆਂ ਨਾਲ ਪਿਆਰ ਕਰਦੇ ਹਨ, ਦੁਖੀਆਂ ਤੇ ਦਇਆ ਕਰਦੇ ਹਨ। ਭਲੇ ਤੇ ਉਪਕਾਰ ਦੇ ਕੰਮ ਵਿੱਚ ਉਹਨਾਂ ਤੋਂ ਸਹਿ ਸੁਭਾਅ ਭਲਾਈ ਹੁੰਦੀ ਹੈ। ਮਾੜੇ ਕੰਮਾਂ ਤੇ ਕੁਸੰਗਾਂ ਤੋਂ ਉਪਰਾਮ ਰਹਿੰਦੇ ਹਨ। ਕੰਮ ਉਹਨਾਂ ਦੇ ਸਾਰੇ ਫਲ ਦੀ ਚਾਹ ਤੋਂ ਖਾਲੀ ਹੁੰਦੇ ਹਨ। ਤੀਸਰਾ, ਪ੍ਰਭਾਵ ਇਉਂ ਦਾ ਹੁੰਦਾ ਹੈ ਕਿ ਮਸਤਕ ਪ੍ਰਸੰਨ ਹੁੰਦਾ ਹੈ, ਕੋਲ ਬੈਠਿਆਂ ਚਿੱਤ ਖਿੜਦਾ ਜਾਂ ਨਿਰਮਲ ਭੈ ਵਿੱਚ ਆਉਂਦਾ ਹੈ, ਸੰਗ ਕੀਤਿਆਂ ਠੰਡ ਪੈਂਦੀ ਹੈ। ਚੌਥਾ, ਉੱਪਰ ਦੀ ਖੇਡ ਇਹ ਹੁੰਦੀ ਹੈ ਕਿ ਵਾਹਿਗੁਰੂ ਉਹਨਾਂ ਨੂੰ ਪਿਆਰ ਕਰਦਾ ਹੈ, ਇਸ ਕਰਕੇ ਸੁਰਤ ਉਹਨਾਂ ਦੀ ਦਾਤਾ ਪਦ ਵਿੱਚ ਸਾਈਂ ਵੱਲ ਝੁਕ ਪੈਂਦੀ ਹੈ। ਪੰਜਵਾਂ, ਸਤਿਗੁਰੂ ਜੀ ਨੇ ਦੱਸਿਆ ਹੈ, ਸਾਧ ਕੇ ਸੰਗ ਨਹੀਂ ਕਛਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧੂ ਦੇ ਸੰਗ ਨਾਲ ਸੁੱਤੇ ਹੀ ਅਸਰ ਹੁੰਦਾ ਹੈ ਕਿ ਉਸਦੇ ਦਰਸ਼ਨ ਮਾਤਰ ਨਾਲ ਚਿੱਤ ਨਿਹਾਲ ਹੋ ਜਾਂਦਾ, ਭਾਵ ਖਿੜ ਜਾਂਦਾ ਹੈ। ਅਸਲ ਵਿੱਚ ਗੁਰਸਿੱਖੀ ਦੀ ਪਹਿਲੀ ਗੱਲ ਹੈ ਗੁਰੂ ਦੀਖਿਆ, ਜੋ ਪ੍ਰਾਪਤ ਹੁੰਦੀ ਹੈ ਅੰਮ੍ਰਿਤ ਛਕਣ ਨਾਲ। ਅੰਮ੍ਰਿਤ ਛਕ ਕੇ ਰਹਿਣੀ ਰੱਖੀ ਦੀ ਹੈ। ਬਾਣੀ ਪੜ੍ਹੀ, ਗਾਵੀ, ਵਿਚਾਰੀ ਤੇ ਖੋਜੀ ਦੀ ਹੈ। ਮੂਲ ਮੰਤਰ ਉਚਾਰੀ ਦਾ ਹੈ। ਗੁਰ ਮੰਤਰ ਦਾ ਅਭਿਆਸ ਕਰੀਦਾ ਹੈ। ਜੇ ਸੁੱਤੇ ਰੋਂ ਟੁਰ ਪਈ ਤਾਂ ਵਾਹ ਵਾਹ, ਨਹੀਂ ਤਾਂ ਫਿਰ ਨਾਮ ਦੇ ਪ੍ਰੇਮੀ ਗੁਰਮੁਖ ਦਾ ਸਤਸੰਗ ਕਰੀਦਾ ਹੈ। ਕੀਰਤਨ, ਕਥਾ, ਗੁਰਦੁਆਰੇ, ਬਾਣੀ ਦਾ ਪਾਠ, ਗੁਰਮੁਖ ਦਾ ਸਤਸੰਗ ਸਾਰੇ ਸਹਾਇਕ ਹਨ। ਬਸੰਤ ਕੌਰ, ਭਲਾ ਜੇ ਚਿੱਤ ਸੰਸਾਰ ਦੇ ਦੁੱਖ ਪਾ ਕੇ ਇਸ ਤੋਂ ਮੁੜੇ, ਨਾਮ ਅਭਿਆਸ ਕਰੇ, ਸਹਾਇਤਾ ਲਈ ਗੁਰਮੁਖਾਂ ਦਾ ਸਤਸੰਗ ਕਰੇ, ਆਪ ਦੇ ਕਹੇ ਮੂਜਬ ਉਹ ਰਾਹੇ ਵੀ ਪਾ ਦੇਣ, ਫਿਰ ਤਾਂ ਕੋਈ ਤੌਖਲਾ ਨਹੀਂ ਹੈ। ਕਿਉਂਕਿ ਮੈਂ ਆਪਣੇ ਵੱਲ ਵੇਖਦੀ ਹਾਂ ਕਿ ਨਾਮ ਪ੍ਰਾਪਤ ਹਾਂ, ਆਪ ਗੁਰਮੁਖ ਹੋ, ਆਪਨੇ ਰਸਤੇ ਵੀ ਪਾਇਆ ਹੈ, ਪਰ ਮੈਂ ਫਿਰ ਉਸੇ ਹੀ ਆਪਣੇ ਚੱਕਰਾਂ ਵਹਿਣਾ ਮਨ ਦੀਆਂ ਲਹਿਰਾਂ ਵਿੱਚ ਜਾ ਕੇ ਪੈਂਦੀ ਹਾਂ, ਡਰਨੀ ਹਾਂ ਕਿਤੇ ਕੋਈ ਭੁਲੇਖਾ ਨਾ ਮੈਨੂੰ ਖਾ ਜਾਵੇ। ਹਿੰਮਤ ਸਿੰਘ, ਤੌਖਲਾ ਤਾਂ ਕੋਈ ਨਹੀਂ ਪੈਂਦਾ ਜੇਕਰ ਨੀਅਤ ਰਾਸ ਹੋਵੇ। ਜੇ ਨੀਅਤ ਉੱਚੇ ਹੋਣ ਦੀ ਹੈ, ਮਨ ਨੇ ਸੇਧ ਸਤਿਗੁਰੂ ਨਾਨਕ ਦੀ ਧਾਰ ਲਈ ਹੈ, ਤਾਂ ਜਿੰਨੀਆਂ ਭੁੱਲਾਂ ਪੈਂਦੀਆਂ ਹਨ, ਇਹ ਸਭ 29 ਦੀ ਪੌੜੀ ਦੇ ਡੰਡੇ ਬਣਦੀਆਂ ਹਨ। ਹਰ ਭੁੱਲ ਦੁੱਖ ਲਿਆਉਂਦੀ ਹੈ। ਹਰ ਦੁੱਖ ਮਨ ਨੂੰ ਮੱਤ ਦਿੰਦਾ ਹੈ। ਮਨੁੱਖ ਨੇ ਜੋ ਕੁਝ ਸਿੱਖਿਆ ਹੈ, ਦੁੱਖ ਦੀ ਭੱਠੀ ਵਿੱਚ ਹੀ ਤਪ ਕੇ ਸਿੱਖਿਆ ਹੈ। ਸਤਸੰਗ ਦਾ ਵਾਧਾ ਹੋਰ ਹੈ ਕਿ ਇਸ ਦੀ ਗੋਸ਼ਟ ਭੁੱਲਣ ਘੱਟ ਦਿੰਦੀ ਹੈ। ਜੇ ਭੁੱਲ ਪਵੇ ਤਾਂ ਵੀ ਝਟ ਕੱਢ ਲੈਂਦੀ ਹੈ। ਬਸੰਤ ਕੌਰ, ਸੱਚ ਹੈ ਪਤੀ ਜੀ, ਜੇਕਰ ਮੇਰੀ ਅੱਜ ਦੀ ਭੁੱਲ ਨੂੰ ਜੇ ਆਪ ਨਾ ਕੱਟਦੇ ਤਾਂ ਮੈਂ ਕਈ ਦਿਨ ਧੁਖ ਕੇ ਦੁੱਖ ਪਾ ਕੇ ਮੋੜਾ ਖਾਂਦੀ, ਕੀ ਜਾਣੀਏ ਨਾ ਹੀ ਮੋੜਾ ਖਾਂਦੀ। ਪਤੀ, ਸਤਸੰਗ ਤਾਂ ਡਾਢੀ ਹੀ ਲੋੜੀ ਦੀ ਸ਼ੈ ਹੈ ਤੇ ਇਸ ਗੱਲ ਦੀ ਖਬਰਦਾਰੀ ਚਾਹੀਏ ਕਿ ਸਤਸੰਗ ਅਸਲੀ ਹੋਵੇ।
ਸਾਡੇ ਵਿੱਚ ਤਾਂ ਮਿਹਰ ਹੈ, ਕਰਨੀ ਵਾਲੇ ਗੁਰਸਿੱਖੀ ਵਿੱਚ ਬਹੁਤ ਹਨ, ਪਰ ਉਂਝ ਗੁਰਮੁਖ ਆਪ ਨਹੀਂ ਹੁੰਦੇ। ਆਪ ਜੋ ਸਾਧ ਸੰਤ ਦਿਸਦੇ ਹਨ, ਕੋਈ ਤਪੀਏ, ਕੋਈ ਨੇਮੀ ਤੇ ਬਹੁਤੇ ਪਖੰਡੀ। ਸਤਿਗੁਰ ਨੇ ਕਿਹਾ ਹੈ, ਢੂੰਡ ਸਜਣ ਸੰਤ ਪੱਕਿਆ। ਕਬੀਰ ਜੀ ਨੇ ਕਿਹਾ ਹੈ, ਕਬੀਰ ਜੋ ਤੁਹੇ ਸਾਧ ਪਿਰਮ ਕੀ, ਪਾਕੇ ਸੇਤੀ ਖੇਲ ਕਾਚੀ ਸਰਸੋਂ ਪੇਲ ਕੇ, ਨਾ ਖਲ ਭਈ ਨਾ ਤੇਲ। ਸੋ ਪ੍ਰੀਏ, ਕਿਵੇਂ ਹੋਵੇ ਦੁੱਖ ਨਾਲ ਚਾਹੋ, ਅੰਦਰਲੇ ਦੀ ਚਾਹ ਨਾਲ ਚਾਹੋ ਹੋਰ ਤਰ੍ਹਾਂ। ਜਦ ਅੰਦਰੋਂ ਉਮਾ ਵਾਹਿਗੁਰੂ ਦੇ ਰਸਤੇ ਦਾ ਉੱਠੇ ਤਾਂ ਪਹਿਲਾ ਕੰਮ ਇਹ ਹੈ ਕਿ ਨਿਤਨੇਮ ਦਾ ਰੋਜ਼ ਮਨ ਬਾਣੀ ਵਿੱਚ ਲਾ ਕੇ ਪਾਠ ਕਰਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਜ਼ ਦਰਸ਼ਨ ਤੇ ਪਾਠ ਕਰਨਾ, ਵਿਚਾਰ ਨਾਲ ਅਰ ਆਪਣੇ ਬਚਾਓ ਲਈ ਗੁਰੂ ਜੀ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਨੀ ਕਿ ਸੱਚੇ ਪਾਤਸ਼ਾਹ ਜੀ ਆਪਣੀ ਔਗੁਣਿਆਣੀ ਵਿੱਚ ਆਪ ਟੋਰੋ। ਗੁਰਮੁਖ ਦੇ ਮੇਲ ਲਈ ਅਰਦਾਸ ਨਿਤ ਕਰੇ। ਅਸੀਂ ਰੋਜ਼ ਅਰਦਾਸਾਂ ਕਰਦੇ ਹਾਂ, ਗੁਰਮੁਖ ਦਾ ਮੇਲ, ਸਾਧ ਦਾ ਸੰਗ, ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਅਰਥਾਤ ਗੁਰਮੁਖ ਸੱਚੇ ਗੁਰਮੁਖ ਦਾ ਮਿਲਾਪ ਹੋਵੇ। ਮਿਲਾਪ ਡਾਢੇ ਪਿਆਰ ਵਾਲੇ ਸੰਬੰਧ ਦਾ ਨਾਉ ਹੈ। ਸਾਧ ਦਾ ਸੰਗ ਹੋਵੇ, ਅਰਥਾਤ ਜੋ ਸਾਈਂ ਰਸਤੇ ਸਾਧਨ ਕਰ ਰਿਹਾ ਹੋਵੇ, ਸੰਗਤ ਉਸਦੀ ਹੋਵੇ ਤੇ ਨਾਮ ਜਪਣ ਵਾਲੇ ਸਿੱਖ ਵੀਰਾਂ ਦਾ ਸੰਗ ਬਣਿਆ ਰਹੇ, ਕਿਉਂ ਜੋ ਆਪ ਜਪਦੇ ਹਨ ਉਹਨਾਂ ਦੇ ਪਾਸ ਬੈਠਿਆਂ ਨਾਮ ਚਿੱਤ ਆਉਂਦਾ ਹੈ। ਬਸੰਤ ਕੌਰ, ਪਤੀ ਜੀ, ਮੈਂ ਗੱਲ ਇਸ ਕਰਕੇ ਪੁੱਛੀ ਹੈ ਕਿ ਕਾਕੀ ਸਤਵੰਤ ਕੌਰ ਕੈਦ ਪੈ ਗਈ, ਵਿਦੇਸ਼ ਚਲੀ ਗਈ, ਗੁਰਮੁਖ ਪਿਤਾ ਤੋਂ ਵਿਛੜ ਗਈ। ਹੁਣ ਉਸਨੂੰ ਗੁਰਮੁਖ ਦਾ ਮੇਲ, ਸਾਧ ਦਾ ਸੰਗ, ਨਾਮੀਆਂ ਦੇ ਦਰਸ਼ਨ ਕਿੱਥੇ ਨਸੀਬ ਹਨ? 8 ਪੈਰ ਕੁਸੰਗ, ਵਿਛੋੜਾ, ਬੰਦੀ, ਭੁੱਖ, ਗਰੀਬੀ ਉਸਨੂੰ ਕੀਕਨ ਪਰਮੇਸ਼ਰ ਜੀ ਦੇ ਪਿਆਰ ਤੋਂ ਨਾ ਵਿਛੋੜਦੀ ਹੋਵੇਗੀ। ਐਸੇ ਵਿਛੁੰਨਿਆਂ ਪਿਆਰਿਆਂ ਲਈ ਸ੍ਰੀ ਗੁਰੂ ਸਾਹਿਬ ਜੀ ਨੇ ਕੀ ਕਿਰਪਾ ਕੀਤੀ ਹੈ, ਸੋ ਪ੍ਰਕਾਰ ਦਿਆ ਕਰਕੇ ਸਮਝਾਓ। ਪਤੀ, ਪਰਮੇਸ਼ਰ ਦੇ ਬਿਰਦ ਦੀ ਤੁਸਾਂ ਗੱਲ ਨਹੀਂ ਸੁਣੀ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਸਾਈਂ ਆਪਣਿਆਂ ਦੇ ਅੰਦਰ ਆਪ ਆ ਬਹਿੰਦਾ ਹੈ। ਫਿਰ ਉਹ ਦੁਖਦਾਰੂ ਤੇ ਨੀਅਤ ਰਾਸ ਵਾਲੀ ਗੱਲ ਚੇਤੇ ਕਰੋ, ਜਿਸ ਦੀ ਨੀਅਤ ਮਿਲਣੇ ਦੀ ਹੈ, ਚਾਹੇ ਕਿਤਨਾ ਨਿਰਬਲ ਹੈ, ਕਿਤਨਾ ਭੁੱਲਦਾ ਤੇ ਡਿੱਗਦਾ ਹੈ, ਵਾਹਿਗੁਰੂ ਉਸ ਦਾ ਆਪ ਰਾਖਾ ਹੁੰਦਾ ਹੈ। ਇਹ ਕੁਦਰਤ ਦਾ ਨੇਮ ਹੈ ਕਿ ਪਰਮੇਸ਼ਰ ਨੂੰ ਯਾਦ ਰੱਖਣ ਵਾਲੇ ਪਿਆਰੇ ਜਦ ਬਿਪਤਾ ਵਿੱਚ ਪੈਂਦੇ ਹਨ, ਤਦ ਉਹਨਾਂ ਦੀ ਸੁਰਤ ਨੂੰ ਵਾਹਿਗੁਰੂ ਆਪ ਬਲ ਦੇ ਕੇ ਖਿੱਚਦਾ ਹੈ, ਅਰ ਸੁਰਤ ਵਿੱਚ ਬਿਪਤਾ ਦਾ ਟਾਕਰਾ ਕਰਨੇ ਦਾ ਮਾਧਾ ਵਧੀਕ ਪੈਦਾ ਹੋ ਜਾਂਦਾ ਹੈ। ਉਹਨਾਂ ਦੀ ਸੁਰਤ ਟਾਕਰਿਆਂ ਵਿੱਚ ਆ ਕੇ ਕੱਸੀ ਜਾਂਦੀ ਹੈ ਤੇ ਉੱਚੀ ਹੋ ਕੇ ਹੋਰ ਚੜ੍ਹਦੀ ਹੈ। ਮਰਨ ਚਾਹੇ ਜਿਉਣ, ਕਾਪ ਨਹੀਂ ਖਾਂਦੇ। ਫਿਰ ਸਾਡੇ ਪੰਥ ਦਾ ਬਿਰਦ ਬੜਾ ਪਿਆਰ ਵਾਲਾ ਹੈ। ਪਿਛਲੀ ਲੁੱਟ ਵਿੱਚ ਜਿਤਨੇ ਸਿੱਖ ਕੈਦ ਹੋ ਕੇ ਕਾਬਲ ਗਏ ਹਨ, ਸਭਨਾਂ ਦੀ ਰੱਖਿਆ ਵਾਸਤੇ ਹਰ ਰੋਜ਼ 2 ਵੇਲੇ ਹਰ ਧਰਮਸਾਲ, ਗੁਰਦੁਆਰੇ, ਜਥੇ ਤੇ ਹਰ ਸਿੱਖ ਵੱਲੋਂ ਅਰਦਾਸਾਂ ਹੁੰਦਾ ਹੈ। ਇਹ ਜੋ ਗੁਰਮੁਖਾਂ ਤੇ ਪ੍ਰੇਮੀਆਂ ਵੱਲੋਂ ਨਿਤ ਸੱਚੇ ਦਿਲੋਂ ਪ੍ਰਾਰਥਨਾ ਹੁੰਦੀ ਹੈ, ਇਹ ਉਹਨਾਂ ਦੀ ਆਤਮਾ ਨੂੰ ਬਲ ਦਿੰਦੀ ਹੈ, ਵਾਹਿਗੁਰੂ ਦੇ ਵਿਆਪਕ ਸੱਤਿਆਂ ਨੂੰ ਸਹਾਇਤਾ ਲਈ ਖਿੱਚਦੀ ਹੈ। ਸਾਡਾ ਵਿਸ਼ਵਾਸ ਹੈ ਕਿ ਸਾਡੇ ਪਿਆਰੇ ਉਸ ਬੰਦੀ ਵਿੱਚੋਂ ਸਲਾਮਤ ਵਾਪਸ ਆਉਣਗੇ। ਅੱਗੇ ਲਗਭਗ ਸਾਰੇ ਆ ਚੁੱਕੇ ਹਨ, ਇਸ ਕਰਕੇ ਤੁਹਾਨੂੰ ਸਮਝਾਈਦਾ ਹੈ ਕਿ ਸਿੱਖ ਦੇ ਦਿਲ ਨੂੰ ਕੌਣ ਫੇਰ ਸਕਦਾ ਹੈ। ਕਾਕੀ ਦਾ ਤੌਖਲਾ ਨਾ ਕਰੋ, ਸਗੋਂ ਸਿਦਕ ਧਾਰੋ ਤੇ ਰੋਜ਼ ਮਜ਼ਬੂਤ ਦਿਲ ਨਾਲ ਕਾਕੀ ਦਾ ਧਿਆਨ ਕਰਕੇ ਉਸ ਵਿੱਚ ਤਕੜਾਈ ਭਰੋ। ਅਸੀਂ ਜੋ ਰੋਜ਼ ਅਰਦਾਸ ਕਰਦੇ ਹਾਂ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਖਿਆ ਰਿਆਇਤ, ਸੋਚ ਲਓ ਕਿ ਇਹ ਸਾਡੇ ਪੰਥਕ ਪਿਆਰ ਦੀ ਕਿਹੜੀ ਡੂੰਘੀ ਗੰਢ ਹੈ। ਤੁਸੀਂ ਜਾਣਦੇ ਹੋ ਕਿ ਪੰਥ ਵਿੱਚ ਗੁਰੂ ਪਰਮੇਸ਼ਰ ਦਾ ਪਿਆਰ ਤੇ ਸਿਦਕ ਕਿਤਨਾ ਹੈ। ਪ੍ਰੇਮ ਨਾਲ ਜੁੜੇ ਦਿਲ ਜਦ ਰੋਜ਼ ਇਹ ਅਰਦਾਸ ਕਰਦੇ ਹਨ, ਕਦੇ ਹੋ ਸਕਦਾ ਹੈ ਕਿ ਮੁਸ਼ਕਲਾਂ ਵਿੱਚ ਪਏ ਪਿਆਰਿਆਂ ਦੀ ਰੱਛਾ ਤੇ ਰਿਆਇਤ ਨਾ ਹੁੰਦੀ ਹੋਵੇਗੀ। ਕਦੇ ਹੋ ਸਕਦਾ ਹੈ ਕਿ ਸਾਰੇ ਪੰਥ ਦੇ ਇਹਨਾਂ ਅਰਦਾਸਿਆਂ ਨਾਲ ਸਾਡੇ ਬੰਦੀ ਖਾਨੇ ਪਏ, ਦੂਰ ਗਏ, ਕਿਸੇ ਥਾਂ ਵਿਛੜੇ ਤੇ ਬੇਵਸ ਹੋਏ ਜਾਂ ਕਸ਼ਟਾਂ ਦੇ ਮੂੰਹ ਆਏ ਪਿਆਰਿਆਂ ਦੀ ਸੁਰਤ ਨੂੰ ਇਸ ਤੋਂ ਤਕੜਾਈ ਨਾ ਪਹੁੰਚੀ ਹੋਵੇ। ਬਸੰਤ ਕੌਰ, ਸੱਚ ਹੈ, ਗੁਰਸਿੱਖੀ ਧਨ ਹੈ, ਸਾਡਾ ਪੰਥਕ ਪ੍ਰੇਮ ਧਨ ਹੈ ਕਿ ਸਾਰੇ ਸਿੱਖ ਇੱਕ ਦੂਜੇ ਦੀ ਪੀੜ ਨੂੰ ਆਪਣੀ ਪੀੜਾ ਜਾਣਦੇ ਹਨ, ਅਰ ਫਿਰ ਦੇਖੋ ਕਰਨੀਆਂ ਵਾਲੇ ਤੇ ਚੰਗੇ ਚੰਗੇ ਪੁਰਖ ਆਪਣਿਆਂ ਦੇ ਮਗਰ ਜਾਂਦੇ ਹਨ, ਅਰ ਇੱਕ ਇੱਕ ਬੱਚਾ ਢੂੰਡ ਕੇ ਵਾਪਸ ਲਿਆਉਂਦੇ ਹਨ। ਧੰਨ ਸਿੱਖੀ ਪ੍ਰੇਮ ਪਰਪਤੀ ਜੀ, ਆਪ ਦਾ ਵੀ ਧੰਨ ਜਨਮ ਹੈ। ਦੇਖੋ ਆਪ ਦੇ ਇਸ ਸਾਰੇ ਉੱਤਮ ਉਪਦੇਸ਼ ਵਿੱਚ ਐਸਾ ਜੀ ਲੱਗ ਰਿਹਾ ਹੈ ਕਿ ਇਸ ਵੇਲੇ ਮੇਰਾ ਮੋਹ ਤੇ ਭਰਮ ਦੂਰ ਹੋ ਗਿਆ ਹੈ। ਐਸੀ ਕਿਰਪਾ ਕਰੋ ਜੋ ਮਨ ਸਦਾ ਐਸਾ ਰਹੇ। ਪਤੀ, ਸ਼੍ਰੀ ਗੁਰੂ ਜੀ ਨੇ ਸੁਰਤ ਦੇ ਲਹਾਓ ਚੜਾਓ ਪਰ ਸੁਖਮਨੀ ਸਾਹਿਬ ਵਿੱਚ ਸਾਫ਼ ਦੱਸਿਆ ਹੈ ਕਿ ਇਹ ਹੇਠਾਂ ਉਤਾਹਾਂ ਹੁੰਦੀ ਰਹਿੰਦੀ ਹੈ। ਇਸ ਗੱਲ ਤੋਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਦਾਰੂ ਇਸ ਦਾ ਸਦਾ ਸਿਮਰਨ ਵਿੱਚ ਰਹਿਣਾ ਹੈ ਅਤੇ ਸਤਸੰਗ ਕਰਨਾ ਹੈ, ਜੈਸਾ ਉੱਥੇ ਹੀ ਦੱਸਿਆ ਹੈ। ਕਬਹੂ ਸਾਧ ਸੰਗਤ ਇਹ ਪਾਵੇ, ਉਸ ਸਥਾਨ ਤੇ ਬੋਹਰ ਨਾ ਆਵੇ।
ਬਸੰਤ ਕੌਰ ਸਿਰਤਾਜ ਜੀ, ਅੱਜ ਕੱਲ ਹੋ ਸਕੇ ਤਾਂ ਕੋਈ ਖਾਸ ਪ੍ਰਬੰਧ ਕਰੋ ਜਿਸ ਨਾਲ ਨਿਰੰਤਰ ਘਰ ਵਿੱਚ ਕੀਰਤਨ ਦਾ ਸਮਾਗਮ ਬਣੇ ਅਤੇ ਮਨ ਸਾਧ ਸੰਗਤ ਦੇ ਚਰਨਾਂ ਵਿੱਚ ਰਹੇ। ਪਤੀ ਸਤ ਬਚਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਰਖਾਉਂਦੇ ਹਾਂ ਅਰ ਪਿਆਰਿਆਂ ਨੂੰ ਸੱਦ ਭੇਜਦੇ ਹਾਂ। ਬਸੰਤ ਕੌਰ ਵਾਹ ਵਾਹ, ਬਹੁਤ ਹੀ ਚੰਗਾ। ਅਗਲੇ ਦਿਨ ਦੂਰ ਨੇੜੇ ਦੇ ਪ੍ਰੇਮੀਆਂ ਨੂੰ ਸੁਨੇਹੇ ਪਹੁੰਚ ਗਏ ਅਤੇ ਭਾਈ ਸਾਹਿਬ ਦੇ ਘਰ ਸੰਗਤ ਆ ਜੁੜੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਰੱਖਿਆ ਗਿਆ। ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸਾ ਸੋਧਿਆ ਗਿਆ ਕਿ ਕਾਬਲ ਗਏ ਕੈਦੀ ਸਹੀ ਸਲਾਮਤ ਵਾਪਸ ਆਉਣ ਅਰ ਸਤਿਗੁਰ ਉਹਨਾਂ ਦੂਰ ਗਿਆਂ ਦਾ ਅਤੇ ਉਹਨਾਂ ਦੇ ਮਗਰ ਗਿਆਂ ਦੀਆਂ ਮਿਹਨਤਾਂ ਵਿੱਚ ਆਪ ਸਹਾਈ ਹੋਵੇ। 5 ਭੋਗ ਪਾ ਕੇ ਸੰਗਤ ਵਿਦਾ ਹੋ ਗਈ। ਇਹ 15-20 ਦਿਨ ਭਾਈ ਸਾਹਿਬ ਦਾ ਘਰ ਸੱਚਖੰਡ ਬਣਿਆ ਰਿਹਾ। ਦਿਨ ਰਾਤ ਇੱਕ ਰਸ ਈਸ਼ਵਰ ਆਰਾਧਨਾ ਬਣੀ ਰਹੀ। ਆਰਾਧਨਾ ਵਾਲੇ ਸੁੱਚੇ ਹੀਰੇ, ਪ੍ਰੇਮਾ ਭਗਤੀ ਦੇ ਨਮੂਨੇ ਸੱਚੇ ਸੁੱਚੇ ਤੇ ਸਾਫ਼ ਲੋਕ ਸਨ। ਲਗਾਤਾਰ ਸਤਸੰਗ ਨੇ ਬਸੰਤ ਕੌਰ ਤੇ ਬੜਾ ਅਸਰ ਕੀਤਾ ਅਤੇ ਉਸਦੀ ਮਮਤਾ ਦਾ ਭਰਿਆ ਦਿਲ ਕੁਛ ਆਸ ਦੇ ਸਿਦਕ ਵਿੱਚ ਉਚੇਰਾ ਹੋ ਗਿਆ। ਧੰਨਵਾਦ।